ਹਾਲੇਲੂਇਆ। ਪਰਮੇਸ਼ਵਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਵੇ। ਆਓ ਅਸੀਂ ਜ਼ਬੂਰਾਂ ਦੀ ਪੋਥੀ ਕੱਢਾਂਗੇ। ਜ਼ਬੂਰਾਂ ਦੀ ਪੋਥੀ ਪਹਿਲਾ ਅਧਿਆਇ, ਜ਼ਬੂਰਾਂ ਦੀ ਪੋਥੀ ਪਹਿਲਾ ਅਧਿਆਇ। ਧੰਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ, ਨਾ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ ਅਤੇ ਨਾ ਮਖੌਲੀਆਂ ਦੀ ਝੁੰਡੀ ਵਿੱਚ ਬਹਿੰਦਾ ਹੈ, ਪਰ ਉਹ ਯਹੋਵਾ ਦੀ ਵਿਵਸਥਾ ਵਿੱਚ ਮਗਨ ਰਹਿੰਦਾ ਅਤੇ ਦਿਨ ਰਾਤ ਉਸ ਦੀ ਵਿਵਸਥਾ ਉੱਤੇ ਧਿਆਨ ਕਰਦਾ ਹੈ। ਉਹ ਤਾਂ ਉਸ ਵਿਰਛ ਵਰਗਾ ਹੋਵੇਗਾ ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁੱਤ ਸਿਰ ਆਪਣਾ ਫਲ ਦਿੰਦਾ ਹੈ, ਜਿਸ ਦੇ ਪੱਤੇ ਨਹੀਂ ਕੁਮਲਾਉਂਦੇ ਅਤੇ ਜੋ ਕੁਛ ਉਹ ਕਰੇ ਸੋ ਸਫਲ ਹੁੰਦਾ ਹੈ। ਆਓ ਇਸ ਵਚਨ ਪੜ੍ਹੇ ਪਏ ਹੋਏ ਵਚਨ ਦੇ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ। ਪ੍ਰਭੂ ਯੀਸ਼ੂ ਮਸੀਹ, ਸਾਰਾ ਆਦਰ ਜਲਾਲ ਮਹਿਮਾ ਤੇਰੇ ਜਿੰਦਾ ਜਲਾਲੀ ਅਤੇ ਸਾਮਰਥੀ ਨਾਮ ਨੂੰ ਦਿੰਦੇ ਹਾਂ। ਪ੍ਰਭੂ ਜੀ, ਸੱਚਮੁੱਚ ਮੇਰੇ ਮਹਾਨ ਪਿਤਾ, ਜਿਹੜਾ ਵੀ ਮਨੁੱਖ ਤੇਰੇ ਵਚਨ ਤੇ ਵਿਸ਼ਵਾਸ ਕਰਦਾ ਹੈ ਪ੍ਰਭੂ ਜੀ, ਚਾਹੇ ਉਹਦੇ ਉੱਪਰ ਮੁਸੀਬਤਾਂ, ਬਿਮਾਰੀਆਂ, ਤੰਗੀਆਂ ਖੁਦਾਵੰਦਾ, ਕੋਈ ਵੀ ਦਿੱਕਤ ਪਰੇਸ਼ਾਨੀਆਂ ਕਿਉਂ ਨਾ ਆ ਜਾਣ ਪ੍ਰਭੂ ਜੀ, ਉਹ ਮੇਰੇ ਮਹਾਨ ਪਿਤਾ ਤੇਰੇ ਵਚਨ ਦੇ ਦੁਆਰਾ ਸਥਿਰ ਰਹਿੰਦਾ ਹੈ ਖੁਦਾਵੰਦਾ, ਕਿਉਂਕਿ ਜਿਸ ਮਨੁੱਖ ਦੇ ਅੰਦਰ ਤੇਰਾ ਵਚਨ ਹੈ ਪ੍ਰਭੂ ਜੀ, ਉਸ ਨੂੰ ਕੋਈ ਵੀ ਦੁਨੀਆ ਦੀ ਤਾਕਤ ਹਿਲਾ ਨਹੀਂ ਸਕਦੀ ਪ੍ਰਭੂ ਜੀ, ਕਿਉਂਕਿ ਤੇਰਾ ਪ੍ਰੇਮ, ਤੇਰਾ ਵਚਨ, ਤੇਰਾ ਵਿਸ਼ਵਾਸ ਉਸ ਦੇ ਅੰਦਰ ਹੁੰਦਾ ਹੈ ਪ੍ਰਭੂ ਜੀ। ਤੇ ਮੇਰੇ ਮਹਾਨ ਪਿਤਾ, ਤੇਰੇ ਲੋਕ ਖੁਦਾਵੰਦਾ ਹਾਲਾਤਾਂ ਨੂੰ ਨਹੀਂ ਵੇਖਦੇ ਪ੍ਰਭੂ ਜੀ ਵੀ ਹਾਲਾਤ ਕਿਸ ਤਰ੍ਹਾਂ ਦੇ ਹਨ ਪ੍ਰਭੂ ਜੀ, ਤੇਰੇ ਲੋਕ ਤੇਰੇ ਵਾਅਦੇ ਵੱਲ ਦੇਖਦੇ ਹਨ ਪ੍ਰਭੂ ਜੀ, ਕਿਉਂਕਿ ਤੂੰ ਵਾਅਦਾ ਕੀਤਾ ਹੈ ਮੈਂ ਇਸ ਸੰਸਾਰ ਦੇ ਇਸ ਦਿਨਾਂ ਦੇ ਅੰਤ ਦੇ ਵਿੱਚ ਤੱਕ ਤੁਹਾਡੇ ਨਾਲ ਰਵਾਂਗਾ। ਤੇ ਸੱਚਮੁੱਚ ਪ੍ਰਭੂ ਜੀ, ਜੋ ਤੂੰ ਵਾਅਦਾ ਕੀਤਾ ਹੈ ਪ੍ਰਭੂ ਜੀ, ਤੂੰ ਅੰਤ ਦੇ ਦਿਨਾਂ ਤੱਕ ਪ੍ਰਭੂ ਜੀ ਆਪਣੇ ਲੋਕਾਂ ਦੇ ਨਾਲ ਹੈ ਖੁਦਾਵੰਦਾ। ਤੇ ਪ੍ਰਭੂ ਯੀਸ਼ੂ ਮਸੀਹ, ਅਸੀਂ ਸਾਰੀਆਂ ਭਲਾਈਆਂ ਵਾਸਤੇ ਤੇਰਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਚਾਹੇ ਦਿਨ ਕਿੱਦਾਂ ਦੇ ਵੀ ਹੋਣ ਪ੍ਰਭੂ ਜੀ, ਮੁਸ਼ਕਿਲਾਂ ਭਰੇ ਪ੍ਰਭੂ ਜੀ, ਬਿਮਾਰੀਆਂ ਭਰੇ ਮੇਰੇ ਮਹਾਨ ਪਿਤਾ, ਤਕਲੀਫਾਂ ਭਰੇ, ਲੇਕਿਨ ਤੇਰੇ ਪਵਿੱਤਰ ਆਤਮਾ ਪਾਏ ਹੋਏ ਲੋਕ ਖੁਦਾਵੰਦਾ ਸਿਰਫ ਤੇ ਸਿਰਫ ਤੇਰੇ ਉੱਤੇ ਵਿਸ਼ਵਾਸ ਕਰਦੇ ਹਨ ਪ੍ਰਭੂ ਜੀ। ਤੇ ਮੇਰੇ ਮਹਾਨ ਪਿਤਾ ਪ੍ਰਭੂ ਯੀਸ਼ੂ ਮਸੀਹ, ਤੂੰ ਸਭਨਾਂ ਤੇ ਦਇਆ ਕਰ, ਜਿੰਨੇ ਭੈਣ ਭਾਈ ਸਥਾਨ 'ਚ ਖੜੇ ਹਨ, ਇਹਨਾਂ ਦੇ ਵਿਸ਼ਵਾਸ ਨੂੰ ਵਧਾ ਪ੍ਰਭੂ ਜੀ। ਮੇਰੇ ਮਹਾਨ ਪਿਤਾ, ਇਹ ਤੇਰੇ ਵਾਅਦੇ ਵੱਲ ਦੇਖਣ ਪ੍ਰਭੂ ਜੀ, ਇਹ ਹਾਲਾਤਾਂ ਵੱਲ ਨਾ ਵੇਖਣ ਪ੍ਰਭੂ ਜੀ, ਕਿਉਂਕਿ ਹਾਲਾਤ ਕਦੇ ਮਾੜੇ ਕਦੇ ਚੰਗੇ ਹੁੰਦੇ ਹਨ ਖੁਦਾਵੰਦਾ, ਲੇਕਿਨ ਪ੍ਰਭੂ ਯੀਸ਼ੂ ਮਸੀਹ ਤੇਰਾ ਵਾਅਦਾ ਹਮੇਸ਼ਾ ਸਥਿਰ ਰਹਿੰਦਾ ਹੈ ਪ੍ਰਭੂ ਜੀ। ਤੇ ਹਮੇਸ਼ਾ ਇਹ ਲੋਕ ਤੇਰੇ ਵਾਅਦੇ ਉੱਪਰ ਚੱਲਣ ਵਾਲੇ ਬਣ ਖੁਦਾਵੰਦਾ, ਕਿਉਂਕਿ ਤੇਰਾ ਵਾਅਦਾ ਹੀ ਪ੍ਰਭੂ ਯੀਸ਼ੂ ਮਸੀਹ ਸਭ ਕੁਝ ਹੈ ਖੁਦਾਵੰਦਾ। ਤੂੰ ਵਾਅਦਾ ਕੀਤਾ ਹੈ ਮੈਂ ਬਹੁਤ ਜਲਦੀ ਆ ਰਿਹਾ ਹਾਂ ਤੇ ਆਪਣੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਜਾਵਾਂਗਾ। ਤੇ ਪ੍ਰਭੂ ਯੀਸ਼ੂ ਮਸੀਹ, ਅਸੀਂ ਵਿਸ਼ਵਾਸ ਕਰਦੇ ਹਾਂ ਪ੍ਰਭੂ ਜੀ, ਤੂੰ ਬਹੁਤ ਜਲਦੀ ਆਏਗਾ ਤੇ ਆਪਣੀ ਦੁਲਹਨ ਨੂੰ ਆਪਣੇ ਨਾਲ ਲੈ ਕੇ ਜਾਏਗਾ ਪ੍ਰਭੂ ਜੀ। ਅਸੀਂ ਸਾਰੀਆਂ ਭਲਾਈਆਂ ਵਾਸਤੇ ਤੇਰਾ ਧੰਨਵਾਦ ਕਰਦੇ ਹਾਂ। ਸਤਵੇਂ ਦੂਤ ਭਾਈ ਵਿਲੀਅਮ ਮੈਰੀਅਨ ਬ੍ਰੈਨਮ ਵਾਸਤੇ ਵੀ ਤੇਰਾ ਧੰਨਵਾਦ ਕਰਦੇ ਹਾਂ, ਜਿਸ ਦੇ ਦੁਆਰਾ ਸ਼ਬਦ ਗੁਪਤ ਭੇਦ ਪ੍ਰਭੂ ਜੀ ਤੂੰ ਖੋਲ ਦਿੱਤੇ। ਸਾਰਾ ਆਦਰ ਜਲਾਲ ਮਹਿਮਾ ਤੇਰੇ ਸਾਮਰਥੀ ਨਾਮ ਦਿੰਦੇ ਹਾਂ ਪ੍ਰਭੂ ਜੀ। ਬੋਲਣ ਵਾਲਾ ਕੋਈ ਮਾਂਸ ਅਤੇ ਲਹੂ ਨਾ ਹੋਵੇ ਪ੍ਰਭੂ ਜੀ, ਬੋਲਣ ਵਾਲਾ ਤੇਰਾ ਪਵਿੱਤਰ ਆਤਮਾ ਹੋਵੇ, ਕਿਉਂਕਿ ਆਪਣੇ ਵਚਨ ਦਾ ਅਨੁਵਾਦਕ ਤੂੰ ਆਪ ਹੈ। ਦਇਆ ਕਰ, ਕਿਰਪਾ ਕਰ, ਤੇਰੇ ਨਾਮ ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਮੰਗਦੇ ਹਾਂ, ਆਮੀਨ, ਹਾਲੇਲੂਇਆ। ਬੈਠ ਜਾਾਂਗੇ ਸਾਰੇ। ਅਸੀਂ ਜ਼ਬੂਰਾਂ ਦੀ ਪੋਥੀ ਵਿੱਚ ਪੜ੍ਹਿਆ, ਕਹਿੰਦਾ ਧੰਨ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ, ਨਾ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ ਹੈ, ਕਹਿੰਦਾ ਪਰ ਇਹ ਯਹੋਵਾ ਦੀ ਵਿਵਸਥਾ ਵਿੱਚ ਮਗਨ ਰਹਿੰਦਾ। ਹੁਣ ਕੌਣ ਮਨੁੱਖ ਆ ਜਿਹੜਾ ਯਹੋਵਾ ਦੀ ਵਿਵਸਥਾ 'ਚ ਮਗਨ ਰਹਿ ਸਕਦਾ? ਉਹੀ ਮਨੁੱਖ ਜਿਹਨੇ ਵਚਨ ਦੇ ਅਨੁਸਾਰ ਜੀਵਨ ਬਤੀਤ ਕਰਨਾ, ਕਿਉਂਕਿ ਯਹੋਵਾ ਦੇ ਵਚਨਾਂ ਦੇ ਉੱਪਰ ਉਹੀ ਮਨੁੱਖ ਚੱਲ ਸਕਦਾ ਜਿਹੜਾ ਵਚਨ ਦੇ ਨਾਲ ਜੀਵਨ ਬਤੀਤ ਕਰੂਗਾ। ਲੇਕਿਨ ਜਿਹੜਾ ਮਨੁੱਖ ਵਚਨ ਦੇ ਨਾਲ ਜੀਵਨ ਨਹੀਂ ਬਤੀਤ ਕਰੂਗਾ, ਉਹ ਮੁਰਝਾ ਜਾਂਦਾ ਹੈ। ਉਹਦੇ ਉੱਪਰ ਜਦੋਂ ਤੰਗੀਆਂ, ਮੁਸੀਬਤਾਂ, ਪਰੇਸ਼ਾਨੀਆਂ ਆਉਂਦੀਆਂ, ਜਿਹਦੇ ਅੰਦਰ ਵਚਨ ਨਹੀਂ ਹੁੰਦਾ, ਉਹ ਮਨੁੱਖ ਮੁਰਝਾ ਜਾਂਦਾ। ਕਹਿਣ ਦਾ ਮਤਲਬ ਉਹ ਡਰ ਜਾਂਦਾ ਉਹਨਾਂ ਤੰਗੀਆਂ ਮੁਸੀਬਤਾਂ ਵੱਲ ਦੇਖ ਕੇ। ਲੇਕਿਨ ਜਿਹੜਾ ਇੱਕ ਵਿਸ਼ਵਾਸੀ ਜਨ ਹੁੰਦਾ ਆ, ਉਹ ਤੰਗੀਆਂ, ਮੁਸੀਬਤਾਂ, ਪਰੇਸ਼ਾਨੀਆਂ ਵੱਲ ਦੇਖ ਕੇ ਡਰਦਾ ਨਹੀਂ, ਘਬਰਾਉਂਦਾ ਨਹੀਂ, ਉਹ ਦਲੇਰ ਹੋ ਕੇ ਖੜਾ ਹੋ ਸਕਦਾ ਆ। ਉਹ ਦਲੇਰ ਹੋ ਕੇ ਖੜਾ ਹੋ ਜਾਂਦਾ ਆ ਵੀ ਤੰਗੀਆਂ, ਮੁਸੀਬਤਾਂ, ਪਰੇਸ਼ਾਨੀਆਂ ਤੁਸੀਂ ਜੋ ਮਰਜ਼ੀ ਕਰ ਲੋ, ਮੈਂ ਯਹੋਵਾ ਆਪਣੇ ਖੁਦਾ ਦੇ ਨਾਮ ਦੇ ਵਿੱਚ ਖੜਾ ਆ। ਤੇ ਤੁਹਾਨੂੰ ਪਤਾ ਫਿਰ ਇਹ ਤੰਗੀਆਂ, ਮੁਸੀਬਤਾਂ, ਪਰੇਸ਼ਾਨੀਆਂ ਸਭ ਦੇ ਸਭ ਖਤਮ ਹੋ ਜਾਂਦੀਆਂ ਆਪਣੇ ਆਪ ਹੀ, ਲੇਕਿਨ ਵਿਸ਼ਵਾਸੀ ਨੂੰ ਕੋਈ ਹਿਲਾ ਨਹੀਂ ਸਕਦਾ। ਇਸ ਕਰਕੇ ਬਾਈਬਲ 'ਚ ਲਿਖਿਆ, ਕਹਿੰਦਾ ਉਹ ਉਸ ਵਿਰਛ ਵਰਗਾ ਹੋਵੇਗਾ ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁੱਤ ਸਿਰ ਆਪਣਾ ਫਲ ਦਿੰਦਾ ਹੈ, ਜਿਸ ਦੇ ਪੱਤੇ ਨਹੀਂ ਕੁਮਲਾਉਂਦੇ। ਕਿਉਂਕਿ ਕੌਣ ਆ? ਪਵਿੱਤਰ ਆਤਮਾ ਦੀ ਸਾਮਰਥ, ਪਵਿੱਤਰ ਆਤਮਾ ਫਿਰ ਉਹਦੇ ਉੱਪਰ ਛਾਇਆ ਕਰਦਾ ਆ। ਜਿਹੜਾ ਬੰਦਾ ਆਤਮਾ ਦੀ ਅਗਵਾਈ ਦੇ ਨਾਲ ਚੱਲਦਾ, ਉਹਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਕਦੇ ਵੀ ਆ ਸਕਦੀ। ਦਿੱਕਤਾਂ, ਪਰੇਸ਼ਾਨੀਆਂ ਉਹਦੇ ਕੋਲੋਂ ਦੀ ਲੰਘ ਜਾਂਦੀਆਂ, ਲੇਕਿਨ ਵਿਸ਼ਵਾਸ ਕਿਹਦੇ ਤੇ ਹੋਣਾ ਚਾਹੀਦਾ? ਵਿਸ਼ਵਾਸ ਪਰਮੇਸ਼ਵਰ ਦੇ ਵਚਨ ਤੇ ਹੋਣਾ ਚਾਹੀਦਾ, ਅਤੇ ਜੋ ਕੁਝ ਉਹ ਕਰੇ ਸੋ ਸਫਲ ਹੁੰਦਾ ਹੈ।
ਸਫਲ ਤਾਂ ਹੀ ਹੋਊਗਾ ਜੇ ਕੋਈ ਮਨੁੱਖ ਖੁਦਾ ਦੇ ਜਿਉਂਦੇ ਵਚਨ ਤੇ ਵਿਸ਼ਵਾਸ ਕਰੇ। ਜਦੋਂ ਕੋਈ ਮਨੁੱਖ ਖੁਦਾ ਦੇ ਜਿਉਂਦੇ ਵਚਨ ਤੇ ਵਿਸ਼ਵਾਸ ਕਰਦਾ ਆ ਤੇ ਸਭ ਕੁਝ ਸਫਲ ਹੋ ਜਾਂਦਾ ਆ। ਇਸ ਕਰਕੇ ਇਸ ਯੁੱਗ ਦੇ ਨਬੀ ਨੇ ਕਿਹਾ ਸਭ ਕੁਝ ਸੰਭਵ ਆ, ਕੇਵਲ ਤੇ ਕੇਵਲ ਕੀ ਕਰਨਾ ਆ? ਵਿਸ਼ਵਾਸ ਕਰਨਾ ਆ। ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭ ਕੁਝ ਸੰਭਵ ਆ। ਅੱਜ ਅਸੀਂ ਵੇਖ ਰਹੇ ਆ, ਅੱਜ ਵੋਟਾਂ ਦੇ ਦਿਨ ਚੱਲ ਰਹੇ ਆ, ਲੋਕ ਵਿਸ਼ਵਾਸ ਕਰ ਰਹੇ ਆ ਵੀ ਉਹ ਮੰਤਰੀ ਬਣ ਜਾਊਗਾ ਤੇ ਸਾਡੇ ਵਾਸਤੇ ਆਹ ਸੁਵਿਧਾ ਆ ਜਾਊਗੀ, ਜਾਂ ਉਹ ਮੁੱਖ ਮੰਤਰੀ ਬਣ ਜਾਊਗਾ ਸਾਡੇ ਵਾਸਤੇ ਆਹ ਸੁਵਿਧਾ ਆ ਜਾਊ। ਲੇਕਿਨ ਜਿਹੜੇ ਖੁਦਾਬੰਦ ਦੇ ਪਵਿੱਤਰ ਲੋਕ ਆ ਉਹ ਕਿਹਦੇ ਤੇ ਵਿਸ਼ਵਾਸ ਕਰਦੇ ਆ? ਮਨੁੱਖਾਂ ਤੇ ਨਹੀਂ, ਕਿਉਂਕਿ ਬਾਈਬਲ ਬਿਆਨ ਕਰਦੀ ਹੈ ਜੋ ਕੋਈ ਮਨੁੱਖਾਂ ਤੇ ਵਿਸ਼ਵਾਸ ਕਰੇ ਉਹ ਸ਼ਾਪਿਤ ਹੋਵੇ। ਵਿਸ਼ਵਾਸ ਕਿਹਦੇ ਤੇ ਕਰਨਾ? ਵਿਸ਼ਵਾਸ ਮਨੁੱਖਾਂ ਤੇ ਨਹੀਂ, ਸਰਕਾਰਾਂ ਤੇ ਨਹੀਂ, ਵਿਸ਼ਵਾਸ ਜਿਉਂਦੇ ਵਚਨ ਤੇ ਕਰਨਾ ਆ। ਕਿਉਂਕਿ ਤੁਹਾਨੂੰ ਪਤਾ ਹੈ ਜਿਹੜਾ ਵਚਨ ਆ, ਵਚਨ ਜੀਵਨ ਦੀ ਰੋਟੀ ਹੈ। ਯਿਸੂ ਮਸੀਹ ਨੇ ਕਿਹਾ ਮੈਂ ਜੀਵਨ ਦੀ ਰੋਟੀ ਆ। ਇਸ ਕਰਕੇ ਕਿਸੇ ਮਨੁੱਖ ਤੇ ਵਿਸ਼ਵਾਸ ਨਹੀਂ ਕਰਨਾ। ਅੱਜ ਬਹੁਤ ਲੋਕ ਚਰਚਾਂ ਨੂੰ ਛੱਡ ਕੇ ਚਲੇ ਗਏ ਆ। ਬਹੁਤ ਲੋਕ ਅੱਜ ਕਹਿ ਰਹੇ ਕਿ ਅਸੀਂ ਪਾਰਟੀ ਦੇ ਨਾਲ ਘੁੰਮਣਾ। ਬਹੁਤ ਲੋਕ ਚਰਚਾਂ ਨੂੰ ਛੱਡ ਕੇ ਅੱਜ ਪਾਰਟੀਆਂ ਦੇ ਵਿੱਚ ਘੁੰਮ ਰਹੇ ਆ, ਲੇਕਿਨ ਜਿਹਨੇ ਜੀਵਨ ਦੇਣਾ ਆ ਉਹਦੇ ਵੱਲ ਨਹੀਂ ਦੇਖਦੇ ਲੋਕ। ਚਰਚਾਂ ਨੂੰ ਛੱਡ ਕੇ ਅੱਜ ਲੋਕ ਇੱਧਰ ਉੱਧਰ ਜਾ ਰਹੇ ਆ, ਕੋਈ ਵੋਟ ਪਾਣ ਜਾ ਰਿਹਾ, ਕੋਈ ਵੋਟਾਂ ਬਾਅਦ ਚ ਵੀ ਪੈ ਸਕਦੀਆਂ। ਤੁਹਾਨੂੰ ਪਤਾ 2 ਵਜੇ ਤੋਂ ਬਾਅਦ ਵੀ ਵੋਟਾਂ ਪੈ ਸਕਦੀਆਂ, ਲੇਕਿਨ ਉਸ ਤੋਂ ਪਹਿਲਾਂ ਖੁਦਾ ਦੀ ਹਜ਼ੂਰੀ 'ਚ ਆਣਾ ਬਹੁਤ ਜ਼ਰੂਰੀ ਹੁੰਦਾ ਆ। ਲੇਕਿਨ ਅੱਜ ਲੋਕਾਂ ਦਾ ਭਰੋਸਾ ਵਚਨ ਤੇ ਨਹੀਂ ਆ, ਪੈਸੇ ਤੇ ਟਿਕ ਗਿਆ ਆ। ਇਸ ਕਰਕੇ ਜਿਹੜਾ ਵਿਸ਼ਵਾਸ ਹੋਣਾ ਚਾਹੀਦਾ ਉਹ ਮਨੁੱਖਾਂ ਤੇ ਵਿਸ਼ਵਾਸ ਨਹੀਂ ਹੋਣਾ ਚਾਹੀਦਾ, ਵਿਸ਼ਵਾਸ ਜਿਉਂਦੇ ਵਚਨ ਤੇ ਹੋਣਾ ਚਾਹੀਦਾ। ਕਿਉਂਕਿ ਵਚਨ ਹੀ ਜੀਵਨ ਦੀ ਰੋਟੀ ਆ। ਵਚਨ ਦੇ ਦੁਆਰਾ ਹੀ ਸਭ ਕੁਝ ਆ। ਵਚਨ ਨੂੰ ਛੱਡ ਕੇ ਕੁਝ ਵੀ ਨਹੀਂ ਮਿਲਣਾ। इस करके नबी ने क्या आया? नबी कहता जब आपको केवल एक ही काम करने की आवश्यकता है कि आप अपनी चंगियाई में और भी ऊपर उठ जाएं। आपको इस बात की जरूरत है कि आपके पास और भी ज्यादा विश्वास हो जाए और आप बस विश्वास में ऊपर की ओर बढ़ने के लिए जोर लगाते रहें। वो कहता विश्वास दे विच वधण दे लई जोर लगाते रहो। हुण जोर लगूगा किदां? ਉਹ जोर लगाने दे वास्ते प्रार्थना करनी पैनी आ। ਜਦੋਂ ਤੁਸੀਂ ਪ੍ਰਾਰਥਨਾ ਕਰੋਗੇ ਤੰਗੀਆਂ ਮੁਸੀਬਤਾਂ ਪਰੇਸ਼ਾਨੀਆਂ ਦੇ ਵਿੱਚ ਤੁਹਾਡਾ ਵਿਸ਼ਵਾਸ ਵੀ ਵਧੇਗਾ। ਲੇਕਿਨ ਬਹੁਤ ਵਿਸ਼ਵਾਸੀ ਤੰਗੀਆਂ ਮੁਸੀਬਤਾਂ ਪਰੇਸ਼ਾਨੀਆਂ ਦੇ ਵਿੱਚ ਪ੍ਰਾਰਥਨਾ ਛੱਡ ਦਿੰਦੇ ਆ। ਇਹਨੂੰ ਵਿਸ਼ਵਾਸੀ ਨਹੀਂ ਕਿਹਾ ਜਾਂਦਾ। ਅਸਲ ਵਿਸ਼ਵਾਸੀ ਉਹ ਹੁੰਦਾ ਆ ਜਿਹੜਾ ਮੁਸੀਬਤਾਂ ਤੰਗੀਆਂ ਦੇ ਵਿੱਚ ਵੀ ਉਹਦਾ ਮਨ ਨਹੀਂ ਡੋਲਦਾ, ਉਹ ਡੋਲਦਾ ਨਹੀਂ ਆ, ਉਸ ਤੇ ਖੜਾ ਰਹਿੰਦਾ ਆ ਤੇ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰਦਾ। ਜਿੱਦਾਂ ਸ਼ਰਦਕ ਮੇਸ਼ਕ ਅਬਦਨਗੋ ਦੇ ਉੱਪਰ ਵਿਪਤਾ ਆਈਆਂ, ਪਰੇਸ਼ਾਨੀਆਂ ਆਈਆਂ, लेकिन उन्होंने की कीता? वो रोए नहीं, डगमगाए नहीं, वो विपता परेशानियां दे विच भी खुदा दी महिमा करते रहे, प्रार्थना करते रहे। इनू कहते आ विश्वास वाली प्रार्थना। ये हुंदा विश्वासी। अगर आप बीमार हैं और आप एक सच्चे मसीह नहीं हैं तो आप ठीक इसी समय एक सच्चे मसीही बन जाएं। वो कहता जे तुसी बीमार हो, पापी हो, तुसी सच्चे मसीह नहीं हो। सच्चा मसीह का मतलब ये, सच्चे मसीह ये नहीं हुंदा सी चर्च आ गए तो असीं मसीह बन गए। सच्चे मसीह का मतलब हुंदा खुदा दा वचन तुहाडे अंदर हो के बोले। इनू कहंदे सच्चे मसीह। जे तुसीं सच्चे मसीह नहीं हो तो एक सच्चे मसीह बन जाओ। एक सच्चा मसीह बनने के द्वारा चंगा करने वाली वह सामर्थ आपके भीतर आ जाए। वो कहंदा वो सामर्थ तुहाडे अंदर आ जाऊगी फिर, और वही आपको पाप से ऊपर चलने का विश्वास प्रदान करेगी। यह आपको विश्वास देगी, सामर्थ विश्वास दोगी। लेकिन उसके लिए घुटने टेकने पैने आ, अंगीकार करना पैना प्रभु यीशु मसीह भी तू ही मेरा मुक्तिदाता, तू सब कुछ मेरे वास्ते कर सकदा है। सब कुछ विश्वास दे द्वारा आ, बिना विश्वास तो कुछ भी नहीं हो सकता। इस करके भाई ब्रैनम ने कहा पर इसका कोई मतलब नहीं। हुण विश्वास भी किद्दां दा होना चाहिए, प्रार्थना भी किद्दां दी होनी चाहिए। प्रार्थना दे विच भी विश्वास होना चाहिए। जे तुसीं प्रार्थना कर रहे हो तुहानूं विश्वास वाली प्रार्थना भी आनी चाहिए। इदां नहीं भी तुसीं प्रार्थना करी जा रहे हो कुछ भी अपने मतलब दे लई ते तुसीं कह रहे जी मैं विश्वासी हाँ। इस तरह नहीं हुंदा। इस करके नबी ने कहा पर इसका कोई मतलब नहीं कि तुसीं कितनी प्रार्थना करते हो, तुसीं कदे भी माफ नहीं किते जाओगे। जिन्नी मर्जी प्रार्थना करो तुसी माफ नहीं किते जाओगे जदों तक तुसी ये विश्वास नहीं करते हो कि तुहानू माफ कर दिता गया है।
ਕਦੋਂ ਮਾਫ ਕਰ ਦਿੱਤਾ ਗਿਆ? ਜਦੋਂ ਕਲਵਰੀ ਕਰੂਸ ਤੇ ਤੁਹਾਨੂੰ ਵਿਸ਼ਵਾਸ ਕਰਨਾ ਪੈਣਾ, ਪ੍ਰਭੂ ਜੀ ਮੇਰੇ ਲਈ, ਮੁਝ ਪਾਪੀ ਦੇ ਲਈ ਤੂੰ ਕਲਵਰੀ ਕਰੂਸ ਦੇ ਉੱਪਰ ਜਾਨ ਦਿੱਤੀ। ਤੁਹਾਨੂੰ ਇਹ ਵਿਸ਼ਵਾਸ ਕਰਨਾ ਪੈਣਾ ਆ, ਫਿਰ ਤੁਸੀਂ ਮਾਫ ਕੀਤੇ ਜਾਂਦੇ ਹੋ, ਫਿਰ ਤੁਸੀਂ ਮੰਨਦੇ ਹੋ ਕਿ ਤੁਸੀਂ ਹੋ, ਫਿਰ ਉਸੇ ਤਰ੍ਹਾਂ ਜਿਵੇਂ ਤੁਸੀਂ ਹੋ, ਕਹਿੰਦਾ ਜਿਵੇਂ, ਫਿਰ ਤੁਸੀਂ ਉਸੇ ਤਰ੍ਹਾਂ ਜੀਓ ਜਿਵੇਂ ਤੁਸੀਂ ਹੋ। ਕਹਿੰਦਾ ਫਿਰ ਤੁਹਾਨੂੰ ਉਸੇ ਤਰ੍ਹਾਂ ਜੀਣਾ ਪੈਣਾ ਜਿੱਦਾਂ ਦੇ ਤੁਸੀਂ ਹੈਗੇ ਹੋ ਫਿਰ। ਅਤੇ ਅਜੇ ਤੱਕ ਵੀ ਕੋਈ ਨਹੀਂ ਜਾਣੇਗਾ, ਕੋਈ ਮਤਲਬ ਨਹੀਂ ਕਿ ਤੁਸੀਂ ਕਿੰਨਾ ਰੋਂਦੇ ਹੋ, ਤੁਸੀਂ ਕਿੰਨੀ ਪ੍ਰਾਰਥਨਾ ਕਰਦੇ ਹੋ, ਤੁਸੀਂ ਕਿੰਨਾ ਸ਼ੋਰ ਕਰਦੇ ਹੋ, ਕਿੰਨੀ ਕੁ ਵਾਰ ਤੁਸੀਂ ਪਰਾਈ ਭਾਖਾ ਵਿੱਚ ਬੋਲਦੇ ਹੋ ਜਾਂ ਕੁਝ ਹੋਰ ਤੁਸੀਂ ਕਰਦੇ ਹੋ, ਤੁਸੀਂ ਹਾਲੇ ਵੀ ਜਦੋਂ ਤੱਕ ਤੁਹਾਡੇ ਅੰਦਰ ਆਤਮਾ ਦੇ ਫਲ ਗਵਾਹੀ ਨਾ ਦੇਣ, ਤੁਸੀਂ ਉਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਪਛਾਣੋਗੇ। ਉਹ ਕਹਿੰਦਾ ਵੀ ਤੁਸੀਂ ਪ੍ਰਾਰਥਨਾ ਕਰਦੇ ਹੋ, ਸਭ ਕੁਝ ਕਰਦੇ ਹੋ, ਲੇਕਿਨ ਜਦੋਂ ਤੱਕ ਆਤਮਾ ਦੇ ਫਲ ਹੀ ਗਵਾਹੀ ਨਾ ਦੇਣ। ਹੁਣ ਦੋ ਮਨੁੱਖ ਪ੍ਰਾਰਥਨਾ ਕਰ ਰਹੇ ਆ, ਕਿੱਦਾਂ ਪਤਾ ਲੱਗੂ ਇੱਕ ਮਨੁੱਖ ਸਹੀ ਆ, ਕਿਹੜਾ ਵਿਸ਼ਵਾਸੀ ਆ ਕਿਹੜਾ ਨਹੀਂ? ਪ੍ਰਾਰਥਨਾ ਤੇ ਦੋਨੋਂ ਹੀ ਕਰ ਰਹੇ ਆ, ਲੇਕਿਨ ਫਲਾਂ ਤੋਂ ਪਤਾ ਲੱਗੂਗਾ ਕਿਹੜਾ ਮਨੁੱਖ ਵਿਸ਼ਵਾਸੀ ਆ ਤੇ ਕਿਹੜਾ ਢੋਂਗੀ ਆ। ਫਲਾਂ ਦੇ ਦੁਆਰਾ ਪਤਾ ਲੱਗਦਾ। ਤੁਹਾਨੂੰ ਪਤਾ ਜਦੋਂ ਜ਼ਮੀਨ ਦੇ ਵਿੱਚ ਕੁਝ ਬੀਜਿਆ ਜਾਂਦਾ ਆ, ਜ਼ਮੀਨ ਦੇ ਵਿੱਚ ਕੁਝ ਬੀਜਿਆ ਜਾਂਦਾ ਆ, ਜਦੋਂ ਉਹਦੇ ਵਿੱਚ ਕਣਕ ਬੀਜੀ ਜਾਂਦੀ ਜ਼ਮੀਨ ਦੇ ਵਿੱਚ, ਕਈ ਵਾਰ ਕੁਝ ਹੋਰ ਵੀ ਜੰਗਲੀ ਬੂਟੀ ਨਾਲ ਉਗਦੀ ਆ, ਲੇਕਿਨ ਉਸ ਸਮੇਂ ਨਹੀਂ ਪਤਾ ਲੱਗਦਾ। ਲੇਕਿਨ ਜਦੋਂ ਫਲ ਨਿਕਲਦੇ ਆ ਫਿਰ ਪਤਾ ਲੱਗਦਾ ਵੀ ਕਣਕ ਨਿਕਲ ਗਈ ਆ। ਇੱਕ ਕਣਕ ਦੀ ਡੁਪਲੀਕੇਟ ਵੀ ਨਾਲ ਉਗਦੀ ਆ, ਜਦੋਂ ਕਣਕ ਬੀਜੀ ਜਾਂਦੀ ਆ ਉਹ ਕਣਕ ਵਰਗੀ ਲੱਗਦੀ, ਲੇਕਿਨ ਜਦੋਂ ਵੱਡੇ ਹੁੰਦੇ ਆ ਦੋਨੋਂ ਫਿਰ ਪਤਾ ਲੱਗਦਾ ਵੀ ਕਣਕ ਅਸਲੀ ਕਣਕ ਕੌਣ ਆ ਤੇ ਨਕਲੀ ਕਣਕ ਕੌਣ ਆ। ਇਸੇ ਤਰ੍ਹਾਂ ਫਲਾਂ ਦੇ ਦੁਆਰਾ ਪਤਾ ਲੱਗਦਾ ਵੀ ਅਸਲੀ ਵਿਸ਼ਵਾਸੀ ਕੌਣ ਆ। ਚਰਚ ਜਾਣ ਦੇ ਨਾਲ ਕੋਈ ਵਿਸ਼ਵਾਸੀ ਨਹੀਂ ਬਣਦਾ, ਪ੍ਰਾਰਥਨਾ ਕਰਨ ਦੇ ਨਾਲ ਕੋਈ ਵਿਸ਼ਵਾਸੀ ਨਹੀਂ ਬਣਦਾ, ਫਾਸਟ ਰੱਖਣ ਦੇ ਨਾਲ ਕੋਈ ਵਿਸ਼ਵਾਸੀ ਨਹੀਂ ਬਣਦਾ। ਇੱਥੇ ਤੱਕ ਕਿ 9 ਵਰਦਾਨਾਂ ਦੇ ਵਿੱਚੋਂ ਭਾਵੇਂ 9 ਵਰਦਾਨ ਤੁਹਾਡੇ ਹੋਣ ਤਾਂ ਵੀ ਤੁਸੀਂ ਵਿਸ਼ਵਾਸੀ ਨਹੀਂ, ਜਦੋਂ ਤੱਕ ਵਚਨ ਤੁਹਾਡੇ ਅੰਦਰ ਨਾ ਹੋਵੇ, ਪ੍ਰੇਮ ਤੁਹਾਡੇ ਅੰਦਰ ਨਾ ਹੋਵੇ, ਉਹ ਕਰਾਰ ਕੀਤਾ ਹੋਇਆ ਪਵਿੱਤਰ ਆਤਮਾ ਤੁਹਾਡੇ ਅੰਦਰ ਨਾ ਹੋਵੇ। ਅੱਜ ਬਹੁਤ ਲੋਕ ਕਹਿੰਦੇ ਆ ਮੇਰੇ ਕੋਲ ਵਰਦਾਨ ਆ, ਮੈਂ ਪ੍ਰਾਰਥਨਾ ਕਰਦਾ ਇਹ ਹੋ ਜਾਂਦਾ, ਮੈਂ ਪ੍ਰਾਰਥਨਾ ਕਰਦੀ ਇਹ ਹੋ ਜਾਂਦਾ ਆ, ਮੈਂ ਜੋ ਬੋਲਦਾ ਉਹ ਹੋ ਜਾਂਦਾ, ਮੈਂ ਭਿਖਵਾਣੀ ਕਰਦਾ ਮੈਂ ਭਿਖਵਾਣੀ ਕਰਦੀ ਆ। ਕੋਈ ਮਤਲਬ ਨਹੀਂ ਜਦੋਂ ਤੱਕ ਉਸ ਮਨੁੱਖ ਦੇ ਅੰਦਰ ਕਰਾਰ ਕੀਤਾ ਹੋਇਆ ਪਵਿੱਤਰ ਆਤਮਾ ਹੀ ਨਾ ਹੋਵੇ, ਉਹ ਪ੍ਰੇਮ ਹੀ ਅੰਦਰ ਨਾ ਹੋਵੇ, ਜਿੱਦ ਤੱਕ ਵਚਨ ਅੰਦਰ ਨਾ ਹੋਵੇ। ਕੋਈ ਜੋ ਮਰਜ਼ੀ ਕਰੀ ਜਾਵੇ। ਭਾਈ ਬ੍ਰੈਨਮ ਨੇ ਕਿਹਾ ਜਿੰਨੇ ਵੀ ਵਰਦਾਨ ਆ ਇਹ ਸਭ ਬਿਨਾਂ ਤੋਬਾ ਤੋਂ ਮਿਲ ਜਾਂਦੇ ਆ, ਬਿਨਾਂ ਤੋਬਾ ਤੋਂ ਵਰਦਾਨ ਆ। ਵਰਦਾਨ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਬੰਦਾ ਆਤਮਿਕ ਆ ਜਾਂ ਉਹ ਬੰਦੇ ਦੇ ਅੰਦਰ ਖੁਦਾ ਦਾ ਆਤਮਾ ਕੰਮ ਕਰ ਰਿਹਾ, ਕਿਉਂਕਿ ਭਾਈ ਬ੍ਰੈਨਮ ਨੇ ਕਿਹਾ ਕਈ ਵਾਰ ਸ਼ੈਤਾਨ ਵੀ ਮਨੁੱਖ ਦੇ ਅੰਦਰ ਕੰਮ ਕਰਦਾ ਹੈ। ਲੇਕਿਨ ਫਲਾਂ ਤੋਂ ਤੁਸੀਂ ਪਛਾਣੋਗੇ, ਫਲਾਂ ਤੋਂ ਪਤਾ ਲੱਗਦਾ ਵੀ ਕਿਹੜਾ ਮਨੁੱਖ ਆਤਮਿਕ ਆ ਕਿਹੜਾ ਸਰੀਰਕ ਆ। ਵਰਦਾਨਾਂ ਦੇ ਨਾਲ ਅਸੀਂ ਗੈਸ ਨਹੀਂ ਲਗਾ ਸਕਦੇ ਵੀ ਅੱਜ ਕੋਈ ਕਹੂਗਾ ਜੀ ਬਹੁਤ ਸਾਮਰਥ ਉਸ ਚਰਚ 'ਚ ਉਤਰ ਰਹੀ ਆ, ਉੱਥੇ ਬੜੀ ਚੰਗਿਆਈਆਂ ਹੋ ਰਹੀ ਜੀ, ਇਹਨਾਂ ਦੇ ਅੰਦਰ ਪਵਿੱਤਰ ਆਤਮਾ ਆ। ਇਹ ਤਾਂ ਸਿਰਫ ਵਰਦਾਨ ਨੇ, ਵਰਦਾਨਾਂ ਦੁਆਰਾ ਨਹੀਂ ਪਤਾ ਲੱਗਦਾ। ਲੇਕਿਨ ਵਿਸ਼ਵਾਸੀ ਉਹ ਹੁੰਦਾ ਜਿਹੜਾ ਵਚਨ ਤੇ ਆਮੀਨ ਬੋਲਦਾ। ਹੁਣ ਤੁਸੀਂ ਦੇਖੋ ਇੱਕ ਭੈਣ ਭਾਈ ਗੈਰ ਭਾਸ਼ਾ ਬੋਲਦਾ ਆ, ਉਹੀ ਭੈਣ ਭਾਈ ਪ੍ਰਭੂ ਯੀਸ਼ੂ ਮਸੀਹ ਦੇ ਬੈਪਟਾਈਜ਼ ਦਾ ਇਨਕਾਰ ਕਰ ਦਿੰਦਾ। ਸੋਚਣ ਵਾਲੀ ਗੱਲ ਆ। ਉਹੀ ਮਨੁੱਖ ਉਹਦਾ ਇਨਕਾਰ ਕਰਦਾ, ਫਿਰ ਉਹ ਕਹਿੰਦਾ ਮੇਰੇ ਅੰਦਰ ਪਵਿੱਤਰ ਆਤਮਾ। ਇਹ ਗੱਲ ਸਮਝ ਨਹੀਂ ਲੱਗਦੀ ਕਿਹੜਾ ਪਵਿੱਤਰ ਆਤਮਾ ਅੰਦਰ ਆ। ਵਚਨ ਦਾ ਕਦੇ ਵਿਰੋਧ ਨਹੀਂ ਕਰਦਾ। ਜੇ ਅੰਦਰ ਪਵਿੱਤਰ ਆਤਮਾ ਹੋਵੇ ਤਾਂ ਇਹ ਨਾ ਪਤਾ ਹੋਵੇ ਵੀ ਬੈਪਟਾਈਜ਼ ਕਿਹਦੇ ਨਾਮ ਦੇ ਵਿੱਚ ਆ, ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ 'ਚ ਬੈਪਟਾਈਜ਼ ਆ ਜਾਂ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਬੈਪਟਾਈਜ਼ ਆ। ਲੇਕਿਨ ਇਹ ਭੇਦ ਕੌਣ ਖੋਲਦਾ? ਖੁਦ ਪਵਿੱਤਰ ਆਤਮਾ। ਕਰਾਰ ਕੀਤਾ ਹੋਇਆ ਪਵਿੱਤਰ ਆਤਮਾ ਭੇਦ ਖੋਲਦਾ ਸਾਰੇ। ਲੇਕਿਨ ਅੱਜ ਮਨੁੱਖਾਂ ਨੇ ਆਪਣੇ ਸਿਸਟਮ ਬਣਾ ਲਏ ਆ, ਹਰ ਕੋਈ ਆਪਣੀ ਮਰਜ਼ੀ ਦੇ ਨਾਲ ਜੀਵਨ ਬਤੀਤ ਕਰਦਾ ਆ। ਇੱਥੇ ਤੱਕ ਕਿ ਪ੍ਰਚਾਰਕ ਵੀ ਜੋ ਉਹਨਾਂ ਦੇ ਮਤ ਸਿਧਾਂਤ ਆ ਉਹਦੇ ਅਨੁਸਾਰ ਪ੍ਰਚਾਰ ਕਰਦੇ ਆ, ਲੇਕਿਨ ਪ੍ਰਕਾਸ਼ਨ ਵਾਲਾ ਪ੍ਰਚਾਰ ਕੌਣ ਕਰਦਾ? ਪ੍ਰਕਾਸ਼ਨ ਵਾਲਾ ਪ੍ਰਚਾਰ ਉਹੀ ਕਰ ਸਕਦਾ ਜਿਨੇ ਭਾਈ ਵਿਲੀਅਮ ਮੈਰੀਅਨ ਬ੍ਰੈਨਮ ਦੇ ਸੰਦੇਸ਼ ਨੂੰ ਗ੍ਰਹਿਣ ਕੀਤਾ ਹੈ, ਜਿਹਦੇ ਪਾਪ ਮਾਫ ਹੋਏ ਆ। ਬਾਕੀ ਸਾਰੇ ਦੇ ਸਾਰੇ ਅੰਨੇ ਆ, ਤੇ ਅੰਨੇ ਦੇ ਨਾਲ ਜਿਹੜਾ ਜਾਊਗਾ ਉਹ ਵੀ ਖੂਹ 'ਚ ਜਾਂਦਾ ਹੈ। ਅੱਜ ਲੋਕੀ ਅੰਨਿਆਂ ਦੇ ਪਿੱਛੇ ਲੱਗੇ। ਅੰਨੇ ਦਾ ਮਤਲਬ ਹੁੰਦਾ ਜਿਨ੍ਹਾਂ ਦੇ ਕੋਲ ਲਾਈਟ ਨਹੀਂ ਆ, ਪ੍ਰਕਾਸ਼ਨ ਨਹੀਂ ਆ। ਅੱਜ ਬੜੇ ਲੋਕ ਭਗਤੀਆਂ ਕਰ ਰਹੇ ਆ। ਤੁਹਾਨੂੰ ਪਤਾ ਹੈ ਕਿ ਕਾਰ ਨੂੰ ਜਦੋਂ ਲੈ ਕੇ ਜਾਇਆ ਜਾਵੇ ਹਨੇਰੇ ਦੇ ਵਿੱਚੋਂ, ਕਾਰ ਬੜੀ ਸਪੀਡ ਦੇ ਨਾਲ ਜਾ ਸਕਦੀ ਆ, ਲੇਕਿਨ ਜੇ ਕਾਰ ਦੇ ਅੰਦਰ ਲਾਈਟਾਂ ਨਾ ਹੋਵੇ, ਰੋਸ਼ਨੀ ਨਾ ਹੋਵੇ, ਤੇ ਉਹ ਕਿਤੇ ਵੀ ਉਹਦਾ ਐਕਸੀਡੈਂਟ ਹੋ ਸਕਦਾ। ਜਿਹੜੇ ਉਹਦੇ ਵਿੱਚ ਬੈਠੇ ਉਹ ਮਾਰੇ ਜਾ ਸਕਦੇ ਆ। ਲੇਕਿਨ ਜੇ ਲਾਈਟ ਹੋਵੇ ਤੇ ਹਨੇਰੇ ਦੇ ਵਿੱਚ ਵੀ ਉਹ ਲਾਈਟ ਦੇ ਦੁਆਰਾ ਉਹ ਦੇਖ ਕੇ ਉਹ ਕਾਰ ਅੱਗੇ ਜਾ ਸਕਦੀ ਆ।
ਇਸੇ ਤਰ੍ਹਾਂ ਇੱਕ ਮਸੀਹ ਜੀਵਨ ਹੁੰਦਾ, ਜਦੋਂ ਮਸੀਹ ਜੀਵਨ ਦੇ ਅੰਦਰ ਪ੍ਰਕਾਸ਼ ਨਾ ਹੋਵੇ ਤੇ ਮਨੁੱਖਾਂ ਨੂੰ ਚੱਲਣਾ ਬੜਾ ਔਖਾ ਲੱਗਦਾ, ਫਿਰ ਉਹ ਚੱਲ ਨਹੀਂ ਸਕਦੇ ਕਿਉਂਕਿ ਹਨੇਰਾ ਹੀ ਹਨੇਰਾ ਹੁੰਦਾ ਆ। ਲੇਕਿਨ ਜਦੋਂ ਪ੍ਰਕਾਸ਼ ਹੁੰਦਾ ਆ ਉਦੋਂ ਮਨੁੱਖ ਸਭ ਕੁਝ ਵੇਖਦਾ ਆ। ਤੇ ਜਿਹਦੇ ਅੰਦਰ ਪ੍ਰਕਾਸ਼ ਹੁੰਦਾ ਉਹ ਕਹਿ ਸਕਦਾ ਤੇਰੇ ਮੂੰਹ ਤੇ ਕਾਲਕ ਲੱਗੀ ਆ। ਲੇਕਿਨ ਜਿਹੜਾ ਮਨੁੱਖ ਖੁਦ ਅੰਨਾ ਆ, ਅੰਨਾ ਅੰਨੇ ਨੂੰ ਰਾਹ ਨਹੀਂ ਵਿਖਾ ਸਕਦਾ। ਇਸੇ ਤਰ੍ਹਾਂ ਅੱਜ ਬਹੁਤ ਲੋਕ ਆਪਣੇ ਆਪ ਨੂੰ ਵਿਸ਼ਵਾਸੀ ਕਹਿੰਦੇ ਆ, ਲੇਕਿਨ ਜਦੋਂ ਤੱਕ ਕਰਾਰ ਕੀਤਾ ਹੋਇਆ ਪਵਿੱਤਰ ਆਤਮਾ ਦੇ ਫਲ ਉਹਨਾਂ ਦੇ ਅੰਦਰ ਨਾ ਹੋਣ ਤੇ ਉਹ ਨਾ ਤੇ ਆਪਣੇ ਜੀਵਨ ਨੂੰ ਬਚਾ ਸਕਦੇ, ਨਾ ਕਿਸੇ ਹੋਰ ਦੇ ਜੀਵਨ ਨੂੰ ਬਚਾ ਸਕਦੇ ਆ। ਇਸ ਕਰਕੇ ਨਬੀ ਨੇ ਕਿਹਾ ਤੁਸੀਂ ਕਿੰਨੀ ਪ੍ਰਾਰਥਨਾ ਕਰਦੇ ਹੋ, ਪਰਾਈ ਭੁਲੇਖਾ ਬੋਲਦੇ ਹੋ, ਕੁਝ ਵੀ ਕਰਦੇ ਹੋ, ਕੋਈ ਮਤਲਬ ਨਹੀਂ ਇਸ ਦਾ, ਜਦੋਂ ਤੱਕ ਤੁਹਾਡੇ ਅੰਦਰ ਜਿਹੜੇ ਆਤਮਾ ਦੇ ਫਲ ਗਵਾਹੀ ਨਾ ਦੇਣ। ਇਸ ਕਰਕੇ ਆਤਮਾ ਦੇ ਫਲਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਦਾ ਕੋਈ ਮਤਲਬ ਨਹੀਂ ਕਿ ਤੁਸੀਂ ਬਾਹਰਲਾ ਪ੍ਰਦਰਸ਼ਨ ਕੀ ਦਿੰਦੇ ਹੋ, ਜਿੱਥੇ ਤੱਕ ਅੰਦਰੂਨੀ ਗੱਲ ਹੈ ਇਹ ਪਵਿੱਤਰ ਆਤਮਾ ਹੈ, ਇਹ ਆਤਮਾ ਦੇ ਫਲ ਹੋਣਗੇ ਧੀਰਜ, ਭਲਾਈ, ਨਰਮਾਈ, ਸਬਰ, ਵਫਾਦਾਰੀ, ਵਿਸ਼ਵਾਸ ਅਤੇ ਸੰਜਮ। ਸ਼ੈਤਾਨ ਕਿਸੇ ਵੀ ਤਰ੍ਹਾਂ ਦੇ ਵਰਦਾਨ ਦੀ ਨਕਲ ਕਹਿੰਦਾ ਕਰ ਸਕਦਾ ਹੈ, ਪਰ ਉਹ ਪਿਆਰ ਦੀ ਨਕਲ ਨਹੀਂ ਕਰ ਸਕਦਾ। ਪਰਮੇਸ਼ਵਰ ਪਿਆਰ ਹੈ, ਇਹ ਠੀਕ ਹੈ, ਵੇਖਿਆ ਸ਼ੈਤਾਨ ਪਿਆਰ ਨਹੀਂ ਕਰ ਸਕਦਾ। ਸ਼ੈਤਾਨ ਕੋ ਪ੍ਰੇਮ ਨਹੀਂ ਆ, ਪਿਆਰ ਨਹੀਂ ਆ ਸ਼ੈਤਾਨ ਦੇ ਕੋਲ, ਉਹ ਪਿਆਰ ਨਹੀਂ ਕਰ ਸਕਦਾ। ਹੁਣ ਪਿਆਰ ਵੀ ਦੋ ਤਰ੍ਹਾਂ ਦੇ ਆ, ਬਾਈਬਲ ਬਿਆਨ ਕਰਦੀ ਆ, ਇੱਕ ਅਗਾਪੇ ਪਿਆਰ ਆ, ਇੱਕ ਫਿਲਪੀਓ ਪਿਆਰ ਆ। ਪਿਆਰ ਵੀ ਦੋ ਤਰ੍ਹਾਂ ਦੇ। ਹੁਣ ਪਿਆਰ ਨੂੰ ਵੀ ਸਮਝਣ ਦੀ ਲੋੜ ਆ। ਸਰੀਰਕ ਪਿਆਰ 'ਚ ਲੋਕ ਵੜ ਜਾਂਦੇ, ਉਹ ਕਹਿੰਦੇ ਦੇਖਿਆ ਉਹ ਭੈਣ ਭਾਈ ਦੇ ਅੰਦਰ ਖੁਦਾ ਦਾ ਪਵਿੱਤਰ ਆਤਮਾ ਕੰਮ ਕਰਦਾ, ਉਹ ਤੇ ਬੜੀ ਤਮੀਜ਼ ਨਾਲ ਬੋਲਦੀ, ਬੜੇ ਤਮੀਜ਼ ਨਾਲ ਬੋਲਦਾ। ਇਹ ਮੂੰਹ ਦੀ ਬੋਲੀ ਦੇ ਨਾਲ ਨਹੀਂ ਅਸੀਂ ਜਾਂਚ ਸਕਦੇ ਵੀ ਉਹ ਬੰਦਾ ਆਤਮਿਕ ਆ। ਆਤਮਾ ਦੇ ਫਲਾਂ ਦੇ ਦੁਆਰਾ ਜਦੋਂ ਅਸੀਂ ਕਿਸੇ ਭੈਣ ਭਾਈ ਨਾਲ ਗੱਲ ਕਰਦੇ ਆ ਵਚਨ ਦੀ, ਵੀ ਬਪਤਿਸਮਾ ਤਾਂ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਆ। ਭੈਣ ਤੂੰ ਚਰਚ ਜਾਨੀ ਆ, ਤੈਨੂੰ ਇਹ ਨਹੀਂ ਪਤਾ ਮੇਕਅਪ ਨਹੀਂ ਕਰਨਾ, ਤੇਰਾ ਪਾਸਟਰ ਤੈਨੂੰ ਮਨਾ ਨਹੀਂ ਕਰਦਾ। ਉਹ ਅੱਗੇ ਕਹਿੰਦੀ ਤੈਨੂੰ ਪਤਾ ਨਹੀਂ ਮੇਰੇ ਅੰਦਰ ਤਾਂ ਗੈਰ ਭਾਸ਼ਾ ਮੈਂ ਬੋਲਦੀ, ਮੇਰੇ ਅੰਦਰ ਪਵਿੱਤਰ ਆਤਮਾ। ਇੱਥੇ ਹੀ ਪਤਾ ਲੱਗ ਜਾਂਦਾ ਆ, ਕਿਉਂਕਿ ਜਿਹੜਾ ਪਵਿੱਤਰ ਆਤਮਾ ਜਦੋਂ ਕਿਸੇ ਭੈਣ ਭਾਈ ਦੇ ਅੰਦਰ ਹੁੰਦਾ ਤੇ ਉਹ ਗੰਦਗੀ ਨਹੀਂ ਕਰਨ ਦਿੰਦਾ। ਇਹਦਾ ਮਤਲਬ ਵੀ ਪਵਿੱਤਰ ਆਤਮਾ ਨਹੀਂ, ਕੁਝ ਹੋਰ ਹੀ ਅੰਦਰ ਬੈਠਾ ਆ। ਫਿਰ ਲੋਕ ਕਿਸ ਤਰ੍ਹਾਂ ਆਪਣੇ ਆਪ ਨੂੰ ਵਿਸ਼ਵਾਸੀ ਕਹਿ ਸਕਦੇ ਆ? ਇਸ ਕਰਕੇ ਨਬੀ ਨੇ ਕਿਹਾ ਸ਼ੈਤਾਨ ਕਿਸੇ ਵੀ ਵਰਦਾਨ ਦੀ ਨਕਲ ਕਰ ਸਕਦਾ ਆ, ਕਿਸੇ ਵੀ ਪ੍ਰਗਟਾਵੇ ਦੀ ਨਕਲ ਕਰ ਸਕਦਾ, ਪਰ ਉਹ ਪਿਆਰ ਦੀ ਨਕਲ ਨਹੀਂ ਕਰ ਸਕਦਾ। ਤੇ ਪਿਆਰ ਕੌਣ ਆ? ਪਰਮੇਸ਼ਵਰ ਹੀ ਪਿਆਰ। ਜਿਹਦੇ ਅੰਦਰ ਪਰਮੇਸ਼ਵਰ ਆ ਉਹਦੇ ਅੰਦਰ ਖੁਦਾ ਦਾ ਪਿਆਰ ਹੁੰਦਾ ਆ, ਉਹਦੇ ਅੰਦਰ ਹੀ ਪਿਆਰ ਹੁੰਦਾ ਆ। ਬਹੁਤ ਲੋਕ ਜਿਹੜੇ ਹੁੰਦੇ ਆ, ਜੇ ਅਸੀਂ ਸਰੀਰਕ ਤੌਰ ਤੇ ਵੀ ਲਗਾਈਏ, ਰਿਸਪੈਕਟ ਕਰਦੇ ਆ, ਇੱਕ ਦੂਜੇ ਦੀ ਰਿਸਪੈਕਟ ਕਰਦੇ ਆ। ਮਸੀਹ ਲੋਕਾਂ ਦੀ ਰਿਸਪੈਕਟ ਕਰਦੇ ਆ, ਲੇਕਿਨ ਜਦੋਂ ਗੱਲ ਵਚਨ ਦੀ ਆਂਦੀ ਆ ਫਿਰ ਉਹ ਵਿਰੋਧੀ ਬਣ ਜਾਂਦੇ। ਫਿਰ ਮਸੀਹ ਦਾ ਪਿਆਰ ਕਿੱਥੇ ਚਲਾ ਜਾਂਦਾ ਆ? ਫਿਰ ਕਿਉਂ ਅੱਡ ਹੋ ਜਾਂਦੇ ਉਹ ਲੋਕ? ਇਸੇ ਤਰ੍ਹਾਂ ਜਦੋਂ ਸੰਦੇਸ਼ ਦੇ ਭੈਣ ਭਾਈ ਜਾ ਕੇ ਮਿਸ਼ਨਾਂ ਦੇ ਵਿੱਚ ਗੱਲ ਕਰਦੇ ਆ ਵੀ ਬਾਈਬਲ ਤਾਂ ਆਹ ਬਿਆਨ ਕਰਦੀ ਆ, ਫਿਰ ਤੁਸੀਂ ਉਹਨਾਂ ਲੋਕਾਂ ਦਾ ਰਵੱਈਆ ਦੇਖਿਓ ਜਿਹੜੇ ਆਪਣੇ ਆਪ ਨੂੰ ਵਿਸ਼ਵਾਸੀ ਕਹਿੰਦੇ। ਇਸ ਕਰਕੇ ਵਿਸ਼ਵਾਸੀ ਉਹੀ ਹੁੰਦਾ ਜਿਹੜਾ ਵਚਨ ਨੂੰ ਪਹਿਲ ਦਿੰਦਾ ਆ। ਜਿਹੜਾ ਵਚਨ ਨੂੰ ਪਹਿਲ ਨਹੀਂ ਦਿੰਦਾ ਉਹ ਵਿਸ਼ਵਾਸੀ ਨਹੀਂ ਹੁੰਦਾ। ਇਹੋ ਜਿਹੇ ਲੋਕਾਂ ਨੂੰ ਢੋਂਗੀ ਵਿਸ਼ਵਾਸੀ ਕਿਹਾ ਗਿਆ ਹੈ। ਇਹੋ ਜਿਹੇ ਲੋਕ ਢੋਂਗੀ ਵਿਸ਼ਵਾਸੀ ਹੁੰਦੇ ਜਿਹੜੇ ਵਚਨ ਦਾ ਵਿਰੋਧ ਕਰਦੇ ਆ, ਤੇ ਵਚਨ ਦਾ ਵਿਰੋਧ ਕਰਨ ਵਾਲੇ ਨੂੰ ਖੁਦਾ ਕਦੇ ਮਾਫ ਨਹੀਂ ਕਰਦਾ। ਤੁਹਾਨੂੰ ਪਤਾ ਯਹੂਦਾ ਇਸਕਰੋਤੀ ਵਚਨ ਦਾ ਵਿਰੋਧੀ ਸੀਗਾ। ਜਿਹੜਾ ਯਹੂਦਾ ਇਸਕਰੋਤੀ ਸੀ ਉਹ ਵਚਨ ਦਾ ਵਿਰੋਧੀ ਸੀ, ਤੇ ਵਚਨ ਦਾ ਵਿਰੋਧੀ ਕਿੱਥੇ ਚਲਾ ਗਿਆ? ਨਬੀ ਨੇ ਕਿਹਾ ਨਰਕ ਵਿੱਚ ਚਲਾ ਗਿਆ, ਕਿਉਂਕਿ ਉਹ ਵਚਨ ਦਾ ਵਿਰੋਧੀ ਸੀਗਾ। ਵਚਨ ਦਾ ਵਿਰੋਧ ਕਰਨ ਵਾਲੇ ਨੂੰ ਖੁਦਾ ਬਖਸ਼ੇਗਾ ਨਹੀਂ। ਅੱਜ ਜਿੰਨੇ ਵੀ ਲੋਕ, ਚਾਹੇ ਉਹ ਮਿਸ਼ਨਾਂ ਵਿੱਚ ਹਨ, ਡਿਨੋਮੀਨੇਸ਼ਨ ਦੇ ਵਿੱਚ ਹਨ, ਕਿਤੇ ਵੀ ਹਨ, ਜਿਹੜੇ ਵੀ ਮਨੁੱਖ ਵਚਨ ਦਾ ਵਿਰੋਧ ਕਰਦੇ ਆ, ਖੁਦਾਵੰਦ ਉਹਨਾਂ ਨੂੰ ਬਖਸ਼ੇਗਾ ਨਹੀਂ, ਕਿਉਂਕਿ ਖੁਦਾ ਆਪਣੇ ਵਿਰੋਧੀਆਂ ਦਾ ਨਾਸ਼ ਕਰ ਦਿੰਦਾ ਹੈ। ਇਸ ਕਰਕੇ ਸੰਤ ਪੌਲੁਸ ਨੇ ਕਿਹਾ ਜਿਹੜੀ ਸਿੱਖਿਆ ਅਸੀਂ ਤੁਹਾਨੂੰ ਦਿੱਤੀ ਆ, ਇਸ ਸਿੱਖਿਆ ਤੋਂ ਇਲਾਵਾ ਕੋਈ ਹੋਰ ਸਿੱਖਿਆ ਵੀ ਤੁਹਾਨੂੰ ਦਵੇ, ਭਾਵੇਂ ਸਵਰਗ ਤੋਂ ਕੋਈ ਦੂਤ ਵੀ ਕਿਉਂ ਨਾ ਹੋਵੇ, ਉਹ ਸ਼ਾਪਿਤ ਹੋਵੇ। ਇਸ ਕਰਕੇ ਬਾਈਬਲ ਦੀ ਸਿੱਖਿਆ ਤੇ ਚੱਲਣਾ ਆ, ਰਸੂਲਾਂ ਦੀ ਸਿੱਖਿਆ ਤੇ ਚੱਲਣਾ ਆ, ਕਿਉਂਕਿ ਰਸੂਲਾਂ ਦੀ ਸਿੱਖਿਆ ਕਿਹਦੀ ਸਿੱਖਿਆ ਸੀ? ਪਵਿੱਤਰ ਆਤਮਾ ਦੀ ਸਿੱਖਿਆ। ਜਦੋਂ ਪੈਂਤੇਕੋਸਤ ਦੇ ਦਿਨ ਪਵਿੱਤਰ ਆਤਮਾ ਉਤਰਿਆ ਤੇ ਜੋ ਪਵਿੱਤਰ ਆਤਮਾ ਨੇ ਪਤਰਸ ਦੇ ਵਿੱਚ ਹੋ ਕੇ ਬੋਲਿਆ, ਉਹੀ ਪਤਰਸ ਨੇ ਕਿਹਾ ਵੀ ਆਪਣੇ ਆਪਣੇ ਗੁਨਾਹ ਪਾਪਾਂ ਦੀ ਮਾਫੀ ਦੇ ਲਈ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਬਪਤਿਸਮਾ ਲਓ, ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਜਦੋਂ ਕਹਿ ਦਿੱਤਾ ਗਿਆ ਤੇ ਇਹ ਗੱਲ ਪੱਕੀ ਆ ਵੀ ਜਿਹੜਾ ਬੈਪਟਾਈਜ਼ ਆ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਆ, ਪਾਪਾਂ ਦੀ ਮਾਫੀ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਆ। ਬਾਈਬਲ ਬਿਆਨ ਕਰਦੀ ਆ ਇੱਕੋ ਹੀ ਬਪਤਿਸਮਾ, ਇੱਕੋ ਹੀ ਨਿਸ਼ਚਾ ਤੇ ਇੱਕੋ ਹੀ ਪ੍ਰਭੂ। ਉਹ ਤਿੰਨ ਨਹੀਂ ਆ, ਉਹ ਦੋ ਨਹੀਂ ਆ, ਉਹ ਚਾਰ ਨਹੀਂ ਆ,
ਵੀ ਲੋਕੀ ਕਹਿੰਦੇ ਉਹ 4 ਆ 5 ਆ 3 ਆ, ਅੱਜ ਮਸੀਹ ਲੋਕ ਇਹ ਗੱਲਾਂ ਕਰ ਰਹੇ ਆ। ਫਿਰ ਇਹ ਲੋਕਾਂ ਨੂੰ ਅਸੀਂ ਵਿਸ਼ਵਾਸੀ ਕਹਿ ਸਕਦੇ? ਨਹੀਂ, ਇਹ ਲੋਕ ਵਿਸ਼ਵਾਸੀ ਨਹੀਂ ਆ। ਜਿਹੜੇ ਲੋਕ ਪਵਿੱਤਰ ਆਤਮਾ ਦੀ ਮੋਹਰ ਦੇ ਹੇਠ ਆ ਉਹੀ ਵਿਸ਼ਵਾਸੀ ਆ। ਜਿਹੜੇ ਵਿਸ਼ਵਾਸ ਕਰਦੇ ਆ ਇੱਕੋ ਹੀ ਪ੍ਰਭੂ ਆ, ਇੱਕੋ ਹੀ ਬਸਮਾ ਆ, ਇੱਕੋ ਹੀ ਨਿਸ਼ਚਾ ਹੈ, ਪ੍ਰਭੂ ਯੀਸ਼ੂ ਮਸੀਹ ਹੀ ਪਰਮੇਸ਼ਵਰ ਆ, ਉਹੀ ਲੋਕ ਵਿਸ਼ਵਾਸੀ ਆ। ਬਾਕੀ ਸਭ ਦੇ ਸਭ ਢੋਂਗੀ ਆ, ਕਿਉਂਕਿ ਵਚਨ ਦਾ ਇਨਕਾਰ ਕਰਦੇ ਆ। ਇਹੋ ਜਿਹੇ ਲੋਕਾਂ ਨੂੰ ਕਦੇ ਵੀ ਖੁਦਾ ਪਸੰਦ ਨਹੀਂ ਕਰਦਾ। ਹੁਣ ਤੁਹਾਨੂੰ ਪਤਾ ਲੋਕੀ ਵਰਦਾਨਾਂ ਦੇ ਪਿੱਛੇ ਚੱਲਦੇ ਆ। ਵਰਦਾਨ ਆ ਜੀ, ਉਸ ਪਾਸਟਰ ਕੋ ਇੰਨੇ ਵਰਦਾਨ ਆ, ਉਸ ਵਿਸ਼ਵਾਸੀ ਕੋ ਇੰਨੇ ਵਰਦਾਨ ਆ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਭਾਈ ਬ੍ਰੈਨਮ ਨੇ ਕੀ ਕਿਹਾ। ਭਾਈ ਬ੍ਰੈਨਮ ਕਹਿੰਦੇ ਜ਼ਿਆਦਾ ਸਮਾਂ ਨਹੀਂ ਹੋਇਆ। ਭਾਈ ਬ੍ਰੈਨਮ ਕਿਤੇ ਪ੍ਰਚਾਰ ਕਰਨ ਗਏ ਸੀ ਤੇ ਉਹਨਾਂ ਨੇ ਕੀ ਕੀਤਾ, ਉਸ ਸਥਾਨ ਦੇ ਵਿੱਚੋਂ ਆਪਣੀ ਬੇਟੀ ਦੇ ਲਈ ਇੱਕ ਛੋਟੀ ਜੀ ਗੁੱਡੀ ਭੇਜੀ। ਉਹ ਕਹਿੰਦੇ ਮੈਂ ਤੇਰੇ ਲਈ ਗੁੱਡੀ ਭੇਜੀ ਆ, ਤੇ ਉਹਨਾਂ ਦੀ ਬੇਟੀ ਕਹਿੰਦੀ ਤੁਸੀਂ ਵਾਪਸ ਆ ਜਾਵੋ। ਫਿਰ ਉਹ ਕਹਿੰਦੇ ਮੈਂ ਤੇਰੇ ਲਈ, ਫਿਰ ਉਹਨਾਂ ਨੇ ਖਰਗੋਸ਼ ਭੇਜਤਾ, ਕਹਿੰਦੇ ਮੈਂ ਤੇਰੇ ਲਈ ਖਰਗੋਸ਼ ਭੇਜਿਆ। ਉਹ ਕਹਿੰਦਾ ਮੈਨੂੰ, ਉਹਦੀ ਬੇਟੀ ਕਹਿੰਦੀ ਮੈਨੂੰ ਗੁੱਡੀ ਨਹੀਂ ਚਾਹੀਦੀ, ਮੈਨੂੰ ਖਰਗੋਸ਼ ਨਹੀਂ ਚਾਹੀਦਾ, ਪਾਪਾ ਮੈਨੂੰ ਤੁਸੀਂ ਚਾਹੀਦੇ ਹੋ। ਅੱਛਾ, ਮੈਂ ਕਿਹਾ ਅੱਛਾ ਪਿਆਰੀਏ ਮੈਂ ਤੈਨੂੰ ਖਰਗੋਸ਼ ਭੇਜਿਆ। ਉਸਨੇ ਕਿਹਾ ਨਹੀਂ ਡੈਡੀ, ਕਹਿੰਦਾ ਇਹ ਤਾਂ ਮੈਨੂੰ ਮਿਲ ਗਿਆ, ਲੇਕਿਨ ਉਹ ਕਹਿੰਦੀ ਮੈਨੂੰ ਤੁਸੀਂ ਚਾਹੀਦੇ, ਤੁਸੀਂ ਘਰ ਵਾਪਸ ਆ ਜਾਵੋ। ਅਤੇ ਮੈਂ ਕਿਹਾ ਅੱਛਾ ਪਿਆਰੀਏ ਠੀਕ ਹੈ, ਅਤੇ ਕਿਹਾ ਡੈਡੀ ਮੈਂ ਤੁਹਾਨੂੰ ਪਿਆਰ ਕਰਦੀ ਹਾਂ ਅਤੇ ਮੈਂ ਉਹਨਾਂ ਤੋਹਫਿਆਂ ਨੂੰ ਪਸੰਦ ਕਰਦੀ ਹਾਂ ਜਿਹੜੇ ਤੁਸੀਂ ਮੈਨੂੰ ਦਿੱਤੇ ਹਨ। ਹੁਣ ਭਾਈ ਬ੍ਰੈਨਮ ਕਹਿੰਦੇ ਮੇਰੀ ਬੇਟੀ ਕਹਿੰਦੀ ਜਿਹੜੇ ਤੋਹਫੇ ਤੁਸੀਂ ਮੈਨੂੰ ਦਿੱਤੇ ਆ ਮੈਂ ਉਹਨਾਂ ਨੂੰ ਪਿਆਰ ਪਸੰਦ ਕਰਦੀ ਹਾਂ, ਮੈਨੂੰ ਦਿੱਤੇ, ਪਰ ਡੈਡੀ ਮੈਨੂੰ ਤੁਸੀਂ ਚਾਹੀਦੇ ਹੋ। ਇਸੇ ਤਰ੍ਹਾਂ ਇਹ ਹੀ ਗੱਲ ਹੈ, ਉਸਦੇ ਸਾਰੇ ਹੀ ਤੋਹਫੇ ਸ਼ਾਨਦਾਰ ਹਨ। ਜਿੰਨੇ ਵੀ ਵਰਦਾਨ ਪ੍ਰਭੂ ਨੇ ਭੇਜੇ ਆ ਧਰਤੀ ਤੇ, 9 ਵਰਦਾਨ ਦਿੱਤੇ ਆ, ਸਾਰੇ ਖੁਦਾ ਵੱਲੋਂ ਆ, ਵਧੀਆ ਗੱਲ ਆ। ਪਰ ਮੈਨੂੰ ਪਿਤਾ ਚਾਹੀਦਾ ਹੈ। ਮੈਂ ਉਸਦੇ ਤੋਹਫਿਆਂ ਅਥਵਾ ਵਰਦਾਨਾਂ ਨੂੰ ਪਿਆਰ ਕਰਦਾ ਹਾਂ। ਪ੍ਰਗਟਾਵਿਆਂ ਵਿੱਚ ਉਸ ਨੂੰ ਸੁਣਨਾ, ਪਰਮੇਸ਼ਵਰ ਦੀ ਉਸਤਤ ਕਰਨਾ ਅਤੇ ਚੀਕਣਾ, ਚੰਗਿਆਈ ਅਤੇ ਗੈਰ ਭਾਸ਼ਾ ਜ਼ੁਬਾਨਾਂ ਬੋਲਣਾ ਅਤੇ ਗੈਰ ਜ਼ੁਬਾਨਾਂ ਦਾ ਅਨੁਵਾਦ ਕਰਨਾ ਅਤੇ ਹੋਰ ਸਾਰੇ ਵੱਖੋ ਵੱਖਰੇ ਵਰਦਾਨਾਂ ਨੂੰ ਪਿਆਰ ਕਰਦਾ ਹਾਂ। ਮੈਂ ਉਹਨਾਂ ਦੇ ਸਥਾਪਿਤ ਹੋਣ ਅਤੇ ਵੇਖਣ ਨੂੰ ਪਸੰਦ ਕਰਦਾ ਹਾਂ। ਮੇਰੇ ਕੋਲ ਉਹ ਨਹੀਂ ਹਨ, ਪਰ ਮੈਂ ਉਹਨਾਂ ਨੂੰ ਕਲੀਸਿਆ ਵਿੱਚ ਕੰਮ ਕਰਦੇ ਹੋਏ ਵੇਖਣਾ ਚਾਹੁੰਦਾ ਹਾਂ। ਪਰ ਇਹਨਾਂ ਸਾਰਿਆਂ ਤੋਂ ਵੱਧ ਮੈਂ ਯੀਸ਼ੂ ਨੂੰ ਚਾਹੁੰਦਾ ਹਾਂ। ਵਰਦਾਨ ਠੀਕ ਆ, ਚੰਗਿਆਈ ਦਾ ਵਰਦਾਨ ਠੀਕ ਆ, ਤੁਸੀਂ ਗੈਰ ਭਾਸ਼ਾ ਬੋਲ ਰਹੇ ਹੋ ਠੀਕ ਆ, ਲੇਕਿਨ ਕੀ ਤੁਹਾਡੇ ਜੀਵਨ ਦੇ ਵਿੱਚ ਯੀਸ਼ੂ ਮਸੀਹ ਹੈਗਾ? ਕੀ ਉਹ ਜਿਉਂਦਾ ਵਚਨ ਤੁਹਾਡੇ ਜੀਵਨ ਦੇ ਵਿੱਚ ਹੈਗਾ? ਗੱਲ ਤਾਂ ਇਹ ਆ ਮੇਨ। ਵਰਦਾਨ ਹੋਣੇ ਵਧੀਆ ਗੱਲ ਆ ਵੀ ਪ੍ਰਭੂ ਵਰਦਾਨ ਦੇ ਰਿਹਾ, ਬਰਕਤਾਂ ਦੇ ਰਿਹਾ, ਆਸ਼ੀਸ਼ਾਂ ਦੇ ਰਿਹਾ, ਲੇਕਿਨ ਕੀ ਤੁਹਾਡਾ ਜੀਵਨ ਬਚਿਆ? ਕੀ ਤੁਸੀਂ ਸੇਫਟੀ ਵਿੱਚ ਹੋ ਇਹਨਾਂ ਵਰਦਾਨਾਂ ਨੂੰ ਲੈ ਕੇ? ਅੱਜ ਲੋਕੀ ਵਰਦਾਨਾਂ ਪਿੱਛੇ ਭੱਜਦੇ, ਬਰਕਤਾਂ ਪਿੱਛੇ ਭੱਜਦੇ ਆ, ਲੇਕਿਨ ਜੀਵਨ ਦੇ ਪਿੱਛੇ ਕੋਈ ਨਹੀਂ ਭੱਜਦਾ। ਕੋਈ ਇਹ ਨਹੀਂ ਕਹਿੰਦਾ ਵੀ ਪ੍ਰਭੂ ਵਰਦਾਨ ਦਿੱਤੇ, ਲੇਕਿਨ ਮੇਰੇ ਜੀਵਨ 'ਚ ਤੂੰ ਤਾਂ। ਵਰਦਾਨ ਹੋਣ ਦਾ ਮਤਲਬ ਇਹ ਨਹੀਂ ਹੁੰਦਾ, ਆਸ਼ੀਸ਼ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਪਰਮੇਸ਼ਵਰ ਵੀ, ਖੁਦਾ ਵੀ ਤੁਹਾਡੇ ਜੀਵਨ ਦੇ ਵਿੱਚ ਆ। ਇਹਦਾ ਮਤਲਬ ਇਹ ਨਹੀਂ ਆ। ਜਦੋਂ ਖੁਦਾ ਤੁਹਾਡੇ ਜੀਵਨ ਦੇ ਵਿੱਚ ਆਉਂਦਾ ਆ, ਉਦੋਂ ਸੰਸਾਰ ਤੋਂ ਤੁਹਾਨੂੰ ਅੱਡ ਕਰ ਦਿੰਦਾ ਆ। ਇਹ ਨਿਸ਼ਾਨੀ ਹੁੰਦੀ ਆ ਖੁਦਾ ਦੀ। ਜਿਹਦੇ ਜੀਵਨ 'ਚ ਖੁਦਾ ਆ ਜਾਂਦਾ ਆ, ਉਹ ਕੱਟ ਦਿੰਦਾ ਉਸ ਬੰਦੇ ਨੂੰ ਸੰਸਾਰ ਦੇ ਵਿੱਚੋਂ ਦੀ, ਤੇ ਸੰਸਾਰ ਉਹਨੂੰ ਕੱਢ ਦਿੰਦਾ ਆ ਆਪਣੇ ਨਾਲੋਂ। ਉਹ ਕਹਿੰਦਾ ਅਸੀਂ ਨਹੀਂ ਮੇਲ ਜੋਲ ਰੱਖਣਾ, ਕਿਉਂਕਿ ਇਹ ਸੰਸਾਰਿਕ ਨਹੀਂ, ਇਹ ਤਾਂ ਉੱਪਰਲੀ ਗੱਲਾਂ ਕਰਦਾ। ਲੇਕਿਨ ਸੰਸਾਰਿਕ ਮਨੁੱਖ ਕਹਿੰਦੇ ਇਹ ਸੰਸਾਰ ਵਾਲੀਆਂ ਗੱਲਾਂ ਕਰੇ, ਲੇਕਿਨ ਜਦੋਂ ਕੋਈ ਮਨੁੱਖ ਆਤਮਿਕ ਬਣਦਾ ਆ, ਫਿਰ ਉਹ ਉੱਪਰ ਦੀਆਂ ਗੱਲਾਂ ਕਰਦਾ, ਉਹ ਸੰਸਾਰਿਕ ਗੱਲਾਂ ਨਹੀਂ ਕਰਦਾ। ਇਸ ਲਈ ਪੌਲੁਸ ਨੇ ਆਖਿਆ ਸੀ, ਕਹਿੰਦਾ ਜਿਹੜੇ ਵਰਦਾਨ ਆ ਬਿਨਾਂ ਤੋਬਾ ਤੋਂ ਹਨ। ਕਹਿੰਦਾ ਜਿਹੜੇ ਵਰਦਾਨ ਆ ਬਿਨਾਂ ਤੋਬਾ ਤੋਂ, ਕਹਿੰਦਾ ਬਿਨਾਂ ਤੋਬਾ ਤੋਂ। ਭਾਈ ਬ੍ਰੈਨਮ ਨੇ ਕਿਹਾ ਜਿੰਨੇ ਵੀ ਵਰਦਾਨ ਆ ਉਹ ਬਿਨਾਂ ਤੋਬਾ ਤੋਂ ਆ। ਇਸ ਕਰਕੇ ਸੰਤ ਪੌਲੁਸ ਨੇ ਆਖਿਆ, ਕਹਿੰਦਾ ਭਾਵੇਂ ਮੈਂ ਮਨੁੱਖਾਂ ਅਤੇ ਸਵਰਗ ਦੂਤਾਂ ਦੀਆਂ ਬੋਲੀਆਂ ਬੋਲਾਂ, ਪਰ ਪਿਆਰ ਨਾ ਰੱਖਾਂ ਤਾਂ ਇਸ ਦਾ ਕੁਝ ਵੀ ਲਾਭ ਨਹੀਂ ਹੈ। ਵੇਖਿਆ, ਚਾਹੇ ਕੋਈ ਸਵਰਗ ਦੂਤਾਂ ਦੀ ਬੋਲੀਆਂ ਬੋਲ ਰਿਹਾ ਆ, ਵਰਦਾਨ ਉਹਦੇ ਕੋਲ ਆ, ਸਭ ਕੁਝ ਉਹਦੇ ਕੋਲ ਆ, ਜੇ ਉਹਦੇ ਅੰਦਰ ਪ੍ਰੇਮ ਹੀ ਨਹੀਂ ਆ, ਵਚਨ ਹੀ ਉਹਦੇ ਅੰਦਰ ਨਹੀਂ ਆ, ਤੇ ਕੋਈ ਵੀ ਲਾਭ ਨਹੀਂ ਆ। ਫਿਰ ਕਿੱਦਾਂ ਅੱਜ ਹਰੇਕ ਬੰਦਾ ਆਪਣੇ ਆਪ ਨੂੰ ਵਿਸ਼ਵਾਸੀ ਕਹੀ ਜਾਂਦਾ? ਗੈਰ ਭਾਸ਼ਾ ਬੋਲ ਕੇ ਜੀ ਮੈਂ ਵਿਸ਼ਵਾਸੀ ਹਾਂ, ਮੈਂ ਭਿਖਵਾਣੀ ਕਰਤੀ, ਉਹਦੇ ਬਾਰੇ ਦੱਸਦਾ, ਮੈਂ ਆਹ ਕਰਤਾ। ਯੀਸ਼ੂ ਮਸੀਹ ਦਾ ਤਾਂ ਤੂੰ ਇਨਕਾਰ ਕਰੀ ਜਾਂਦੀ ਆ, ਯੀਸ਼ੂ ਮਸੀਹ ਦਾ ਤਾਂ ਤੂੰ ਇਨਕਾਰ ਕਰੀ ਜਾਂਦਾ, ਤੇ ਕਿੱਦਾਂ ਤੂੰ ਵਿਸ਼ਵਾਸੀ ਆ? ਕੋਈ ਵੀ ਵਿਸ਼ਵਾਸੀ ਨਹੀਂ ਆ। ਫਿਰ ਇਹ ਸਭ ਦੇ ਸਭ ਢੋਂਗੀ ਆ। ਜੇ ਪਵਿੱਤਰ ਆਤਮਾ ਅੰਦਰ ਆ ਤੇ ਪਵਿੱਤਰ ਆਤਮਾ ਆਪਣਾ ਹੀ ਵਿਰੋਧੀ ਹੋ ਗਿਆ, ਫਿਰ ਇਹ ਕਿੱਦਾਂ ਹੋ ਸਕਦਾ? ਇਹਦਾ ਮਤਲਬ ਇਹ ਸਭ ਲੋਕ ਢੋਂਗ ਕਰਦੇ ਆ।
ਢੋਂਗੀ ਆ ਸਾਰੇ ਦੇ ਸਾਰੇ। ਇਸ ਕਰਕੇ ਪ੍ਰਭੂ ਢੋਂਗੀਆਂ ਨੂੰ ਪਸੰਦ ਨਹੀਂ ਕਰਦਾ। ਖੁਦਾਵੰਦ ਉਹਨਾਂ ਲੋਕਾਂ ਨੂੰ ਪਸੰਦ ਕਰਦਾ ਜਿਹੜੇ ਵਚਨ ਦੇ ਅਨੁਸਾਰ ਜੀਵਨ ਬਤੀਤ ਕਰਦੇ ਆ, ਜਿਹੜੇ ਕਹਿੰਦੇ ਪ੍ਰਭੂ ਜੀ ਹਾਲਾਤ ਕੀ ਆ ਅਸੀਂ ਨਹੀਂ ਦੇਖਣਾ, ਅਸੀਂ ਪ੍ਰਭੂ ਤੇਰੇ ਵਾਅਦੇ ਨੂੰ ਦੇਖਣਾ। ਹੁਣ ਤੁਹਾਨੂੰ ਪਤਾ ਆ ਨਬੀ ਨੇ ਕਿਹਾ ਹਾਲਾਤੋਂ ਕੋ ਦੇਖਣੇ ਵਾਲਾ ਫੇਲ ਹੈ। ਜਿਹੜੇ ਬੰਦੇ ਹਾਲਾਤ ਦੇਖ ਕੇ ਕਹਿੰਦੇ ਆ ਨਾ ਵੀ ਹਾਲਾਤ ਇਦਾਂ ਦੇ ਹੋ ਗਏ ਆ, ਉਹ ਬੰਦੇ ਫੇਲ ਆ। ਹਾਲਾਤਾਂ ਨੂੰ ਦੇਖਣ ਵਾਲਾ ਬੰਦਾ ਫੇਲ ਹੁੰਦਾ। ਨਬੀ ਨੇ ਕਿਹਾ ਯਹੋਸ਼ੂ ਔਰ ਕਲੇਬ ਹਾਲਾਤ ਨਹੀਂ ਵਾਅਦੇ ਕੋ ਦੇਖ ਰਹੇ ਥੇ। ਜਿਹੜੇ ਯਹੋਸ਼ੂਆ ਤੇ ਕਲੇਬ ਸੀਗੇ ਉਹਨਾਂ ਨੇ ਹਾਲਾਤਾਂ ਨੂੰ ਨਹੀਂ ਦੇਖਿਆ ਵੀ ਕਿੰਨੀਆਂ ਮੁਸੀਬਤਾਂ, ਕਿੰਨੀਆਂ ਪਰੇਸ਼ਾਨੀਆਂ, ਕਿੰਨੀਆਂ ਤੰਗੀਆਂ ਆਈਆਂ। ਲੱਖਾਂ ਲੱਖ ਦੀ ਭੀੜ ਦੇ ਵਿੱਚੋਂ 2 ਹੀ ਵਿਸ਼ਵਾਸੀ ਸੀਗੇ ਬਸ, ਬਾਕੀ ਸਾਰੇ ਡਰ ਗਏ। ਉਸ ਦੇਸ਼ ਦੇ ਵਿੱਚ ਅਸੀਂ ਨਹੀਂ ਜਾ ਸਕਦੇ। ਉਹ ਕਹਿੰਦੇ ਉਸ ਦੇਸ਼ 'ਚ ਵੱਡੇ ਵੱਡੇ ਬੰਦੇ ਆ, ਲੰਬੇ ਲੰਬੇ ਉਹਨਾਂ ਦੇ ਕੱਦ ਆ। ਲੇਕਿਨ ਇਹਨਾਂ ਨੇ ਕੀ ਕਿਹਾ ਵੀ ਖੁਦਾ ਨੇ ਸਾਨੂੰ ਉਹ ਧਰਤੀ ਦੇ ਦਿੱਤੀ ਆ। ਇਹ ਵਿਸ਼ਵਾਸ ਹੋਣਾ ਚਾਹੀਦਾ। ਜੇ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਤੁਹਾਡੇ ਗੁਨਾਹਾਂ ਪਾਪਾਂ ਦੇ ਲਈ, ਤੁਹਾਡੀ ਬਿਮਾਰੀਆਂ ਦੇ ਲਈ ਮੈਂ ਜਾਨ ਦੇ ਦਿੱਤੀ ਆ, ਤੇ ਵਿਸ਼ਵਾਸ ਵੀ ਰੱਖਣਾ ਪੈਣਾ। ਲੇਕਿਨ ਅੱਜ ਦਾ ਮਨੁੱਖ ਵਿਸ਼ਵਾਸ ਨਹੀਂ ਰੱਖਦਾ। ਉਹ ਸੋਚਦਾ ਹੁਣੇ ਹੀ ਕੰਮ ਹੋ ਜਾਵੇ, ਬਿਨਾਂ ਕੀਮਤ ਚੁਕਾਏ ਮੇਰਾ ਰੈਪਚਰ ਵੀ ਹੋ ਜਾਵੇ, ਚੰਗਿਆਈ ਵੀ ਮਿਲ ਜਾਵੇ, ਕੋਠੀਆਂ ਵੀ ਮਿਲ ਜਾਣ, ਗੱਡੀਆਂ ਵੀ ਮਿਲ ਜਾਣ। ਇਹ ਨਹੀਂ ਹੋਣਾ, ਏਦਾਂ ਨਹੀਂ ਹੁੰਦਾ। ਕਿਉਂਕਿ ਖੁਦਾਵੰਦ ਜਦੋਂ ਕਿਸੇ ਦੇ ਅੰਦਰ ਆਂਦਾ ਤੇ ਸਭ ਤੋਂ ਪਹਿਲਾਂ ਉਹਦੀ ਰਗੜਾਈ ਕਰਦਾ। ਇਹ ਯਾਦ ਰੱਖਿਓ, ਪ੍ਰਭੂ ਰਗੜਾਈ ਕੀਤੇ ਬਿਨਾਂ ਕਿਸ ਨੂੰ ਇਸਤੇਮਾਲ ਨਹੀਂ ਕਰਦਾ। ਬਿਨਾਂ ਰਗੜਾਈ ਤੋਂ ਇਸਤੇਮਾਲ ਨਹੀਂ ਕਰਦਾ ਪ੍ਰਭੂ। ਜਿੱਦ ਤੱਕ ਉਹ ਰਗੜਾਈ ਨਹੀਂ ਕਰਦਾ, ਉਹ ਚੰਗੀ ਤਰ੍ਹਾਂ ਰਗੜਾਈ ਕਰਦਾ, ਪੂਰੀ ਤਰ੍ਹਾਂ ਵਚਨ ਦੇ ਨਾਲ ਬੰਦੇ ਨੂੰ ਭਰ ਦਿੰਦਾ, ਫਿਰ ਇਸਤੇਮਾਲ ਕਰਦਾ। ਤੁਹਾਨੂੰ ਪਤਾ ਜਦੋਂ ਮੂਸਾ ਮਿਸਰ ਦੇ ਦੇਸ਼ 'ਚ ਸੀਗਾ, ਉਹਦੀ ਸਟੱਡੀ ਬੜੀ ਹਾਈ ਲੈਵਲ ਤੇ ਹੋਈ ਸੀਗੀ, ਸਭ ਕੁਝ ਗਿਆਨ ਰੱਖਣ ਵਾਲਾ ਸੀ, ਉਹ ਪੂਰੇ ਹਥਿਆਰ ਚਲਾਣੇ ਜਾਣਦਾ ਸੀ। ਲੇਕਿਨ ਪ੍ਰਭੂ ਨੇ ਕੀ ਕੀਤਾ, ਸਾਰੀ ਉਹਦੀ ਸਿੱਖਿਆ ਨੂੰ ਫੇਲ ਕਰ ਦਿੱਤਾ, ਉਹਨੂੰ ਰਗੜ ਕੇ ਰੱਖ ਦਿੱਤਾ। ਤੇ ਜਦੋਂ ਉਸ ਦੇਸ਼ ਨੂੰ ਛੱਡ ਕੇ ਉਹ ਭੱਜਿਆ ਮਿਸਰ ਨੂੰ, ਜਦੋਂ 2 ਕਤਲ ਉਹਨੇ ਕਰ ਦਿੱਤੇ, ਜਦੋਂ ਉੱਥੇ ਉਹਨੇ ਕਤਲ ਕਰਦਾ, ਉਸ ਦੇਸ਼ ਨੂੰ ਛੱਡ ਕੇ ਭੱਜਿਆ, ਤੇ ਪ੍ਰਭੂ ਨੇ ਉਹਨੂੰ ਦਰਸ਼ਨ ਦੇ ਕੇ ਕਿਹਾ ਆ ਫੜ ਢਾਂਗਾ ਤੇ ਜਾ ਮੇਰੇ ਲੋਕਾਂ ਨੂੰ ਛੁਡਾ ਕੇ ਲਿਆ। ਤੁਹਾਨੂੰ ਪਤਾ ਪ੍ਰਭੂ ਰਗੜਾਈ ਕਰਦਾ। ਇੱਕ ਹਥਿਆਰ ਚਲਾਉਣ ਵਾਲੇ ਨੇ ਉਹਨੇ ਢਾਂਗਾ ਫੜਾਤਾ ਲੱਕੜ ਦਾ, ਕਹਿੰਦਾ ਜਾ ਮੇਰੇ ਲੋਕਾਂ ਨੂੰ ਕੱਢ ਕੇ ਲਿਆ। ਉਹਦੀ ਸਿੱਖਿਆ, ਉਹਦੀ ਸਟੱਡੀ, ਸਾਰਾ ਕੁਝ ਪ੍ਰਭੂ ਨੇ ਥੱਲੇ ਤਾਰਤਾ। ਉਹਨੇ ਕਿਹਾ ਆਪਣੀ ਜੁੱਤੀ ਲਾ। ਜੁੱਤੀ ਲਾਉਣ ਦਾ ਮਤਲਬ ਸੀ ਆਪਣਾ ਪੁਰਾਣਾ ਗਿਆਨ ਗੁਣ ਛੱਡ ਦੇ, ਹੁਣ ਸਭ ਕੁਝ, ਹੁਣ ਜੋ ਮੈਂ ਤੈਨੂੰ ਕਹੂੰਗਾ ਤੈਨੂੰ ਉਹੀ ਕਰਨਾ ਪੈਣਾ। ਅੱਜ ਬਹੁਤ ਲੋਕ ਮਸੀਹ ਨੂੰ ਗ੍ਰਹਿਣ ਕਰਦੇ ਆ, ਜਦੋਂ ਚਰਚਾਂ ਦੇ ਵਿੱਚ ਆਉਂਦੇ ਆ ਉਹ ਸੋਚਦੇ ਅਸੀਂ ਪੜ੍ਹੇ ਲਿਖੇ ਆ, ਅਸੀਂ ਪੈਸੇ ਵਾਲੇ ਆ, ਅਸੀਂ ਗੱਡੀਆਂ ਮੋਟਰਾਂ 'ਚ ਆਉਂਦੇ, ਸਾਡੀ ਪੋਜੀਸ਼ਨ ਚਰਚ 'ਚ ਆਤਮਿਕ ਅਸੀਂ ਦਿਖਣੇ ਚਾਹੀਦੇ, ਅਸੀਂ ਆਤਮਿਕ ਪਰਸਨ ਆ। ਲੇਕਿਨ ਜੇ ਕੋਈ ਬੰਦਾ ਵਧੀਆ ਕੱਪੜੇ ਪਾ ਕੇ ਆ ਰਿਹਾ, ਗੱਡੀਆਂ ਮੋਟਰਾਂ 'ਚ ਆ ਰਿਹਾ, ਭਾਵੇਂ ਉਹਦੇ ਕੋਲ ਘਰੇ 'ਚ ਕੋਠੀਆਂ, ਉਹ ਕੋਠੀਆਂ ਵਿੱਚ ਰਹਿੰਦਾ, ਇਹਦਾ ਮਤਲਬ ਇਹ ਨਹੀਂ ਵੀ ਉਹ ਬੰਦਾ ਆਤਮਿਕ ਆ, ਜਦੋਂ ਤੱਕ ਮਸੀਹ ਦਾ ਵਚਨ ਉਸ ਮਨੁੱਖ ਦੇ ਅੰਦਰ ਨਾ ਹੋਵੇ। ਕਿਉਂਕਿ ਪ੍ਰਭੂ ਕੀ ਕਰਦਾ, ਉਹਦੇ ਗਿਆਨ ਨੂੰ ਖਤਮ ਕਰ ਦਿੰਦਾ। ਜਿਹੜਾ ਬੰਦਾ ਆਪਣੇ ਆਪ 'ਚ ਗਿਆਨੀ ਬਣਦਾ ਹੈ, ਪ੍ਰਭੂ ਰਗੜਾਈ ਕਰਦਾ। ਇਸੇ ਤਰ੍ਹਾਂ ਉਹਨੇ ਮੂਸਾ ਦੀ ਰਗੜਾਈ ਕੀਤੀ। ਰਗੜਾਈ ਕਰਨ ਤੋਂ ਬਾਅਦ ਉਹਨੇ ਉਹਨੂੰ ਇਸਤੇਮਾਲ ਕੀਤਾ, ਮੂਸਾ ਨੂੰ। ਉਸ ਤੋਂ ਪਹਿਲਾਂ ਇਸਤੇਮਾਲ ਨਹੀਂ ਸੀ ਕੀਤਾ। ਤੁਸੀਂ ਬਾਈਬਲ ਪੜ੍ਹ ਸਕਦੇ ਹੋ, ਉਹਨੇ ਇਸਤੇਮਾਲ ਨਹੀਂ ਸੀ ਕੀਤਾ। ਜਦੋਂ ਉਹਨੇ ਆਪਣੀ ਜੁੱਤੀ ਲਾਈ, ਪੁਰਾਣਾ ਜੀਵਨ ਖਤਮ ਕੀਤਾ, ਫਿਰ ਪ੍ਰਭੂ ਨੇ ਉਹਨੂੰ ਇਸਤੇਮਾਲ ਕੀਤਾ। ਇਸੇ ਤਰ੍ਹਾਂ ਪ੍ਰਭੂ ਇਸਤੇਮਾਲ ਕਰਦਾ ਆਪਣੇ ਲੋਕਾਂ ਨੂੰ। ਉਹ ਰਗੜਾਈ ਕਰਦਾ ਆ, ਉਹ ਆਪਣੇ ਅਨੁਸਾਰ ਜੀਵਨ ਬਤੀਤ ਕਰਨਾ ਸਿਖਾਉਂਦਾ। ਕਿਉਂਕਿ ਪ੍ਰਭੂ ਇਦਾਂ ਨਹੀਂ ਕਿਸੇ ਦੇ ਘਰ ਦੇ ਵਿੱਚ ਰਹਿੰਦਾ ਆ ਕੇ। ਅੱਜ ਲੋਕ ਕਹਿ ਦਿੰਦੇ ਪ੍ਰਾਰਥਨਾ ਵਿੱਚ ਪ੍ਰਭੂ ਮੇਰੇ ਅੰਦਰ ਆ ਜਾ, ਏਦਾਂ ਥੋੜੀ ਪ੍ਰਭੂ ਆ ਜਾਂਦਾ ਅੰਦਰ। ਪ੍ਰਭੂ ਸਫਾਈ ਮੰਗਦਾ ਆ। ਜਦੋਂ ਤੁਹਾਡੇ ਘਰ ਦੇ ਵਿੱਚ ਕਿਸੇ ਗੈਸਟ ਨੇ ਆਣਾ ਹੁੰਦਾ, ਕਿਸੇ ਮਹਿਮਾਨ ਨੇ ਆਣਾ ਹੁੰਦਾ, ਬੜੀਆਂ ਸਫਾਈਆਂ ਹੁੰਦੀਆਂ, ਝਾੜੂ ਪੋਚਾ ਫਰਨੈਲ ਪਰਫਿਊਮ ਸਿੱਟੇ ਜਾਂਦੇ ਵੀ ਸਾਡੇ ਘਰੇ ਕੋਈ ਪ੍ਰਾਹੁਣਾ ਆ ਰਿਹਾ, ਵੀ ਕਿਤੇ ਇਹ ਨਾ ਕਹਿਦਾ ਵੀ ਇਹਨਾਂ ਦਾ ਘਰ ਗੰਦਾ ਆ। ਲੇਕਿਨ ਜਦੋਂ ਯੀਸ਼ੂ ਮਸੀਹ ਨੂੰ ਬੁਲਾਣਾ, ਤੇ ਜਦੋਂ ਇੱਕ ਮਨੁੱਖ ਦੇ ਅੰਦਰ ਗੰਦਗੀ ਹੁੰਦੀ, ਉਹ ਕਹਿੰਦਾ ਪ੍ਰਭੂ ਏਦਾਂ ਹੀ ਆ ਜਾ। ਪ੍ਰਭੂ ਏਦਾਂ ਨਹੀਂ ਆਂਦਾ, ਪ੍ਰਭੂ ਸਫਾਈ ਮੰਗਦਾ। ਜਦੋਂ ਇੱਕ ਪਾਪੀ ਕਹਿੰਦਾ ਪ੍ਰਭੂ ਜੀ ਮੇਰੇ ਗੁਨਾਹ ਪਾਪਾਂ ਨੂੰ ਮਾਫ ਕਰ, ਮੇਰੇ ਤੇ ਦਇਆ ਕਰ, ਫਿਰ ਪ੍ਰਭੂ ਕਹਿੰਦਾ ਬਸਮਾ ਲੈ। ਜਦੋਂ ਕੋਈ ਮਨੁੱਖ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਬਸਮਾ ਲੈਂਦਾ, ਫਿਰ ਉਹਦੀ ਸਫਾਈ ਹੋ ਜਾਂਦੀ, ਉਹ ਸਾਫ਼ ਹੋ ਜਾਂਦਾ। ਫਿਰ ਪ੍ਰਭੂ ਆਉਂਦਾ ਆ। ਪ੍ਰਭੂ ਉਸੇ ਘਰ 'ਚ ਆਂਦਾ ਜਿਹੜੇ ਘਰ ਦੇ ਵਿੱਚ ਜਗ੍ਹਾ ਖਾਲੀ ਹੋਵੇ ਤੇ ਸਫਾਈ ਹੋਵੇ। ਤੁਹਾਨੂੰ ਆਪਣੇ ਆਪ ਨੂੰ ਇਸ ਸੰਸਾਰ ਤੋਂ ਖਾਲੀ ਕਰਨਾ ਪੈਣਾ, ਫਿਰ ਪ੍ਰਭੂ ਤੁਹਾਡੇ ਅੰਦਰ ਆਊਗਾ। ਇਹ ਭੁਲੇਖਾ ਆ ਵੀ ਤੁਸੀਂ ਪ੍ਰਾਰਥਨਾ ਕਰਦੇ ਹੋ, ਤੁਸੀਂ ਕਹੋਗੇ ਪ੍ਰਭੂ ਮੇਰੇ ਅੰਦਰ ਆ ਜਾ, ਪ੍ਰਭੂ ਕਦੇ ਤੁਹਾਡੇ ਅੰਦਰ ਨਹੀਂ ਆਵੇਗਾ ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਖਾਲੀ ਨਹੀਂ ਕਰਦੇ। ਖੁਦਾ ਦੇ ਵਚਨ ਦੇ ਲਈ ਤੁਹਾਨੂੰ ਆਪਣੇ ਆਪ ਨੂੰ ਖਾਲੀ ਕਰਨਾ ਪਵੇਗਾ।
ਤੇ ਖਾਲੀ ਉਹੀ ਕਰੇਗਾ ਜਿਹੜਾ ਵਿਸ਼ਵਾਸ ਕਰੇਗਾ, ਤੇ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭ ਕੁਝ ਸੰਭਵ ਆ। ਜਿਹੜਾ ਬੰਦਾ ਵਿਸ਼ਵਾਸ ਕਰਦਾ ਉਹਦੇ ਲਈ ਸਭ ਕੁਝ ਸੰਭਵ ਆ। ਲੋਕੀ ਕਹਿੰਦੇ ਮੌਤ ਆ ਗਈ, ਬਿਮਾਰੀ ਆ ਗਈ, ਮੈਂ ਮਰ ਜੂ, ਲੇਕਿਨ ਤੁਸੀਂ ਦੇਖੋ ਜਿਹੜੇ ਸ਼ਰਦਕ, ਮੇਸ਼ਕ, ਅਬਦਨਗੋ ਸੀ, ਉਹ 3 ਵਿਸ਼ਵਾਸੀ ਸੀ, ਉਹਦਾ ਮੌਤ ਦੇ ਮੂੰਹ ਦੇ ਵਿੱਚ ਜਾ ਕੇ ਵਾਪਸ ਆ ਗਏ, ਭੱਠੀ ਦੇ ਵਿੱਚ ਜਾ ਕੇ ਵਾਪਸ ਆ ਗਏ। ਕਿੱਦਾਂ ਦਾ ਵਿਸ਼ਵਾਸ ਹੋਣਾ ਆ ਉਹਨਾਂ ਦਾ, ਉਹ ਜਵਾਨਾਂ ਦਾ ਵਿਸ਼ਵਾਸ ਕਿੱਦਾਂ ਦਾ ਹੋਣਾ। ਇਹੋ ਜਿਹਾ ਵਿਸ਼ਵਾਸ, ਇਹੋ ਜਿਹਾ ਪ੍ਰਤੀਕਿਰਿਆ ਵਾਲਾ ਵਿਸ਼ਵਾਸ ਖੁਦਾ ਮੰਗਦਾ। ਜੇ ਤੁਸੀਂ ਕਹਿੰਦੇ ਮੈਂ ਵਿਸ਼ਵਾਸੀ ਆ, ਜਦੋਂ ਤੁਹਾਡੇ ਤੇ ਤੰਗੀਆਂ ਮੁਸੀਬਤਾਂ ਆਣ ਤੇ ਤੁਸੀਂ ਉਸ ਵਿਸ਼ਵਾਸ ਨੂੰ ਪ੍ਰਗਟ ਕਰੋ ਵੀ ਹਾਂ ਪ੍ਰਭੂ ਮੈਂ ਵਿਸ਼ਵਾਸੀ ਆ, ਮੈਂ ਨਹੀਂ ਡਰਦਾ ਮੁਸੀਬਤਾਂ ਤੋਂ, ਮੈਂ ਨਹੀਂ ਡਰਦਾ ਤੰਗੀਆਂ ਤੋਂ, ਮੈਂ ਖੜਾ ਆ ਤੇਰੇ ਨਾਮ ਦੇ ਵਿੱਚ। ਆ ਜਾਣ ਬਿਮਾਰੀਆਂ, ਆ ਜਾਣ ਪਰੇਸ਼ਾਨੀਆਂ, ਲੇਕਿਨ ਮੈਂ ਖੜਾ ਆ। ਅਯੂਬ ਦੇ ਉੱਪਰ ਵੀ ਬਿਮਾਰੀਆਂ ਆਈਆਂ, ਪਰੇਸ਼ਾਨੀਆਂ ਆਈਆਂ, ਲੇਕਿਨ ਅਯੂਬ ਨੇ ਥੋੜੀ ਕਿਹਾ ਵੀ ਪ੍ਰਭੂ ਸਭ ਕੁਝ ਤਾਂ ਖਤਮ ਕਰਤਾ, ਹੁਣ ਮੈਨੂੰ ਵੀ ਮਾਰ ਦੇ। ਉਹਨੇ ਕਿਹਾ ਕਿਤੇ? ਅਯੂਬ ਨੇ ਕੁਛ ਨਹੀਂ ਕਿਹਾ। ਬਾਈਬਲ ਨੂੰ ਪੜ੍ਹਨਾ ਬੜਾ ਸੌਖਾ ਆ ਵੀ ਅਯੂਬ ਦੇ ਉੱਪਰ ਪ੍ਰੋਬਲਮ ਆ ਗਈਆਂ, ਦਿੱਕਤਾਂ ਆ ਗਈਆਂ, ਲੇਕਿਨ ਕਿੱਦਾਂ ਉਹ ਦਿੱਕਤਾਂ ਦੇ ਵਿੱਚੋਂ ਨਿਕਲਿਆ ਇਹਨੂੰ ਵੀ ਗੌਰ ਕਰਨਾ ਹੁੰਦਾ ਆ। ਕਿੱਦਾਂ ਉਹਨੇ ਪ੍ਰਭੂ ਦੀ ਮਹਿਮਾ ਕੀਤੀ। ਉਹਨੇ ਕਿਹਾ ਪ੍ਰਭੂ ਯਿਸੂ ਮਸੀਹ ਵੀ ਤੇਰਾ ਹੀ ਨਾਮ ਮੁਬਾਰਕ ਹੋਵੇ, ਤੂੰ ਦਿੱਤਾ, ਤੂੰ ਲੈ ਲਿਆ, ਤੇਰਾ ਨਾਮ ਮੁਬਾਰਕ ਹੋਵੇ। ਉਹ ਸੀਗਾ ਅਸਲੀ ਵਿਸ਼ਵਾਸੀ, ਇਹਨੂੰ ਕਹਿੰਦੇ ਵਿਸ਼ਵਾਸੀ। ਜਦੋਂ ਸੈਮਸਨ ਨੂੰ ਬੰਨਿਆ ਹੋਇਆ ਸੀ ਸੰਗਲਾਂ ਦੇ ਨਾਲ, ਉਹਦੀ ਅੱਖਾਂ ਜਾ ਚੁੱਕੀਆਂ ਸੀ, ਚਾਹੇ ਉਹਨੇ ਗਲਤੀ ਕੀਤੀ ਸੀਗੀ, ਲੇਕਿਨ ਫਿਰ ਵੀ ਵਿਸ਼ਵਾਸ ਉਹਦੇ ਅੰਦਰ ਸੀਗਾ। ਉਹਨੇ ਕਿਹਾ ਪ੍ਰਭੂ ਜੀ ਇੱਕ ਵਾਰ ਫਿਰ ਮੈਨੂੰ ਉਹੀ ਬਲ ਦੇ। ਚਾਹੇ ਉਹਦੀ ਅੱਖਾਂ ਅੰਨੀਆਂ ਸੀਗੀਆਂ, ਲੇਕਿਨ ਵਚਨ ਉਹਦੇ ਅੰਦਰ ਸੀਗਾ, ਉਹ ਵਿਸ਼ਵਾਸ ਉਹਦੇ ਅੰਦਰ ਸੀ। ਉਹਨੇ ਖੁਦਾ ਨੂੰ ਪੁਕਾਰਿਆ, ਕਹਿੰਦਾ ਪ੍ਰਭੂ ਫਿਰ ਇੱਕ ਵਾਰ ਮੈਨੂੰ ਉਹੀ ਬਲ ਦੇ। ਤੇ ਕੀ ਹੋਇਆ? ਖੁਦਾ ਨੇ ਫਿਰ ਉਹਨੂੰ ਬਲ ਦਿੱਤਾ ਤੇ ਉਹਨੇ ਦੋਨੋਂ ਥੰਮਾਂ ਨੂੰ ਜਦੋਂ ਖਿੱਚਿਆ ਆਪਣੇ ਦੋਨੋਂ ਹੱਥਾਂ ਦੇ ਨਾਲ, ਜਿਹਦੇ ਥੰਮਾਂ ਦੇ ਨਾਲ ਉਹਦੇ ਹੱਥ ਬੰਨੇ ਹੋਏ ਸੀਗੇ, ਤੇ 3000 ਤੋਂ ਵੱਧ ਲੋਕ ਉਸ ਚਬੂਤਰੇ ਵਿੱਚ ਸੀਗੇ ਜਿਹੜੇ ਸਾਰੇ ਮਾਰੇ ਗਏ। ਲੇਕਿਨ ਕਿੱਦਾਂ ਉਹਨੇ ਪੁਕਾਰਿਆ। ਤੁਹਾਨੂੰ ਪਤਾ ਖੁਦਾ ਨੂੰ ਪੁਕਾਰਨਾ ਪੈਂਦਾ। ਅੱਜ ਬੰਦਾ ਕਹਿੰਦਾ ਬਿਨਾਂ ਪੁਕਾਰੇ ਮੈਨੂੰ ਮਿਲ ਜਾਵੇ। ਜਿੱਦ ਤੱਕ ਤੁਸੀਂ ਪੁਕਾਰੋਗੇ ਨਹੀਂ ਖੁਦਾ ਨੂੰ, ਮੰਗੋਗੇ ਨਹੀਂ ਖੁਦਾ ਤੋਂ, ਤੁਹਾਨੂੰ ਕਦੇ ਵੀ ਨਹੀਂ ਦੇਵੇਗਾ। ਆਓ ਅਸੀਂ ਕੱਢਦੇ ਹਾਂ ਲੂਕਾ 17:26। ਲੂਕਾ 17:26। ਹੁਣ ਲੂਕਾ 17:26 ਵਿੱਚ ਲਿਖਿਆ ਆ, ਜਿਸ ਤਰ੍ਹਾਂ ਨੂਹ ਦੇ ਦਿਨਾਂ ਵਿੱਚ ਹੋਇਆ ਸੀ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚ ਵੀ ਹੋਵੇਗਾ। ਉਹ ਖਾਂਦੇ ਪੀਂਦੇ, ਵਿਆਹ ਕਰਦੇ, ਵਿਆਹੇ ਜਾਂਦੇ ਸਨ, ਉਸ ਦਿਨ ਤੀਕਰ ਕਿ ਨੂਹ ਦੀ ਕਿਸ਼ਤੀ ਉੱਤੇ ਚੜਿਆ ਅਤੇ ਪਰਲੋ ਆਈ ਅਤੇ ਸਭਨਾਂ ਦਾ ਨਾਸ਼ ਕੀਤਾ। ਔਰ ਜਿਸ ਤਰ੍ਹਾਂ ਲੂਤ ਦੇ ਦਿਨਾਂ ਵਿੱਚ ਹੋਇਆ ਸੀ, ਉਹ ਖਾਂਦੇ ਪੀਂਦੇ, ਮੁੱਲ ਲੈਂਦੇ, ਵੇਚਦੇ, ਬੀਜਦੇ ਅਤੇ ਘਰ ਬਣਾਉਂਦੇ ਸਨ। ਪਰ ਜਿਸ ਦਿਨ ਲੂਤ ਸਦੂਮ ਤੋਂ ਨਿਕਲਿਆ, ਅੱਗ ਅਤੇ ਗੰਧਕ ਆਕਾਸ਼ੋਂ ਬਰਸੀ ਅਤੇ ਸਭਨਾਂ ਦਾ ਨਾਸ਼ ਕੀਤਾ। ਇਸੇ ਤਰ੍ਹਾਂ ਉਸ ਦਿਨ ਹੋਵੇਗਾ, ਉਸ ਦਿਨ ਵੀ ਹੋਵੇਗਾ ਜਾਂ ਮਨੁੱਖ ਦਾ ਪੁੱਤਰ ਪ੍ਰਗਟ ਹੋਵੇਗਾ। ਉਸ ਦਿਨ ਜਿਹੜਾ ਕੋਠੇ ਉੱਤੇ ਹੋਵੇ ਉਹ ਅਸਬਾਬ ਘਰ ਵਿੱਚ ਹੋਵੇ, ਉਹ ਲੈਣ ਨੂੰ ਹੇਠਾਂ ਨਾ ਉਤਰੇ, ਅਤੇ ਜਿਹੜਾ ਖੇਤ ਵਿੱਚ ਹੋਵੇ ਇਸੇ ਤਰ੍ਹਾਂ ਉਹ ਪਿਛਾਂ ਨਾ ਮੁੜੇ। ਲੂਤ ਦੀ ਤੀਵੀ ਨੂੰ ਚੇਤੇ ਰੱਖੋ। ਜਿਹੜਾ ਆਪਣੀ ਜਾਨ ਸਲਾਮਤੀ ਚਾਹੁੰਦਾ ਹੈ ਉਸ ਨੂੰ ਗਵਾ ਬੈਠੇਗਾ, ਪਰ ਜੋ ਉਸ ਨੂੰ ਗਵਾਵੇ ਸੋ ਉਸ ਨੂੰ ਜਿਉਂਦਾ ਰੱਖੇਗਾ। ਮੈਂ ਤੁਹਾਨੂੰ ਸੱਚ ਆਖਦਾ ਹਾਂ ਭਈ ਉਸ ਰਾਤ ਇੱਕ ਮੰਜੇ ਉੱਤੇ 2 ਜਣੇ ਹੋਣਗੇ, ਇੱਕ ਲੈ ਲਿਆ ਜਾਵੇਗਾ ਅਤੇ ਦੂਜਾ ਛੱਡਿਆ ਜਾਵੇਗਾ। 2 ਤੀਵੀਆਂ ਚੱਕੀ ਪੀਂਦੀਆਂ ਹੋਣਗੀਆਂ, ਇੱਕ ਲੈ ਲਈ ਜਾਵੇਗੀ ਤੇ ਦੂਜੀ ਛੱਡੀ ਜਾਵੇਗੀ। ਤਦ ਉਸ ਉਹਨਾਂ ਨੂੰ ਅੱਗਿਓਂ ਆਖਿਆ, ਪ੍ਰਭੂ ਜੀ ਕਿੱਥੇ? ਉਸਨੇ ਉਹਨਾਂ ਨੂੰ ਆਖਿਆ, ਜਿੱਥੇ ਲੋਥ ਹੈ ਉੱਥੇ ਗਿਰਜਾਂ ਵੀ ਇਕੱਠੀਆਂ ਹੋਣਗੀਆਂ। ਹੁਣ ਇਹ ਜਿਹੜੀ ਗੱਲ ਹੋ ਰਹੀ ਆ, ਇਹ ਸਾਡੇ ਦਿਨਾਂ ਦੀ ਗੱਲ ਹੋ ਰਹੀ ਆ। ਮਨੁੱਖ ਦਾ ਪੁੱਤਰ ਆਪਣੇ ਆਪ ਨੂੰ ਪ੍ਰਗਟ ਕਰ ਰਿਹਾ ਆ। ਅੱਜ ਜਦੋਂ ਮਨੁੱਖ ਦਾ ਪੁੱਤਰ ਆਪਣੇ ਆਪ ਨੂੰ ਪ੍ਰਗਟ ਕਰ ਰਿਹਾ, ਇਹ ਗੱਲਾਂ ਅੱਜ ਦੇ ਸਮੇਂ ਵਿੱਚ ਹੋਣੀਆਂ ਦੁਬਾਰਾ। ਅੱਜ ਦੇ ਸਮੇਂ ਵਿੱਚ ਸਾਰਾ ਕੁਝ ਬਤੀਤ ਹੋਣਾ ਆ। ਇਹ ਸਾਰਾ ਕੁਝ ਕੀ ਹੋਣਾ? ਅੱਜ ਦੇ ਸਮੇਂ 'ਚ ਬਤੀਤ ਹੋਣਾ ਆ। ਇਸ ਕਰਕੇ ਖੁਦਾ ਦਾ ਵਚਨ ਕਹਿੰਦਾ ਉਸ ਦਿਨ ਨੂੰ, ਉਸ ਸਮੇਂ ਨੂੰ ਯਾਦ ਰੱਖੋ ਵੀ ਕਿੱਦਾਂ ਨੂਹ ਦੇ ਦਿਨਾਂ ਵਿੱਚ ਹੋਇਆ ਸੀਗਾ। ਅੱਜ ਵੀ ਲੋਕ ਮਕਾਨ ਬਣਾ ਰਹੇ, ਸਭ ਕੁਝ ਅੱਜ ਬੰਦਾ ਕਰ ਰਿਹਾ, ਲੇਕਿਨ ਖੁਦਾ ਦੇ ਵਚਨ ਦਾ ਡਰ ਕਿਸੇ ਦੇ ਅੰਦਰ ਨਹੀਂ ਆ। ਹਰ ਬੰਦਾ ਪੈਸੇ ਪਿੱਛੇ ਭੱਜ ਰਿਹਾ, ਲੇਕਿਨ ਆਪਣੇ ਜੀਵਨ ਦੇ ਲਈ ਕੋਈ ਵੀ ਨਹੀਂ ਭੱਜ ਰਿਹਾ।
ਹਰ ਬੰਦਾ ਭੱਜ ਰਿਹਾ ਵੀ ਮੈਂ ਬਾਹਰ ਚਲੇ ਜਾਵਾਂ। ਕੋਈ ਇੰਗਲੈਂਡ ਜਾਣ ਦੀ ਤਿਆਰੀ ਕਰ ਰਿਹਾ, ਕੋਈ ਅਮਰੀਕਾ ਜਾਣ ਦੀ ਤਿਆਰੀ ਕਰ ਰਿਹਾ, ਕੋਈ ਆਪਣੇ ਬੱਚਿਆਂ ਨੂੰ ਕੋਰਸ ਸਿਖਾਉਣ ਦੀ ਤਿਆਰੀ ਕਰ ਰਿਹਾ। ਮੈਂ ਨਹੀਂ ਕਹਿੰਦਾ ਵੀ ਪੈਸਾ ਨਾ ਕਮਾਓ ਜਾਂ ਕਿਤੇ ਜਾਓ ਨਾ, ਲੇਕਿਨ ਖੁਦਾ ਦੇ ਵਚਨ ਨੂੰ ਪਹਿਲਾਂ ਪਹਿਲ ਦਿਓ, ਫਿਰ ਬਾਕੀ ਕੰਮ ਕਰੋ। ਕਿਉਂਕਿ ਖੁਦਾ ਕਹਿੰਦਾ ਮੇਰੇ ਕੰਮਾਂ ਨੂੰ ਪਹਿਲ ਦਿਓ, ਉਹਦੇ ਕੰਮਾਂ ਨੂੰ ਪਹਿਲ ਦਿਓ ਤੇ ਦੂਜ ਜਿਹਨੂੰ ਮਰਜ਼ੀ ਦੇਈ ਜਾਓ, ਉਹਨਾਂ ਕੋਈ ਮਤਲਬ ਨਹੀਂ। ਪ੍ਰਭੂ ਨੂੰ ਪਹਿਲ ਖੁਦਾ ਦੇ ਕੰਮਾਂ ਨੂੰ ਦੇਣੀ ਜ਼ਰੂਰੀ ਹੈ, ਇਸ ਕਰਕੇ ਹਮੇਸ਼ਾ ਪਹਿਲ ਉਹਨੂੰ ਦਿਓ। ਲੇਕਿਨ ਅੱਜ ਕੀ ਸਮਾਂ ਆ ਗਿਆ, ਅੱਜ ਉਹੀ ਸਮਾਂ ਆ, ਨੂਹ ਦੇ ਦਿਨਾਂ ਵਾਲਾ ਸਮਾਂ ਆ ਗਿਆ ਦੁਬਾਰਾ। ਲੋਕੀ ਸਵਾਰਥੀ ਹੋ ਗਏ ਆ, ਘਮੰਡੀ ਹੋ ਗਏ, ਸਭ ਕੁਝ ਉਹੀ ਚੱਲ ਰਿਹਾ ਹੈ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਿਹੜੇ ਲੋਕ ਵਿਸ਼ਵਾਸੀ ਆ ਉਹ ਖੁਦਾ ਦੇ ਅੱਗੇ ਬੇਨਤੀ ਕਰਕੇ, ਜਿੱਦ ਕਰਕੇ ਵੀ ਚੀਜ਼ ਨੂੰ ਲੈ ਲੈਂਦੇ ਆ। ਉਹ ਕਹਿੰਦੇ ਪ੍ਰਭੂ ਜੀ ਮੈਂ ਤੇਰਾ ਬੇਟਾ, ਮੈਂ ਤੇਰੀ ਬੇਟੀ ਆ, ਮੇਰੇ ਤੇ ਦਇਆ ਕਰ, ਮੇਰੇ ਤੇ ਕਿਰਪਾ ਕਰ। ਹੁਣ ਅਸੀਂ ਪੜ੍ਹਦੇ ਹਾਂ ਲੂਕਾ 18 ਦੇ ਵਿੱਚ ਲਿਖਿਆ ਆ, ਲੂਕਾ 18 ਚ ਲਿਖਿਆ, ਉਸਨੇ ਉਹਨਾਂ ਨੂੰ ਇਸ ਮਤਲਬ ਦਾ ਇੱਕ ਦ੍ਰਿਸ਼ਾਂਤ ਦਿੱਤਾ ਜੋ ਸਦਾ ਪ੍ਰਾਰਥਨਾ ਵਿੱਚ ਲੱਗਿਆ ਰਹਿਣਾ ਅਤੇ ਸੁਸਤੀ ਨਹੀਂ ਕਰਨੀ ਚਾਹੀਦੀ। ਹੁਣ ਯਿਸੂ ਮਸੀਹ ਕਹਿ ਰਹੇ ਵੀ ਸਦਾ ਪ੍ਰਾਰਥਨਾ 'ਚ ਲੱਗੇ ਰਹਿਣਾ, ਕਦੇ ਸੁਸਤੀ ਨਹੀਂ ਕਰਨੀ ਚਾਹੀਦੀ। ਕਿ ਕਿਸੇ ਨਗਰ ਵਿੱਚ ਇੱਕ ਹਾਕਮ ਸੀ ਜਿਸ ਨੂੰ ਨਾ ਪਰਮੇਸ਼ਵਰ ਦਾ ਭੈ ਨਾ ਮਨੁੱਖ ਦੀ ਪਰਵਾਹ ਸੀ। ਲੂਕਾ 18 ਚ ਅਸੀਂ ਪੜ੍ਹ ਰਹੇ ਹਾਂ। ਔਰ ਉਸੇ ਨਗਰ ਵਿੱਚ ਇੱਕ ਵਿਧਵਾ ਸੀ ਅਤੇ ਉਹ ਉਸਦੇ ਕੋਲ ਇਹ ਕਹਿੰਦੀ ਆਉਂਦੀ ਸੀ, ਜੋ ਮੇਰੇ ਵੈਰੀ ਤੋਂ ਮੇਰਾ ਬਦਲਾ ਲੈ ਦੇ। ਹੁਣ ਇੱਕ ਮਨੁੱਖ ਸੀਗਾ ਜਿਹਨੂੰ ਖੁਦਾ ਦਾ ਕੋਈ ਡਰ ਨਹੀਂ ਸੀਗਾ। ਇੱਕ ਮਨੁੱਖ ਸੀ, ਹਾਕਮ ਸੀਗਾ, ਨਾ ਉਹਨੂੰ ਖੁਦਾ ਦਾ ਡਰ ਸੀ, ਨਾ ਮਨੁੱਖਾਂ ਦਾ ਕੋਈ ਡਰ ਸੀਗਾ, ਉਹਨੂੰ ਕਿਸੇ ਦਾ ਭੈ ਨਹੀਂ ਸੀ। ਉਹ ਮਨ ਮੋਜੀ ਸੀਗਾ, ਆਪਣੀ ਮਰਜ਼ੀ ਦੇ ਨਾਲ ਚੱਲਦਾ ਸੀਗਾ। ਤੇ ਇੱਕ ਵਿਧਵਾ ਔਰਤ ਉਹਦੇ ਕੋਲ ਬਾਰ-ਬਾਰ ਜਾ ਕੇ ਕਹਿੰਦੀ ਸੀਗੀ ਵੀ ਮੈਨੂੰ ਇਨਸਾਫ ਦਵਾ, ਮੈਨੂੰ ਇਨਸਾਫ ਦਵਾ। ਕਹਿੰਦੀ ਆਉਂਦੀ ਸੀ ਮੇਰੇ ਵੈਰੀ ਤੋਂ ਮੈਨੂੰ ਬਦਲਾ ਲੈ ਦੇ। ਕਿੰਨਾ ਕੁ ਚਿਰ ਤਾਂ ਉਸਨੇ ਚਾਹਿਆ, ਪਰ ਪਿੱਛੋਂ ਆਪਣੇ ਮਨ ਵਿੱਚ ਕਿਹਾ ਕਿ ਭਾਵੇਂ ਮੈਂ ਨਾ ਪਰਮੇਸ਼ਵਰ ਦਾ ਭੈ ਕਰਦਾ, ਨਾ ਮਨੁੱਖ ਦੀ ਪਰਵਾਹ ਰੱਖਦਾ ਹਾਂ, ਤਾਂ ਵੀ ਇਸ ਲਈ ਜੋ ਇਹ ਵਿਧਵਾ ਮੈਨੂੰ ਜਿੱਚ ਕਰਦੀ ਹੈ, ਮੈਂ ਉਸ ਦਾ ਬਦਲਾ ਲੈ ਦਿਆਂਗਾ। ਅਜਿਹਾ ਨਾ ਹੋਵੇ ਉਹ ਘੜੀ ਮੁੜੀ ਆਣ ਕੇ ਮੇਰਾ ਸਿਰ ਖਾਵੇ। ਹੁਣ ਇਹ ਇੱਕ ਸਰੀਰਕ ਮਨੁੱਖ ਸੀਗਾ, ਇਹਨੂੰ ਰੱਬ ਦਾ ਡਰ ਨਹੀਂ ਸੀਗਾ, ਕਿਸੇ ਦਾ ਡਰ ਨਹੀਂ ਸੀਗਾ। ਇਹਨੇ ਵੀ ਦੇਖਿਆ ਵੀ ਇੱਕ ਔਰਤ ਬਾਰ-ਬਾਰ ਆ ਕੇ ਮੇਰੇ ਕੋਲ ਜਿੱਦ ਕਰ ਰਹੀ ਆ, ਕਹਿੰਦਾ ਹੁਣ ਮੈਨੂੰ ਪਿੱਛਾ ਤਾਂ ਛਡਾਣਾ ਹੀ ਪੈਣਾ ਆ। ਉਹਨੇ ਕੀ ਕੀਤਾ, ਸਿਰ ਖਾਵੇ। ਪ੍ਰਭੂ ਨੇ ਆਖਿਆ ਸੁਣੋ ਕਿ ਇਹ ਬੇਇਨਸਾਫ ਹਾਕਮ ਕੀ ਕਹਿੰਦਾ ਹੈ, ਫਿਰ ਭਲਾ ਪਰਮੇਸ਼ਵਰ ਆਪਣੇ ਚੁਣਿਆ ਹੋਇਆਂ ਦਾ ਬਦਲਾ ਨਾ ਲੈ ਦੇਵੇਗਾ। ਜਿਹੜੇ ਲੋਕ ਵਿਸ਼ਵਾਸ ਕਰਦੇ ਖੁਦਾ ਤੇ, ਜੇ ਉਹ ਖੁਦਾ ਤੋਂ ਬਾਰ-ਬਾਰ ਮੰਗ ਰਹੇ ਆ ਤੇ ਕੀ ਖੁਦਾ ਉਹਨਾਂ ਦੀ ਪ੍ਰਾਰਥਨਾ ਨਹੀਂ ਸੁਣੇਗਾ? ਸੁਣੂਗਾ। ਜੇ ਇੱਕ ਮਨੁੱਖ, ਜਿਹੜਾ ਇੱਕ ਇਹ ਮਨੁੱਖ ਸੀਗਾ, ਇਹਨੇ ਉਸ ਔਰਤ ਦੀ ਪ੍ਰਾਰਥਨਾ ਨੂੰ ਸੁਣਿਆ ਤੇ ਕਹਿੰਦਾ ਪ੍ਰਭੂ ਕੀ ਯਹੋਵਾ ਤੁਹਾਡੀ ਪ੍ਰਾਰਥਨਾ ਨੂੰ ਨਹੀਂ ਸੁਣੇਗਾ? ਜਿਹੜੇ ਰਾਤ ਦਿਨ ਉਸ ਦੀ ਦੁਹਾਈ ਦਿੰਦੇ ਹਨ, ਭਾਵੇਂ ਉਹ ਚੋਖਾ ਚਿਰ ਉਹਨਾਂ ਦੀ ਜਰਦਾ ਹੈ, ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਸ਼ਤਾਬੀ ਉਹਨਾਂ ਦਾ ਬਦਲਾ ਲੈ ਦੇਵੇਗਾ। ਪਰ ਜਦ ਮਨੁੱਖ ਦਾ ਪੁੱਤਰ ਆਵੇਗਾ ਤਦ ਕੀ ਉਹ ਧਰਤੀ ਉੱਤੇ ਨਿਸ਼ਚਾ ਪਾਵੇਗਾ? ਉਹ ਕਹਿੰਦਾ ਜਦੋਂ ਮਨੁੱਖ ਦਾ ਪੁੱਤਰ ਆਵੇਗਾ ਕੀ ਉਹ ਨਿਸ਼ਚਾ ਪਾਵੇਗਾ ਧਰਤੀ ਦੇ ਉੱਪਰ? ਜਿਹੜੀ ਨਿਸ਼ਚਾ ਇੱਕ ਵਿਸ਼ਵਾਸੀ ਦੇ ਅੰਦਰ ਹੋਣੀ ਚਾਹੀਦੀ ਆ। ਉਸਨੇ ਕਈਆਂ ਨੂੰ ਜਿਹੜੇ ਆਪਣੇ ਉੱਤੇ ਭਰੋਸਾ ਰੱਖਦੇ ਸਨ ਭਈ ਅਸੀਂ ਧਰਮੀ ਹਾਂ ਅਤੇ ਹੋਰਨਾਂ ਨੂੰ ਤੁੱਛ ਜਾਣਦੇ ਸਨ, ਇਹ ਦ੍ਰਿਸ਼ਟਾਂਤ ਵੀ ਦਿੱਤਾ ਕਿ ਦੋ ਮਨੁੱਖ ਪ੍ਰਾਰਥਨਾ ਕਰਨ ਲਈ ਹੈਕਲ ਵਿੱਚ ਗਏ, ਇੱਕ ਫਰੀਸੀ ਅਤੇ ਦੂਜਾ ਮਸੂਲੀਆ। ਫਰੀਸੀ ਨੇ ਖਲੋ ਕੇ ਆਪਣੇ ਜੀਵ ਵਿੱਚ ਆਖਿਆ, ਪ੍ਰਾਰਥਨਾ ਕੀਤੀ, ਪਰਮੇਸ਼ਵਰ ਮੈਂ ਤੇਰਾ ਸ਼ੁਕਰ ਕਰਦਾ ਹਾਂ ਮੈਂ ਹੋਰਨਾਂ ਵਰਗਾ ਨਹੀਂ। ਲੇਕਿਨ ਇੱਕ ਪਾਪੀ ਮਨੁੱਖ ਸੀਗਾ ਜਿਹੜਾ ਕਹਿੰਦਾ ਪ੍ਰਭੂ ਜੀ ਮੁਝ ਪਾਪੀ ਤੇ ਦਇਆ ਕਰ। ਤੇ ਤੁਸੀਂ ਦੇਖੋ ਬਾਈਬਲ ਬਿਆਨ ਕਰਦੀ ਆ, ਮੈਂ ਸਾਤੇ ਵਿੱਚ 2 ਵਾਰੀ ਵਰਤ ਰੱਖਦਾ ਹਾਂ, ਮੈਂ ਆਪਣੀ ਸਾਰੀ ਕਮਾਈ ਦਾ ਦਸ਼ਮਾਂਸ਼ ਦਿੰਦਾ ਹਾਂ। ਪਰ ਉਸ ਮਸੂਲੀਏ ਨੇ ਕੁਝ ਫਰਕ ਨਾਲ ਖਲੋ ਕੇ ਇੰਨਾ ਵੀ ਨਾ ਚਾਹਿਆ ਜੋ ਆਪਣੀਆਂ ਅੱਖੀਆਂ ਆਕਾਸ਼ ਵੱਲ ਚੁੱਕੇ, ਸਗੋਂ ਆਪਣੀ ਛਾਤੀ ਪਿੱਟਦਾ ਹੋਇਆ ਇਹ ਕਹਿੰਦਾ ਸੀ, ਹੇ ਪਰਮੇਸ਼ਵਰ ਮੈਂ ਪਾਪੀ ਉੱਤੇ ਦਇਆ ਕਰ। ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਨਹੀਂ ਪਰ ਇਹ ਧਰਮੀ ਠਹਿਰ ਕੇ ਆਪਣੇ ਘਰ ਗਿਆ। ਕਹਿਣ ਦਾ ਮਤਲਬ ਵੀ ਆਪਣੇ ਆਪ ਨੂੰ ਉੱਚਾ ਨਹੀਂ ਕਰਨਾ ਵੀ ਮੈਂ ਬਹੁਤ ਵਿਸ਼ਵਾਸੀ ਆ ਜਾਂ ਮੈਂ ਆ ਮੈਂ ਉਹ ਆ। ਜੇ ਤੁਸੀਂ ਗੁਨਾਹਗਾਰ ਹੋ ਤੇ ਖੁਦਾ ਦੇ ਅੱਗੇ ਆਪਣੇ ਗੁਨਾਹਾਂ ਦੀ ਮਾਫੀ ਮੰਗੋ। ਗੁਨਾਹ ਪ੍ਰਭੂ ਜੀ ਮੈਂ ਪਾਪੀ ਆ, ਮੇਰੇ ਤੇ ਦਇਆ ਕਰ, ਮੈਨੂੰ ਬਹਾਲ ਕਰ। ਜੇ ਤੁਸੀਂ ਖੁਦਾ ਦੇ ਅੱਗੇ ਬਹਾਲੀ ਦੀ ਪ੍ਰਾਰਥਨਾ ਕਰੋਗੇ ਤੇ ਪ੍ਰਭੂ ਤੁਹਾਡੇ ਅੰਦਰ ਉਹ ਵਿਸ਼ਵਾਸ ਭਰੂਗਾ। ਕਿਹੜਾ ਵਿਸ਼ਵਾਸ? ਉਹ ਵਿਸ਼ਵਾਸ ਜਿਹੜਾ ਵਿਸ਼ਵਾਸ ਤੁਹਾਨੂੰ ਰੈਪਚਰ ਦੇ ਵਿੱਚ ਲੈ ਕੇ ਜਾ ਸਕਦਾ ਹੈ। ਲੇਕਿਨ ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਨੀਵਾਂ ਨਹੀਂ ਕਰਦੇ, ਉਦੋਂ ਤੱਕ ਉਹ ਰੈਪਚਰ ਵਾਲਾ ਵਿਸ਼ਵਾਸ ਤੁਹਾਡੇ ਅੰਦਰ ਨਹੀਂ ਆਣਾ। ਅੱਜ ਬਹੁਤ ਲੋਕ ਕਹਿੰਦੇ ਆ ਮੇਰਾ ਰੈਪਚਰ ਹੋ ਜਾਵੇ, ਲੇਕਿਨ ਜਦੋਂ ਤੱਕ ਤੁਹਾਡੇ ਅੰਦਰ ਚੰਗਿਆਈ ਦਾ ਵਿਸ਼ਵਾਸ ਨਹੀਂ ਆ ਜਾਂ ਤੁਹਾਡੇ ਅੰਦਰ ਇਹ ਹੀ ਨਹੀਂ ਵਿਸ਼ਵਾਸ
ਵੀ ਜੇ ਤੁਸੀਂ ਤੰਗੀਆਂ ਮੁਸੀਬਤਾਂ ਦੇ ਵਿੱਚ ਹੋ ਤਾਂ ਪ੍ਰਭੂ ਤੁਹਾਨੂੰ ਛੁਡਾ ਸਕਦਾ, ਤੇ ਤੁਸੀਂ ਰੈਪਚਰ 'ਚ ਕਿੱਦਾਂ ਵਿਸ਼ਵਾਸ ਕਰ ਸਕਦੇ ਵੀ ਅਸੀਂ ਰੈਪਚਰ 'ਚ ਚੱਲ ਜਾਈਏ? ਸਭ ਤੋਂ ਪਹਿਲਾਂ ਵਿਸ਼ਵਾਸ ਹੋਣਾ ਚਾਹੀਦਾ ਆ ਤੁਹਾਨੂੰ ਵੀ ਖੁਦਾਵੰਦ ਜੋ ਤੂੰ ਕਿਹਾ ਤੂੰ ਪੂਰਾ ਕਰੇਗਾ। ਜੇ ਤੁਸੀਂ ਬਿਮਾਰੀਆਂ 'ਚ ਪਰੇਸ਼ਾਨੀਆਂ, ਤੁਸੀਂ ਕਹੋ ਪ੍ਰਭੂ ਜੀ ਮੇਰੀ ਬਿਮਾਰੀਆਂ ਪਰੇਸ਼ਾਨੀਆਂ ਕਲਵਰੀ ਕਰੂਸ ਦੇ ਉੱਪਰ ਖਤਮ ਹੋ ਗਈਆਂ। ਵਿਸ਼ਵਾਸ ਕਰਨਾ ਪੈਣਾ। ਫਿਰ ਜੇ ਤੁਸੀਂ ਵਿਸ਼ਵਾਸ ਕਰੋਗੇ ਤਾਂ ਹੀ ਉਹ ਤੁਹਾਡੇ ਵਿਸ਼ਵਾਸ ਨੂੰ ਹੋਰ ਅੱਗੇ ਵਧਾਵੇਗਾ। ਜੇ ਤੁਸੀਂ ਵਿਸ਼ਵਾਸ ਹੀ ਨਹੀਂ ਕਰੋਗੇ ਉਹਦੀਆਂ ਛੋਟੀਆਂ ਛੋਟੀਆਂ ਗੱਲਾਂ ਤੇ ਪ੍ਰਭੂ ਤੁਹਾਨੂੰ ਵੱਡੀ ਕੰਮਾਂ 'ਚ ਕਿੱਦਾਂ ਵਿਸ਼ਵਾਸੀ ਬਣਾਵੇਗਾ? ਪਹਿਲਾਂ ਇੱਕ ਪੌੜੀ ਤੋਂ ਸਟਾਰਟ ਕਰਨਾ ਪੈਂਦਾ, 2 3 4 5 ਫਿਰ 100ਵੀਂ ਪੌੜੀ ਤੱਕ ਬੰਦਾ ਪਹੁੰਚਦਾ ਹੈ। ਵਿਸ਼ਵਾਸ ਨੂੰ ਵਧਾਉਣਾ ਪੈਂਦਾ ਹੈ। ਵਿਸ਼ਵਾਸ ਨੂੰ ਵਧਾਉਣ ਵਾਸਤੇ ਪ੍ਰਾਰਥਨਾ ਕਰਨੀ ਪੈਂਦੀ, ਪ੍ਰਭੂ ਜੀ ਮੇਰੇ ਵਿਸ਼ਵਾਸ ਨੂੰ ਵਧਾ। ਤੇ ਖੁਦਾ ਕੀ ਕਰਦਾ? ਕਦੇ ਵੀ ਆਪਣੇ ਧੀਆਂ ਪੁੱਤਰਾਂ ਦੀ ਪ੍ਰਾਰਥਨਾਵਾਂ ਨੂੰ ਉਹ ਪਿੱਛੇ ਨਹੀਂ ਛੱਡਦਾ, ਉਹ ਹਮੇਸ਼ਾ ਪ੍ਰਾਰਥਨਾਵਾਂ ਨੂੰ ਸੁਣਦਾ ਹੈ। ਤੁਸੀਂ ਕਹੋ ਖੁਦਾ ਮੈਨੂੰ ਵਿਸ਼ਵਾਸੀ ਬਣਾ, ਤੇ ਦੇਖੋ ਖੁਦਾ ਤੁਹਾਨੂੰ ਕਿੱਦਾਂ ਵਿਸ਼ਵਾਸੀ ਬਣਾਉਂਦਾ। ਫਿਰ ਉਹਦਾ ਕੰਮ ਆ ਤੁਹਾਨੂੰ ਵਿਸ਼ਵਾਸੀ ਬਣਾਉਣਾ। ਜੇ ਤੁਹਾਨੂੰ ਵਿਸ਼ਵਾਸ ਦੀ ਘਟੀ ਆ ਤੇ ਖੁਦਾ ਦੇ ਅੱਗੇ ਘੁਟਨੇ ਟੇਕੋ, ਪ੍ਰਭੂ ਜੀ ਮੈਨੂੰ ਤਾਕਤ ਦੇ, ਸ਼ੈਤਾਨ ਨਾਲ ਲੜਨ ਦਾ ਮੈਨੂੰ ਵਿਸ਼ਵਾਸ ਦੇ ਵੀ ਮੈਂ ਸ਼ੈਤਾਨ ਦੇ ਨਾਲ ਲੜ ਸਕਦਾ ਆ। ਤੁਹਾਨੂੰ ਪਤਾ ਜਦੋਂ ਦਾਊਦ ਗੋਲੀਅਤ ਦੇ ਅੱਗੇ ਗਿਆ ਤੇ ਉਹਦੇ ਅੰਦਰ ਵਿਸ਼ਵਾਸ ਸੀਗਾ, ਉਹਦੇ ਅੰਦਰ ਵਿਸ਼ਵਾਸ ਸੀ। ਉਹਨੇ ਹਾਲਾਤਾਂ ਨੂੰ ਨਹੀਂ ਦੇਖਿਆ ਵੀ ਇਹ ਗੋਲੀਅਤ ਦੀ ਉਚਾਈ ਬੜੀ ਲੰਬੀ ਆ, ਇੱਕੋ ਹਥਿਆਰ ਬਹੁਤ ਤਗੜੇ ਆ, ਲੇਕਿਨ ਮੈਂ ਤਾਂ ਖਾਲੀ ਗਿਆ ਆ। ਲੇਕਿਨ ਦਾਊਦ ਨੇ ਕੀ ਦੇਖਿਆ? ਦਾਊਦ ਨੇ ਇਹ ਦੇਖਿਆ ਕਿ ਮੇਰੇ ਖੁਦਾ ਨੇ ਵਾਅਦਾ ਕੀਤਾ ਮੈਂ ਤੇਰੇ ਅੰਗ ਸੰਗ ਹਾਂ, ਮੈਂ ਤੇਰੇ ਨਾਲ ਆ। ਉਹਨੇ ਵਿਸ਼ਵਾਸ ਕੀਤਾ ਸੀ ਆਪਣੇ ਖੁਦਾਵੰਦ ਤੇ। ਉਸੇ ਵਿਸ਼ਵਾਸ ਦੇ ਦੁਆਰਾ ਜਦੋਂ ਉਹਨੇ ਗੋਪੀਆ ਘੁਮਾਇਆ, ਉਸ ਗੋਪੀਆ ਵਿੱਚੋਂ ਜਿਹੜਾ ਪੱਥਰ ਨਿਕਲਿਆ ਉਹ ਗੋਲੀਅਤ ਦੇ ਸਿਰ ਦੇ ਵਿੱਚ ਵੱਜਿਆ ਤੇ ਗੋਲੀਅਤ ਢੇਰ ਹੋ ਗਿਆ। ਤੇ ਉਸੇ ਦਾਊਦ ਨੇ ਉਹਦੀ ਤਲਵਾਰ ਚੱਕ ਕੇ ਉਹਦਾ ਸਿਰ ਵੜ ਦਿੱਤਾ। ਲੇਕਿਨ ਕਿੱਦਾਂ? ਵਿਸ਼ਵਾਸ ਦੇ ਦੁਆਰਾ। ਉਹਨੇ ਹਾਲਾਤ ਥੋੜੀ ਦੇਖੇ ਸੀਗੇ ਵੀ ਪ੍ਰਭੂ ਇਹ ਬੜਾ ਲੰਬਾ ਆ, ਪਹਿਲਾਂ ਮੈਨੂੰ ਵੀ ਤਾਕਤ ਦੇ, ਮੈਂ 2 ਸਾਲ ਬਾਅਦ ਆਉਂਗਾ ਇਹਨਾਂ ਲੜਨ ਵਾਸਤੇ। ਉਹ ਕਹਿੰਦਾ ਨਹੀਂ, ਮੈਂ ਯਹੋਵਾ ਪਰਮੇਸ਼ਵਰ ਦੇ ਨਾਮ ਦੇ ਵਿੱਚ ਤੈਨੂੰ ਮਾਰਦਾ। ਉਹਨੇ ਉਸੇ ਘੜੀ ਉਹਨੂੰ ਮਾਰ ਦਿੱਤਾ। ਇਹ ਨਾ ਸੋਚੋ ਵੀ ਸ਼ੈਤਾਨ ਨੇ ਤੁਹਾਡੇ ਉੱਪਰ ਬਹੁਤ ਮੁਸੀਬਤਾਂ ਪਾਤੀ, ਤੁਸੀਂ ਕੁਝ ਨਹੀਂ ਕਰ ਸਕਦੇ। ਉਹੀ ਮੌਕਾ ਹੁੰਦਾ ਕੁਝ ਕਰਨ ਦਾ, ਸ਼ੈਤਾਨ ਨੂੰ ਲਤਾੜਨ ਦਾ, ਬਿਮਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦਾ ਮੌਕਾ ਉਹੀ ਹੁੰਦਾ ਜਦੋਂ ਤੁਸੀਂ ਮੁਸੀਬਤ 'ਚ, ਤੰਗੀ 'ਚ, ਪਰੇਸ਼ਾਨੀ 'ਚ ਹੁੰਦੇ ਹੋ। ਉਦੋਂ ਹੀ ਤੁਹਾਡੇ ਕੋਲ ਮੌਕਾ ਹੁੰਦਾ ਆ ਵੀ ਖੁਦਾ ਕੋ ਬਲ ਮੰਗੋ, ਵਿਸ਼ਵਾਸ ਮੰਗੋ। ਇਹ ਬਿਮਾਰੀ ਤੇਰਾ ਕੋਈ ਅਧਿਕਾਰ ਨਹੀਂ ਮੇਰੇ ਤੇ, ਇਹ ਸ਼ੈਤਾਨ ਦੀ ਸ਼ਕਤੀਆਂ ਤੁਹਾਡਾ ਮੇਰੇ ਤੇ ਕੋਈ ਅਧਿਕਾਰ ਨਹੀਂ। ਇਹ ਗੱਲਾਂ ਤੁਹਾਨੂੰ ਖੁਦ ਕਹਿਣੀਆਂ ਪੈਣੀਆਂ ਵਿਸ਼ਵਾਸ ਦੇ ਦੁਆਰਾ। ਜੇ ਤੁਸੀਂ ਸ਼ੈਤਾਨ ਤੋਂ ਡਰੀ ਜਾਓਗੇ ਤੇ ਵਿਸ਼ਵਾਸੀ ਨਹੀਂ ਬਣ ਸਕਦੇ, ਕਿਉਂਕਿ ਵਿਸ਼ਵਾਸੀ ਨਰਕ ਦੇ ਦੁਸ਼ਟ ਆਤਮਿਆਂ ਨੂੰ ਵੀ ਹਿਲਾ ਦਿੰਦਾ ਹੈ। ਨਰਕ ਦੇ, ਭਾਈ ਬ੍ਰੈਨਮ ਨੇ ਕਿਹਾ ਨਰਕ ਦੇ ਦੁਸ਼ਟ ਆਤਮੇ ਇਕੱਠੇ ਹੋ ਕੇ ਵੀ ਇੱਕ ਵਿਸ਼ਵਾਸੀ ਦਾ ਕੁਝ ਨਹੀਂ ਵਿਗਾੜ ਸਕਦੇ। ਇਸ ਕਰਕੇ ਜੇ ਵਿਸ਼ਵਾਸੀ ਬਣਨਾ ਤੇ ਦਾਊਦ ਵਰਗੇ ਵਿਸ਼ਵਾਸੀ ਬਣੋ। ਕਿੱਦਾਂ ਦਾਊਦ ਨੇ ਗੋਲੀਅਤ ਨੂੰ ਮਾਰਿਆ? ਵਿਸ਼ਵਾਸ ਦੇ ਦੁਆਰਾ। ਇਸ ਕਰਕੇ ਇਸਦਾ ਦਾ ਵਿਸ਼ਵਾਸ ਰੱਖਣਾ ਹੈ। ਹੁਣ ਕਿੱਦਾਂ ਇਸ ਔਰਤ ਨੇ ਜਿੱਦ ਕਰਕੇ ਸਭ ਕੁਝ ਲੈ ਲਿਆ। ਹੁਣ ਤੁਹਾਨੂੰ ਪਤਾ ਔਰਤ ਕਿਸ ਚੀਜ਼ ਨੂੰ ਦਰਸਾਉਂਦੀ? ਔਰਤ ਕਲੀਸਿਆ ਨੂੰ ਦਰਸਾਉਂਦੀ ਹੈ। ਇਸ ਔਰਤ ਨੇ ਜਿੱਦ ਕਰਕੇ, ਪ੍ਰਾਰਥਨਾ ਕਰਕੇ ਉਸ ਮਨੁੱਖ ਤੋਂ ਆਪਣੀ ਜਿੱਦ ਮਨਵਾ ਲਈ। ਉਹ ਹਾਕਮ ਨੇ ਕਿਹਾ ਵੀ ਠੀਕ ਆ, ਵੀ ਹੁਣ ਮੈਨੂੰ ਕਰਨਾ ਹੀ ਪੈਣਾ ਹੈ, ਤੇ ਮੇਰੇ ਸਿਰ ਹੀ ਪੈ ਗਈ ਆ ਬਾਰ-ਬਾਰ ਆ ਕੇ, ਤਾਂ ਮੇਰਾ ਖੇੜਾ ਹੀ ਨਹੀਂ ਛੱਡਦੀ। ਤੇ ਕਿੱਦਾਂ ਉਹਨੇ ਆਪਣਾ ਕੰਮ ਕਢਵਾ ਲਿਆ। ਇਸੇ ਤਰ੍ਹਾਂ ਜਦੋਂ ਤੁਸੀਂ ਖੁਦਾ ਦੇ ਅੱਗੇ ਘੁਟਨੇ ਟੇਕ ਕੇ ਕਹੋਗੇ ਪ੍ਰਭੂ ਜੀ ਮੇਰੇ ਤੇ ਦਇਆ ਕਰ, ਦਇਆ ਕਰ, ਕਿਰਪਾ ਕਰ, ਮੇਰੀ ਬਿਮਾਰੀਆਂ ਨੂੰ ਖਤਮ ਕਰ, ਮੇਰੀ ਪਰੇਸ਼ਾਨੀਆਂ ਨੂੰ ਖਤਮ ਕਰ, ਕਰੋ ਪ੍ਰਾਰਥਨਾ ਰੋਜ਼ ਬੈਠ ਕੇ, ਦੇਖੋ ਪ੍ਰਭੂ ਨੂੰ ਫੈਸਲਾ ਲੈਣਾ ਪੈਣਾ। ਫਿਰ ਪ੍ਰਭੂ ਨੇ ਕਹਿਣਾ ਹਾਂ ਇਹ ਰੋਜ਼ ਪ੍ਰਾਰਥਨਾ ਕਰਦਾ, ਮੈਂ ਤੇਰੀ ਪ੍ਰਾਰਥਨਾ ਨੂੰ ਸੁਣਦਾ ਆ। ਫਿਰ ਪ੍ਰਭੂ ਤੁਹਾਨੂੰ ਜਵਾਬ ਦੇਵੇਗਾ। ਜੇ ਤੁਸੀਂ ਕਹਿੰਦੇ ਸਾਡੇ ਕੰਮ ਨਹੀਂ ਹੋ ਰਹੇ, ਕਰੋ ਪ੍ਰਾਰਥਨਾ, ਤੁਹਾਡੇ ਕੰਮ ਵੀ ਹੋਣਗੇ। ਲੇਕਿਨ ਪ੍ਰਭੂ ਚਾਹੁੰਦਾ ਆ ਵੀ ਤੁਸੀਂ ਉਸ ਪ੍ਰਤੀਕਿਰਿਆ ਦੇ ਵਿੱਚ ਆਓ, ਉਸ ਵਿਸ਼ਵਾਸ ਨੂੰ ਬਾਹਰ ਕੱਢੋ, ਫਿਰ ਖੁਦਾ ਕੰਮ ਕਰਦਾ ਹੈ। ਲੇਕਿਨ ਜੇ ਕੋਈ ਕਹੇ ਬੈਠੇ ਬਿਠਾਏ ਮੇਰਾ ਕੰਮ ਹੋ ਜੇ, ਬੈਠੇ ਬਿਠਾਏ ਕੰਮ ਨਹੀਂ ਹੋਣਾ। ਤੁਹਾਨੂੰ ਪਤਾ ਘਰ ਚਲਾਉਣ ਵਾਸਤੇ ਵੀ ਕੰਮ ਕਰਨਾ ਪੈਂਦਾ, ਪੈਸਾ ਕਮਾਉਣਾ ਪੈਂਦਾ ਹੈ, ਮਿਹਨਤ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਖੁਦਾ ਤੋਂ ਜੇ ਕੁਝ ਪਾਣਾ ਆ ਤੇ ਉਹਦੇ ਅੱਗੇ ਪ੍ਰਾਰਥਨਾ ਕਰਨੀ ਪੈਣੀ ਹੈ। ਉਹਦੇ ਅੱਗੇ ਕੋਈ ਪੁੱਠੇ ਸਿੱਧੇ ਪਖੰਡ ਨਹੀਂ ਕਰਨੇ, ਉਹਦੇ ਅੱਗੇ ਘੁਟਨੇ ਟੇਕ ਕੇ ਹਲੀਮੀ ਦੇ ਨਾਲ ਪ੍ਰਾਰਥਨਾ ਕਰਨੀ ਹੈ। ਪ੍ਰਭੂ ਮੁਝ ਪਾਪੀ ਤੇ ਦਇਆ ਕਰ, ਮੈਂ ਤੇਰਾ ਬੇਟਾ ਆ, ਮੈਂ ਤੇਰੀ ਬੇਟੀ ਆ, ਜੇ ਮੇਰੇ ਤੇ ਕੋਈ ਗਲਤੀ ਗੁਨਾਹ ਹੋਏ ਮੈਨੂੰ ਮਾਫ ਕਰ ਦੇ ਪ੍ਰਭੂ, ਮੇਰੇ ਤੇ ਦਇਆ ਕਰ, ਮੈਨੂੰ ਬਹਾਲ ਕਰ। ਜਦੋਂ ਸੈਮਸਨ ਨੇ ਵੀ ਕਿਹਾ ਸੀਗਾ, ਚਾਹੇ ਸੈਮਸਨ ਤੋਂ ਗਲਤੀ ਹੋਈ ਸੀ, ਜੋ ਸੈਮਸਨ ਨੇ ਕਿਹਾ ਪ੍ਰਭੂ ਜੀ ਇੱਕ ਵਾਰ ਫਿਰ ਉਹੀ ਬਲ ਦੇ, ਤੇ ਕੀ ਪ੍ਰਭੂ ਨੇ ਕਿਹਾ ਵੀ ਤੂੰ ਗਲਤੀ ਕੀਤੀ, ਮੈਂ ਤੈਨੂੰ ਬਲ ਨਹੀਂ ਦੇਣਾ। ਜਦੋਂ ਉਹਨੇ ਪ੍ਰਭੂ ਤੋਂ ਮੰਗਿਆ, ਪ੍ਰਭੂ ਕਹਿੰਦਾ ਆ ਚੱਕ। ਜਦੋਂ ਉਹਨੇ ਥੰਮਾਂ ਨੂੰ ਖਿੱਚਿਆ ਤੇ ਕਿੱਦਾਂ ਸਾਰੇ ਲੋਕ ਮਾਰੇ ਗਏ।
ਜਿਹੜੇ ਉਹਦਾ ਠੱਠਾ ਉਡਾ ਰਹੇ ਸੀ। ਫਿਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਪ੍ਰਭੂ ਤੇ ਇਹਦੇ ਨਾਲ ਹੀ ਆ। ਇਸ ਕਰਕੇ ਡਰੋ ਨਾ, ਘਬਰਾਓ ਨਾ, ਉਹਦੇ ਖੁਦਾ ਦੇ ਅੱਗੇ ਬੇਨਤੀ ਪ੍ਰਾਰਥਨਾ ਕਰਦੇ ਰਹੋ ਹਮੇਸ਼ਾ। ਕਿੱਦਾਂ ਇਸ ਔਰਤ ਨੇ ਜਿੱਦ ਕਰਕੇ ਹਾਕਮ ਤੋਂ ਆਪਣਾ ਕੰਮ ਕਢਾਇਆ, ਇਸੇ ਤਰ੍ਹਾਂ ਖੁਦਾ ਕਹਿੰਦਾ ਵੀ ਮੈਂ ਤਾਂ ਤੁਹਾਡਾ ਜਿਉਂਦਾ ਖੁਦਾ ਆ, ਜੇ ਮੈਨੂੰ ਪੁਕਾਰੋਗੇ ਤੇ ਕੀ ਮੈਂ ਤੁਹਾਡੀ ਪ੍ਰਾਰਥਨਾ ਨਹੀਂ ਸੁਣੂੰਗਾ। ਉਹ ਕਹਿੰਦਾ ਖਟਖਟਾਓ ਤਾਂ ਖੋਲਿਆ ਜਾਵੇਗਾ, ਮੰਗੋ ਤਾਂ ਦਿੱਤਾ ਜਾਵੇਗਾ। ਹੁਣ ਨਾ ਤੁਸੀਂ ਖਟਖਟਾਉਂਦੇ ਵੀ ਪ੍ਰਭੂ ਮੈਨੂੰ ਕੁਝ ਦੇ, ਨਾ ਤੁਸੀਂ ਮੰਗਦੇ ਹੋ। ਮੰਗੋਗੇ ਤਾਂ ਹੀ ਦਊਗਾ, ਬਿਨਾ ਮੰਗੇ ਤਾਂ ਇੱਕ ਛੋਟੇ ਬੱਚੇ ਨੂੰ ਮਾਂ ਦੁੱਧ ਵੀ ਨਹੀਂ ਪਿਲਾਉਂਦੀ। ਉਹ ਕਹਿੰਦੀ ਹਰੇ ਇਹਨੂੰ ਭੁੱਖ ਨਹੀਂ ਲੱਗੀ, ਸੁੱਤਾ ਰਹਿਣ ਤੋਂ ਕੋਈ ਗੱਲ ਨਹੀਂ। ਲੇਕਿਨ ਜਦੋਂ ਬੱਚਾ ਰੋਂਦਾ, ਮਾਂ ਨੂੰ ਪਤਾ ਲੱਗਦਾ ਵੀ ਇਹਨੂੰ ਦੁੱਧ ਦੀ ਲੋੜ ਆ, ਇਹਨੂੰ ਖਾਣੇ ਦੀ ਲੋੜ ਆ, ਉਹਨੂੰ ਫੀਡ ਦੀ ਲੋੜ ਆ, ਉਹਨੂੰ ਦਿੱਤਾ ਜਾਂਦਾ ਆ। ਇਸੇ ਤਰ੍ਹਾਂ ਤੁਹਾਡਾ ਪ੍ਰਭੂ ਵੀ, ਇਹ ਤੁਸੀਂ ਰੋਲਾ ਪਾਉਂਦੇ ਖੁਦਾ ਮੈਨੂੰ ਦੇ, ਉਹ ਤੁਹਾਨੂੰ ਦਿੰਦਾ ਆ। ਫਿਰ ਤੁਸੀਂ ਵਿਸ਼ਵਾਸ ਦੇ ਦੁਆਰਾ ਸਭ ਕੁਝ ਲੈ ਸਕਦੇ ਹੋ, ਲੇਕਿਨ ਤੁਹਾਨੂੰ ਵਿਸ਼ਵਾਸ ਵਾਲੀ ਪ੍ਰਾਰਥਨਾ ਕਰਨੀ ਪੈਣੀ ਆ, ਫਿਰ ਤੁਹਾਨੂੰ ਸਭ ਕੁਝ ਮਿਲੂਗਾ, ਇਦਾਂ ਨਹੀਂ। ਆਓ ਅਸੀਂ ਕੱਢਦੇ ਹਾਂ ਮੱਤੀ 15 ਦੀ 1। ਮੱਤੀ 15 ਦੀ 1 ਕੱਢਾਂ। ਮੱਤੀ 15 ਦੀ 1 ਵਿੱਚ ਲਿਖਿਆ, ਤਦ ਫਰੀਸੀਆਂ ਅਤੇ ਗ੍ਰੰਥੀਆਂ ਨੇ ਯਰੂਸ਼ਲਮ ਤੋਂ ਯੀਸ਼ੂ ਦੇ ਕੋਲ ਆਣ ਕੇ ਕਿਹਾ, ਤੇਰੇ ਚੇਲੇ ਵੱਡਿਆਂ ਦੀ ਰੀਤ ਨੂੰ ਕਿਉਂ ਉਲੰਘਣ ਕਰਦੇ ਹਨ ਕਿ ਰੋਟੀ ਖਾਣ ਦੇ ਵੇਲੇ ਹੱਥ ਨਹੀਂ ਧੋਂਦੇ। ਪਰ ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਤੁਸੀਂ ਵੀ ਕਿਉਂ ਆਪਣੀ ਰੀਤ ਨਾਲ ਪਰਮੇਸ਼ਵਰ ਦੇ ਹੁਕਮ ਦੀ ਉਲੰਘਣਾ ਕਰਦੇ ਹੋ। ਕਿਉਂ ਜੋ ਪਰਮੇਸ਼ਵਰ ਨੇ ਫਰਮਾਇਆ ਹੈ ਕਿ ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਆਦਰ ਕਰ, ਅਤੇ ਜਿਹੜਾ ਪਿਤਾ ਜਾਂ ਮਾਤਾ ਨੂੰ ਮੰਦਾ ਬੋਲੇ ਉਹ ਜਾਨੋਂ ਮਾਰਿਆ ਜਾਵੇ। ਪਰ ਤੁਸੀਂ ਆਖਦੇ ਹੋ ਭਾਈ ਜਿਹੜਾ ਪਿਤਾ ਜਾਂ ਮਾਤਾ ਨੂੰ ਕਹੇ ਜੋ ਕੁਝ ਮੇਰੇ ਕੋਲੋਂ ਤੈਨੂੰ ਲਾਭ ਹੋ ਸਕਦਾ ਸੀ। ਕਹਿੰਦਾ ਜੇ ਕੋਈ ਆਪਣੇ ਮਾਤਾ ਜਾਂ ਪਿਤਾ ਨੂੰ ਕਹੇ ਵੀ ਜੋ ਮੈਂ ਤੈਨੂੰ ਦੇ ਸਕਦਾ ਸੀ ਮੈਂ ਤਾਂ ਦਾਨ ਕਰਤਾ, ਕਹਿੰਦਾ ਉਸ ਚੀਜ਼ ਨੂੰ ਮੈਂ ਦਾਨ ਕਰਤਾ, ਉਹ ਭੇਟ ਹੋ ਗਿਆ, ਉਹ ਆਪਣੇ ਮਾਤਾ ਜਾਂ ਪਿਤਾ ਦਾ ਆਦਰ ਨਾ ਕਰੇ। ਇਉਂ ਤੁਸੀਂ ਆਪਣੀ ਰੀਤ ਨਾਲ ਪਰਮੇਸ਼ਵਰ ਦੇ ਵਚਨ ਨੂੰ ਅਕਾਰਤ ਕਰ ਦਿੱਤਾ। ਹੇ ਕਪਟਿਓ, ਯਸ਼ਾਇਆ ਤੁਹਾਡੇ ਵਿਖੇ ਠੀਕ ਅਗੰਮਵਾ ਕੀਤਾ। ਇਹ ਲੋਕ ਬੁੱਲਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਇਹਨਾਂ ਦੇ ਦਿਲ ਮੇਰੇ ਤੋਂ ਦੂਰ ਹਨ, ਇਹ ਵਿਅਰਥ ਮੇਰੀ ਉਪਾਸਨਾ ਕਰਦੇ ਹਨ। ਹੁਣ ਕੀ ਹੋਇਆ, ਜਦੋਂ ਫਰੀਸੀ ਯੀਸ਼ੂ ਮਸੀਹ ਦੇ ਕੋਲ ਆ ਕੇ ਕਹਿਣ ਲੱਗੇ ਤੇਰੇ ਚੇਲੇ ਤਾਂ ਹੱਥ ਵੀ ਨਹੀਂ ਧੋਂਦੇ, ਵੀ ਤੇਰੇ ਚੇਲੇ ਹੱਥ ਨਹੀਂ ਧੋ ਰਹੇ। ਲੇਕਿਨ ਯੀਸ਼ੂ ਮਸੀਹ ਨੇ ਕੀ ਕਿਹਾ? ਯੀਸ਼ੂ ਮਸੀਹ ਕਹਿੰਦਾ ਵੀ ਤੁਸੀਂ ਕਿਹੜਾ ਰੀਤ ਪੂਰੀ ਕਰ ਰਹੇ ਹੋ, ਤੁਸੀਂ ਵੀ ਇਸ ਰੀਤ ਨੂੰ ਪੂਰੀ ਨਹੀਂ ਕਰ ਰਹੇ। ਜਦੋਂ ਤੁਹਾਡੇ ਮਾਂ-ਪਿਓ ਨੂੰ ਦੇਣ ਦੀ ਵਾਰੀ ਆਂਦੀ, ਕਿਉਂਕਿ ਉਸ ਸਮੇਂ ਮਾਂ-ਪਿਓ ਦਾ ਆਦਰ ਬਹੁਤ ਕੀਤਾ ਜਾਂਦਾ ਸੀਗਾ, ਉਸ ਸਮੇਂ ਇੱਕ ਰੀਤ ਸੀ ਵੀ ਮਾਂ-ਪਿਓ ਦਾ ਆਦਰ ਕਰਨਾ। ਲੇਕਿਨ ਕੀ ਹੁੰਦਾ ਸੀ, ਉਹਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਜਦੋਂ ਦੇਣ ਦੀ ਵਾਰੀ ਆਂਦੀ, ਤੁਸੀਂ ਕਹਿੰਦੇ ਹੋ ਵੀ ਅਸੀਂ ਜੋ ਤੁਹਾਨੂੰ ਦੇਣਾ ਸੀ ਆਪਣੇ ਮਾਂ-ਪਿਓ ਨੂੰ, ਅਸੀਂ ਤਾਂ ਖੁਦਾ ਦੇ ਕੰਮਾਂ ਨੂੰ ਲਗਾਤਾ। ਕਹਿੰਦਾ ਤੁਸੀਂ ਵੀ ਰੀਤ ਦੇ ਅਨੁਸਾਰ ਨਹੀਂ ਚੱਲ ਰਹੇ। ਤੇ ਕੀ ਹੋਇਆ, ਹੇ ਕਪਟਿਓ, ਯਸ਼ਾਇਆ ਨੇ ਤੁਹਾਡੇ ਬਾਰੇ ਠੀਕ ਆਖਿਆ। ਹੁਣ ਪ੍ਰਭੂ ਕਹਿੰਦਾ ਹੇ ਕਪਟਿਓ, ਪ੍ਰਭੂ ਨੇ ਤੁਹਾਡੇ ਬਾਰੇ ਠੀਕ ਆਖਿਆ ਆ। ਹੁਣ ਬਹੁਤ ਲੋਕ ਆ ਜਿਹੜੇ ਆਪਣੇ ਆਪ ਨੂੰ ਧਰਮੀ ਦਿਖਾਣਾ ਚਾਹੁੰਦੇ ਆ, ਲੇਕਿਨ ਉਹਨਾਂ ਦੇ ਕੰਮ ਵਚਨ ਦੇ ਅਨੁਸਾਰ ਨਹੀਂ। ਇਸੇ ਤਰ੍ਹਾਂ ਇਹ ਵੀ ਫੱਕੀ ਫਰੀਸੀ ਆਪਣੇ ਆਪ ਨੂੰ ਧਰਮੀ ਦਿਖਾਉਂਦੇ ਸੀਗੇ, ਲੇਕਿਨ ਇਹਨਾਂ ਦੇ ਜਿਹੜੇ ਕੰਮ ਸੀ ਉਹ ਵਚਨ ਦੇ ਅਨੁਸਾਰ ਨਹੀਂ ਸੀਗੇ। ਇਸ ਕਰਕੇ ਪ੍ਰਭੂ ਨੇ ਇਹਨਾਂ ਨੂੰ ਡਾਂਟਿਆ। ਇਸੇ ਤਰ੍ਹਾਂ ਅੱਜ ਵੀ ਬੜੇ ਮਨੁੱਖ ਆ ਜਿਹੜੇ ਆਪਣੇ ਆਪ ਨੂੰ ਧਰਮੀ ਕਹਿੰਦੇ ਆ ਵੀ ਅਸੀਂ ਵਚਨ ਦੇ ਅਨੁਸਾਰ ਜਿਉਂਦੇ ਆ, ਲੇਕਿਨ ਜਦੋਂ ਵਚਨ ਦੀ ਗੱਲ ਆਉਂਦੀ ਆ ਤੇ ਉਹ ਲੋਕ ਵਚਨ ਦਾ ਇਨਕਾਰ ਕਰ ਦਿੰਦੇ ਆ। ਇਹੋ ਜਿਹੇ ਲੋਕਾਂ ਨੂੰ ਖੁਦਾ ਕਦੇ ਵੀ ਪਸੰਦ ਨਹੀਂ ਕਰਦਾ। ਹੁਣ ਅਸੀਂ ਪੜ੍ਹਦੇ ਆ ਲੂਕਾ 2:25, ਲੂਕਾ 2:25 ਕੱਢਾਂਗੇ। ਲੂਕਾ 2:25, ਅਤੇ ਵੇਖੋ ਯਰੂਸ਼ਲਮ ਵਿੱਚ ਸ਼ਿਮਯੋਨ ਕਰਕੇ ਇੱਕ ਮਨੁੱਖ ਸੀ, ਉਹ ਧਰਮੀ ਅਤੇ ਭਗਤ ਲੋਕ ਸੀ। ਹੁਣ ਤੁਹਾਨੂੰ ਪਤਾ ਸ਼ਿਮਯੋਨ ਕੌਣ ਸੀਗਾ? ਇਹ ਉਹੀ ਮਨੁੱਖ ਸੀਗਾ ਜਿਹਨੂੰ ਕਿਹਾ ਗਿਆ ਸੀ ਪਵਿੱਤਰ ਆਤਮਾ ਵੱਲੋਂ, ਜਦੋਂ ਤੱਕ ਤੂੰ ਯੀਸ਼ੂ ਮਸੀਹ ਨੂੰ ਨਹੀਂ ਦੇਖਦਾ ਤੂੰ ਮਰੇਗਾ ਨਹੀਂ। ਉਹ ਧਰਮੀ ਸੀ ਅਤੇ ਭਗਤ ਲੋਕ ਸੀ ਅਤੇ ਇਸਰਾਇਲ ਦੀ ਤਸੱਲੀ ਦੀ ਉਡੀਕ ਵਿੱਚ ਸੀ, ਔਰ ਪਵਿੱਤਰ ਆਤਮਾ ਉਸ ਉੱਤੇ ਸੀ, ਔਰ ਉਸ ਨੂੰ ਪਵਿੱਤਰ ਆਤਮਾ ਨੇ ਖਬਰ ਦਿੱਤੀ ਸੀ ਭਈ ਜਦ ਤੱਕ ਤੂੰ ਪ੍ਰਭੂ ਦੇ ਮਸੀਹ ਨੂੰ ਨਾ ਵੇਖੇ ਤੂੰ ਨਾ ਮਰੇਗਾ। ਉਹ ਆਤਮਾ ਦੀ ਗਵਾਹੀ ਨਾਲ ਹੈਕਲ ਵਿੱਚ ਆਇਆ। ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਿਹੜਾ ਇਹ ਮਨੁੱਖ ਸੀਗਾ ਜਿਹਦਾ ਨਾਮ ਸ਼ਿਮਯੋਨ ਸੀਗਾ, ਇਹਨੂੰ ਕਿਹਾ ਗਿਆ ਸੀ ਪਵਿੱਤਰ ਆਤਮਾ ਵੱਲੋਂ ਜਦੋਂ ਤੱਕ ਤੂੰ ਮਸੀਹ ਨੂੰ ਨਹੀਂ ਵੇਖਦਾ ਤੂੰ ਮਰੇਗਾ ਨਹੀਂ। ਹੁਣ ਤੁਹਾਨੂੰ ਪਤਾ ਭਾਈ ਬ੍ਰੈਨਮ ਨੇ ਕਿਹਾ ਬੜੇ ਲੋਕਾਂ ਨੇ ਇਹਦਾ ਮਜ਼ਾਕ ਉਡਾਇਆ ਹੋਣਾ
ਵੀ ਅਸੀਂ ਤਾਂ ਗੁਲਾਮ ਆ ਪਹਿਲਾਂ ਹੀ, ਤੇ ਇਹ ਮਸੀਹ ਦੀ ਉਡੀਕ ਕਰ ਰਿਹਾ ਆ। ਹੁਣ ਨਬੀ ਨੇ ਕਿਹਾ ਸ਼ਮਯੂਨ ਨਾਮੇ ਇੱਕ ਮਨੁੱਖ ਸੀ, ਸ਼ਾਇਦ ਉਸਦੀ ਦਾੜੀ ਚਿੱਟੀ ਹੋਵੇ, ਉਸਦੇ ਵਾਲ ਲਗਭਗ ਚਿੱਟੇ ਹੋਣ, ਉਹਦੀ ਉਮਰ 80 ਸਾਲ ਦੀ ਹੋਵੇ। ਉਹ ਬਹੁਤ ਹੀ ਪਵਿੱਤਰ ਅਤੇ ਧਰਮੀ ਪੁਰਖ ਸੀ ਅਤੇ ਪਵਿੱਤਰ ਆਤਮਾ ਉਸਦੇ ਉੱਤੇ ਪ੍ਰਗਟ ਕੀਤਾ ਸੀ। ਜਦ ਤੱਕ ਉਹ ਪ੍ਰਭੂ ਦੇ ਮਸੀਹ ਨੂੰ ਨਾ ਵੇਖੇ ਉਹ ਨਹੀਂ ਮਰੇਗਾ। ਅਤੇ ਉਹ ਲੋਕਾਂ ਨੂੰ ਇਹ ਦੱਸਣ ਤੋਂ ਡਰਿਆ ਨਹੀਂ ਕਿ ਜਦ ਤੱਕ ਉਹ ਮਸੀਹ ਨੂੰ ਨਾ ਵੇਖੇ ਉਹ ਨਹੀਂ ਮਰੇਗਾ। ਹੁਣ ਇਦਾਂ ਤਾਂ ਨਹੀਂ ਉਹਨੇ ਨਹੀਂ ਦੱਸਿਆ ਹੋਊਗਾ, ਉਹਨੇ ਕਈਆਂ ਨੂੰ ਦੱਸਿਆ ਹੋਣਾ ਵੀ ਮੈਂ ਮਸੀਹ ਨੂੰ ਦੇਖ ਕੇ ਮਰੂੰਗਾ। ਹੁਣ ਤੁਹਾਨੂੰ ਪਤਾ ਜਦੋਂ ਉਹਨੇ ਦੱਸਿਆ ਹੋਵੇਗਾ ਕਿੱਦਾਂ ਲੋਕਾਂ ਨੇ ਉਹਦਾ ਮਜ਼ਾਕ ਉਡਾਇਆ ਹੋਣਾ ਆ। ਲੇਕਿਨ ਉਸ ਮਨੁੱਖ ਨੇ ਹਾਲਾਤਾਂ ਨੂੰ ਨਹੀਂ ਵੇਖਿਆ, ਉਹਦੇ ਉੱਪਰ ਵਾਅਦੇ ਨੂੰ ਪੂਰਾ ਕੀਤਾ ਜਾਣਾ ਸੀਗਾ। ਉਹਦੇ ਨਾਲ ਵਾਅਦਾ ਕੀਤਾ ਗਿਆ ਸੀ ਸ਼ਮਯੋਨ ਦੇ ਨਾਲ, ਜਦੋਂ ਤੱਕ ਤੂੰ ਮਸੀਹ ਨੂੰ ਨਹੀਂ ਵੇਖਦਾ ਤੂੰ ਮਰੇਗਾ ਨਹੀਂ। ਹੁਣ ਤੁਹਾਨੂੰ ਪਤਾ ਉਹਦੇ ਅੰਦਰ ਇੱਕ ਵਿਸ਼ਵਾਸ ਸੀਗਾ ਵੀ ਪਵਿੱਤਰ ਆਤਮਾ ਦੇ ਉਹਨਾਂ ਇਹ ਗੱਲ ਪੱਕੀ ਕੀਤੀ ਸੀਗੀ। ਹੁਣ ਲੋਕ ਕੀ ਕਹਿ ਰਹੇ ਸੀਗੇ ਉਹਨੂੰ ਮਤਲਬ ਨਹੀਂ ਸੀਗਾ। ਕਿਹੋ ਜਿਹੇ ਹਾਲਾਤਾਂ ਵਿੱਚੋਂ ਨਿਕਲਿਆ, ਮਜ਼ਾਕ ਵਿੱਚੋਂ ਨਿਕਲਿਆ, ਉਹਦਾ ਠੱਠਾ ਉਡਾਇਆ ਗਿਆ, ਇਹ ਚੀਜ਼ਾਂ ਨੂੰ ਉਹਨੇ ਨਹੀਂ ਦੇਖਿਆ। ਉਹਨੇ ਖੁਦਾ ਦੇ ਵਚਨ ਵੱਲ ਦੇਖਿਆ ਸੀਗਾ ਵੀ ਮੈਨੂੰ ਖੁਦਾ ਦੇ ਪਵਿੱਤਰ ਆਤਮਾ ਨੇ ਕੀ ਕਿਹਾ। ਤੁਸੀਂ ਕਲਪਨਾ ਕਰ ਸਕਦੇ ਹੋ ਇੱਕ ਬੁੱਢਾ ਆਦਮੀ, ਤੁਸੀਂ ਜਾਣਦੇ ਹੋ ਬੁੱਢਾ ਹੋ ਗਿਆ ਸੀ। ਹੁਣ ਲੋਕੀ ਕਹਿੰਦੇ ਹੁਣ ਉਹਦਾ ਦਿਮਾਗ ਖਰਾਬ ਹੋ ਗਿਆ ਹੈ, ਇਹ ਮਸੀਹ ਦੀ ਉਡੀਕ ਕਰ ਰਿਹਾ, ਅਸੀਂ ਤਾਂ ਇੱਥੇ ਕੈਦ ਹੋਏ ਬੈਠੇ ਹੈ। ਪਰੰਤੂ ਸ਼ਮਯੂਨ ਕੋਲ ਵਿਸ਼ਵਾਸ ਕਰਨ ਲਈ ਇੱਕ ਆਧਾਰ ਸੀਗਾ। ਜਿਹੜਾ ਸ਼ਮਯੂਨ ਸੀ, ਭਾਈ ਬ੍ਰੈਨਮ ਨੇ ਕਿਹਾ ਉਹਦੇ ਕੋਲ ਇੱਕ ਆਧਾਰ ਸੀ ਵਿਸ਼ਵਾਸ ਕਰਨ ਦਾ, ਕਿਉਂਕਿ ਉਸਦੇ ਉੱਤੇ ਪਵਿੱਤਰ ਆਤਮਾ ਰਾਹੀਂ ਪ੍ਰਗਟ ਕੀਤਾ ਗਿਆ ਸੀ ਕਿ ਜਦੋਂ ਤੱਕ ਤੂੰ ਮਸੀਹ ਨੂੰ ਨਾ ਵੇਖ ਲਵੇਂ ਤੂੰ ਨਹੀਂ ਮਰੇਗਾ। ਹੁਣ ਤੁਹਾਨੂੰ ਪਤਾ ਜਿਹਦੇ ਅੰਦਰ ਪਵਿੱਤਰ ਆਤਮਾ ਦੀ ਸ਼ਕਤੀ ਆ ਜਾਵੇ, ਜਿਹਨੂੰ ਪਵਿੱਤਰ ਆਤਮਾ ਕੁਝ ਕਹਿ ਦਵੇ ਉਹਨੂੰ ਲੋਕ ਪਾਗਲ ਕਹਿੰਦੇ ਆ। ਕਈ ਵਾਰ ਤੁਹਾਨੂੰ ਪਤਾ ਲੋਕ ਕਹਿ ਦਿੰਦੇ ਆ ਵੀ ਇਹ ਆਤਮਿਕ ਗੱਲਾਂ ਕਰਦਾ ਜੀ, ਇਹ ਪਾਗਲ ਹੋ ਗਿਆ ਆ, ਇਹ ਉੱਪਰ ਦੀ ਗੱਲਾਂ ਕਰਦਾ। ਲੇਕਿਨ ਤੁਹਾਨੂੰ ਦੱਸਣਾ ਚਾਹੁੰਦਾ ਆ ਆਤਮਿਕ ਮਨੁੱਖ ਨੂੰ ਲੋਕ ਪਾਗਲ ਕਹਿੰਦੇ ਆ, ਸੱਚਾਈ ਆ। ਜਿਹੜਾ ਬੰਦਾ ਆਤਮਿਕ ਹੁੰਦਾ ਕਿਉਂਕਿ ਸਰੀਰਕ ਨਹੀਂ ਨਾ ਹੁੰਦਾ, ਉਹ ਉੱਪਰਲੀ ਗੱਲਾਂ ਕਰਦਾ, ਥੱਲੇ ਦੀ ਗੱਲਾਂ ਤਾਂ ਉਹ ਕਰਦੇ ਜਿਹੜੇ ਸਰੀਰ ਦੇ ਨਾਲ ਨਟ ਬੋਲ ਜੁੜੇ ਹੁੰਦੇ ਆ। ਹੁਣ ਇਸੇ ਤਰ੍ਹਾਂ ਇਹਨੇ ਪਵਿੱਤਰ ਆਤਮਾ ਦੀ ਆਵਾਜ਼ ਨੂੰ ਸੁਣਿਆ ਸੀਗਾ ਵੀ ਚਾਹੇ ਤੂੰ ਬੁੱਢਾ ਹੋ ਗਿਆ ਲੇਕਿਨ ਮਸੀਹ ਨੂੰ ਦੇਖੇਗਾ ਤਾਂ ਹੀ ਮਰੇਗਾ, ਉਸ ਤੋਂ ਪਹਿਲਾਂ ਤੂੰ ਮਰੇਗਾ ਨਹੀਂ। ਹੁਣ ਲੋਕ ਕਹਿ ਰਹੇ ਸੀ ਵੀ ਇਹ ਪਾਗਲ ਆ, ਕਿੱਦਾਂ ਲੋਕਾਂ ਨੇ ਮਜ਼ਾਕ ਉਡਾਇਆ ਹੋਣਾ, ਲੇਕਿਨ ਉਹਨੇ ਹਾਲਾਤਾਂ ਵੱਲ ਨਹੀਂ ਦੇਖਿਆ, ਉਹਨੇ ਜਿਉਂਦੇ ਵਚਨ ਵੱਲ ਦੇਖਿਆ। ਹੁਣ ਨਬੀ ਕਹਿੰਦਾ ਉਸਦੇ ਕੋਲ ਵਿਸ਼ਵਾਸ ਸੀਗਾ, ਕਹਿੰਦਾ ਉਹਦੇ ਕੋਲ ਵਿਸ਼ਵਾਸ ਸੀਗਾ। ਹੁਣ ਵਿਸ਼ਵਾਸ ਕਰਨ ਲਈ ਇਹ ਵਧੀਆ ਤਰੀਕਾ ਹੈ, ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਪ੍ਰਗਟ ਕਰ ਦਿੰਦਾ ਹੈ ਤਾਂ ਬਸ ਨਿਸ਼ਚਾ ਕਰੋ। ਜਦੋਂ ਵੀ ਪਵਿੱਤਰ ਆਤਮਾ ਨਬੀ ਕਹਿੰਦਾ ਤੁਹਾਡੇ ਉੱਤੇ ਕੁਝ ਪ੍ਰਗਟ ਕਰਦਾ ਤੇ ਤੁਹਾਨੂੰ ਕੀ ਕਰਨਾ, ਸਿਰਫ ਤੇ ਸਿਰਫ ਤੁਹਾਨੂੰ ਨਿਸ਼ਚਾ ਕਰਨ ਦੀ ਲੋੜ ਆ, ਹੋਰ ਕੁਝ ਵੀ ਨਾ ਕਰੋ। ਸਿਰਫ ਵਿਸ਼ਵਾਸ ਕਰੋ ਕਿ ਮੈਨੂੰ ਖੁਦਾ ਦੇ ਆਤਮਾ ਨੇ ਆ ਕਿਹਾ ਆ, ਮੈਨੂੰ ਵਚਨ ਨੇ ਆ ਕਿਹਾ ਆ, ਪ੍ਰਭੂ ਇਹ ਮੇਰੇ ਜੀਵਨ 'ਚ ਪੂਰਾ ਹੋਣਾ ਆ। ਜੇ ਖੁਦਾ ਨੇ ਕਿਹਾ ਮੈਂ ਅੰਤ ਦੇ ਸਮੇਂ ਆਵਾਂਗਾ, ਆਖਰੀ ਸਮੇਂ 'ਚ ਆਵਾਂਗਾ ਤੇ ਰੈਪਚਰ ਦੇ ਵਿੱਚ ਤੁਹਾਨੂੰ ਲੈ ਕੇ ਜਾਵਾਂਗਾ, ਤੁਹਾਨੂੰ ਵਿਸ਼ਵਾਸ ਕਰਨਾ ਪੈਣਾ। ਉਹ ਕਹਿੰਦਾ ਜੇ ਕੋਈ ਸੌਂ ਵੀ ਜਾਵੇ ਤਾਂ ਵੀ ਡਰਨ ਦੀ ਲੋੜ ਨਹੀਂ ਆ, ਉਹ ਵੀ ਰੈਪਚਰ ਵਿੱਚ ਜਾਵੇਗਾ। ਜਿਹੜਾ ਚੁਣਿਆ ਹੋਇਆ ਉਹ ਕਬਰ 'ਚ ਵੀ ਜਾ ਕੇ ਫਿਰ ਉਹਨੇ ਵਾਪਸ ਆ ਜਾਣਾ। ਇਸ ਕਰਕੇ ਕਦੇ ਵੀ ਡਰਨਾ ਨਹੀਂ ਆ, ਵਿਸ਼ਵਾਸ ਰੱਖਣਾ ਆ। ਜਿੱਦਾਂ ਸ਼ਮਯੋਨ ਨੇ ਵਿਸ਼ਵਾਸ ਰੱਖਿਆ ਸੀਗਾ ਵੀ ਜਿੱਦ ਤੱਕ ਮੈਂ ਮਸੀਹ ਨੂੰ ਨਹੀਂ ਦੇਖਦਾ ਮੈਂ ਮਰੂੰਗਾ ਨਹੀਂ। ਹੁਣ ਲੋਕੀ ਇਹਨਾਂ ਦੇ ਬੜਾ ਮਜ਼ਾਕ ਕੀਤਾ ਹੋਣਾ ਲੋਕਾਂ ਨੇ, ਇਹ ਬੰਦਾ ਬੁੱਢਾ ਹੋ ਗਿਆ, ਪਾਗਲ ਹੋ ਗਿਆ ਆ, ਮਸੀਹ ਨੂੰ ਕਿੱਦਾਂ ਦੇਖ ਲੂਗਾ, ਇਦਾਂ ਉਦਾਂ। ਲੇਕਿਨ ਇਹਨੇ ਸਿਰਫ ਜਿਉਂਦੇ ਵਚਨ ਤੇ ਵਿਸ਼ਵਾਸ ਕੀਤਾ। ਤੁਹਾਡਾ ਵਿਸ਼ਵਾਸ ਵੀ ਜਿਉਂਦੇ ਵਚਨ ਤੇ ਹੋਣਾ ਚਾਹੀਦਾ। ਇਸ ਤੋਂ ਇਲਾਵਾ ਤੁਸੀਂ ਕਿਸੇ ਵੀ ਚੀਜ਼ ਤੇ ਵਿਸ਼ਵਾਸ ਨਹੀਂ ਕਰ ਸਕਦੇ। ਹਮੇਸ਼ਾ ਕਾਹਦੇ ਤੇ ਵਿਸ਼ਵਾਸ ਕਰਨਾ? ਉਹਦੇ ਜਿਉਂਦੇ ਵਚਨ ਦੇ ਉੱਪਰ। ਹੁਣ ਇਸੇ ਤਰ੍ਹਾਂ ਅੱਜ ਲੋਕ ਕੀ ਕਰਦੇ ਆ? ਅੱਜ ਲੋਕ ਆਪਣੇ ਹੀ ਹਿਸਾਬ ਨਾਲ ਚੱਲਦੇ ਆ, ਜਿੱਦਾਂ ਲੋਕਾਂ ਦਾ ਜੀ ਕਰਦਾ ਉਦਾਂ ਚੱਲਦੇ, ਲੇਕਿਨ ਕੋਈ ਵੀ ਪਵਿੱਤਰ ਆਤਮਾ ਦੇ ਹਿਸਾਬ ਦੇ ਨਾਲ ਨਹੀਂ ਚੱਲਦਾ। ਕੋਈ ਵੀ ਪਵਿੱਤਰ ਆਤਮਾ ਦੇ ਅਧੀਨ ਹੋ ਕੇ ਚੱਲਣਾ ਨਹੀਂ ਚਾਹੁੰਦਾ, ਕਿਉਂਕਿ ਲੋਕਾਂ ਦੇ ਜੀਵਨ ਸਹੀ ਨਹੀਂ। ਤੁਹਾਨੂੰ ਪਤਾ ਜਿਹੜਾ ਮਨੁੱਖ ਪਵਿੱਤਰ ਆਤਮਾ ਦੇ ਅਧੀਨ ਹੋ ਕੇ ਚੱਲਦਾ ਆ, ਪ੍ਰਭੂ ਉਹਦੇ ਜੀਵਨ 'ਚ ਕੰਮ ਕਰਦਾ ਆ। ਆਮ ਮਨੁੱਖ ਦੇ ਜੀਵਨ 'ਚ ਕੰਮ ਨਹੀਂ ਕਰਦਾ। ਹੁਣ ਤੁਹਾਨੂੰ ਪਤਾ ਆਮ ਜਗ੍ਹਾ ਤੇ ਕੀ ਹੁੰਦਾ? ਨਬੀ ਨੇ ਕਿਹਾ उन्होंने यह प्रचार करना शुरू कर दिया कि पवित्र आत्मा अन्य भाषा है। हम तुहानू पता बहुत प्रचारकों ने प्रचार करना शुरू कर दिता भी अन्य भाषा ही पवित्र आत्मा है। उन्हां दा भी एक अपना विश्वास है, लेकिन विश्वासी किहड़ा हुंदा? विश्वासी उही हुंदा जिहड़ा पवित्र आत्मा दे कहने दे अनुसार जीवन व्यतीत करे। जो पवित्र आत्मा कहंदा है, कहंदा वो पवित्र आत्मा से खाली है। नबी कहंदा वो लोग पवित्र आत्मा तो खाली है
उन्होंने अन्य भाषा को ही पवित्र आत्मा समझ लिया है। यह 9 वरदानों में से एक वरदान था। यह अनिवार्य नहीं था कि सभी अन्य भाषा ही बोले। अन्य भाषा पवित्र आत्मा प्राप्त होने का कोई पक्का प्रमाण नहीं है। भी लोग कहते असं अन्य भाषा बोलते साढ़े को पवित्र आत्मा है, तो कहता कोई पक्का प्रमाण नहीं है। यह नकली या शैतान द्वारा भी हो सकती है, नकली भी हो सकती है, शैतान द्वारा भी हो सकती है। शैतान बहुत धोखेबाज है। वह भेड़ की खाल में आ सकता है, रोशनी का दूत बन सकता है। संत पौलुस पूछता है क्या सभी अन्य भाषा बोलते हैं? जवाब है नहीं। संतों स्मरण रखें, यह तो सिखाने वाला आत्मा है। प्रभु ने कहा था जब वह सत्य का आत्मा आएगा तो मेरी कही हुई बातें तुम्हें सिखाएगा। यीशु मसीह ने की क्या सी चेलियां ਨੂੰ ਕਹਿੰਦਾ ਜਦੋਂ ਸੱਤ ਦਾ ਆਤਮਾ ਆਊਗਾ ਜੋ ਮੈਂ ਕਿਹਾ ਤੁਹਾਨੂੰ ਉਹ ਸਿਖਾਵੇਗਾ। ਜਦੋਂ ਸੱਤ ਦਾ ਆਤਮਾ ਆਂਦਾ ਪ੍ਰਭੂ ਦੀ ਕਈਆਂ ਹੋਈਆਂ ਗੱਲਾਂ ਨੂੰ ਸਿਖਾਉਂਦਾ ਆ। ਗੈਰ ਭਾਸ਼ਾ ਬੋਲਣ ਨੂੰ ਨਹੀਂ ਕਹਿੰਦਾ ਵੀ ਗੈਰ ਭਾਸ਼ਾ ਬੋਲੋ ਤੇ ਤੁਹਾਡੇ ਅੰਦਰ ਪਵਿੱਤਰ ਆਤਮਾ ਆ। प्रभु यीशु ने कहा था जब सत्य का आत्मा आएगा मेरी कही हुई बातें सिखाएगा और सारी सच्चाई मैं तुम्हारी अगुवाई करेगा। जो रसूलां दे उपर पेंतेकोस्त दे दिन पवित्र आत्मा आया ते कईयां होईयां गल्लां नूं सिखाया। यीशु मसीह ने कहा सी सारे जगत विच जाओ पिता पुत्र पवित्र आत्मा दे नाम च बसमा दो। लेकिन जो पवित्र आत्मा संत पतरस दे अंदर आया ते ओने की किया अपने अपने गुनाह पापा दी माफी दे लई प्रभु यीशु मसीह दे नाम च बसमा दो। फिर पवित्र आत्मा की कर रहा? अनुवाद कर रहा है। जेड़ा ओ दुष्टांत बोल गया ओदा अनुवाद जो पतरस दे अंदर पवित्र आत्मा आया ते ओने अनुवाद भी की कीता यीशु मसीह दे नाम च बसमा लो तां पवित्र आत्मा दा दान पाओगे। ते खुदावंद की करदा कईयां होईयां गल्लां नूं सिखांदा आ। अक्सर मेरी समझ में ये बात नहीं आती कि जो लोग अन्य भाषा बोलते हैं वो परमेश्वर के वचन का इनकार क्यों कर देते हैं। हुण ये भी तो कहते असीं विश्वासी हैं। हुण देख लो ये किदां दे विश्वासी है। ये भी प्रार्थना करके चीज़ां लै लैंदे, खुदा कोठियां लै लैंदे, बरकतां लै लैंदे, चंगियाई लै लैंदे। ये भी विश्वासी एक। हुण तुसीं किहनूं विश्वासी कहोगे? प्रकाशन उनकी समझ में क्यों नहीं आता? फिर तो उन्होंने आत्मा प्राप्त ही नहीं किया। वो कहते जे प्रकाशन ही नहीं समझ आता कोई आत्मा नहीं है। वरदान आ कल्ले वरदान लेके खुश हो जाते हैं। इहदा एक बच्चे नूं टॉफी दे दो वो टॉफियां लेके खुश हुंदा है। वो कहता वा टॉफी मिल गई बहुत आ। ये लोग भी टॉफियां वाले आ। लेकिन तुहानूं दसना चाहना खुदावंद टॉफियां वंडण नहीं आया। खुदावंद मांस खवांदा। उन्हें क्या जो मेरा मांस खावेगा वो जिउंदा रहेगा। हुण मांस खुदा दा वचन आ, ओहदा प्रकाशन आ। जिहड़ा बंदा मांस खावेगा ते मांस खाण दे वास्ते दंद होने चाहिए। उन्हें क्या लेला पूरा खाना उत्पत्ति तो लैके प्रकाश की पोथी तक सब गल्लां नूं मनना है। कला ये नहीं भी बरकतां मिल रही जी, चंगियाइयां मिल रही ते असीं आत्मिक बन गए हैं, खुदा साडे नाल गल्लां करदा। ये सबूत नहीं है पवित्र आत्मा का। इस करके नबी ने सब क्लीयर कर दिता गया है। कहता वह अपने ही दिए गए प्रकाशन के विरुद्ध बोलने लग जाएगा। यह कैसे हो सकता है? बाइबल अपने ही विरुद्ध नहीं हो सकती, परंतु पेंतीकोस्टल कहते हैं कि प्रेरित गलत भी हो सकते हैं। याद रखो ऐसे लोग मसीह विरोधी हैं ਜਿਹੜੇ ਰਸੂਲਾਂ ਦੀ ਸਿੱਖਿਆ ਨੂੰ ਗਲਤ ਕਹਿੰਦੇ ਆ। ਇਹੋ ਜਿਹੇ ਲੋग ही मसीह विरोधी आ। जे कोई यीशु मसीह के बपतिस्मे का इनकार करता आ वो छलेडा आ, वो मसीह विरोधी आ। प्रेरित के वचनों को नहीं मानते वो एंटी क्राइस्ट हैं। भाई ब्रैनम ने क्या अज लोग कहते आ उस चर्चे बड़े वरदान उन्होंने दे कोल, वो लोग बड़ा प्यार करते आ। लेकिन नबी की कह रहा ये लोग कौन आ? एंटी क्राइस्ट आ, छलेडे आ, दुष्ट ने। ये लोग जेड़ा बंदा यहोवा दे वचन का इनकार करी जांदा आ वो बंदा दुष्ट ही होगा। जेड़ा उहदे बसमे दा इनकार करी जांदा है फिर ये लोग किद्दां विश्वासी हो सकते हैं। इस करके विश्वासियों की पछाण करनी भी होनी चाहिए है भी विश्वासी हुंदा कौन। विश्वासी वही हुंदा जिहड़ा वचन नूं पूरा करदा आ। वरदानां दे उपर चलण वाला विश्वासी नहीं हुंदा भी वरदान मिल गए जी विश्वासी बन गया। अज लोकां नूं जदों बरकत मिल जाती, कोई वरदान मिल जाता, वो कहंदे असीं विश्वासी बन गए। ये कोई भी सबूत नहीं है विश्वास का। तुहानूं बरकत मिल गई, तुहानूं चंगियाई मिल गई, तुसीं विश्वासी नहीं हो। जदों तक करार किया होया पवित्र आत्मा तुहाडे विचों आके अपने गुणां नूं प्रगट नहीं करदा। इस करके यीशु मसीह ने कहा वृक्ष अपने फलों पछाणिया जाता है। फल तो है ही नहीं,
ਕੰਡੇ ਹੀ ਕੰਡੇ ਆ ਸਭ ਪਾਸੇ, ਫਲੋਂ ਪਛਾਣਿਆ ਜਾਂਦਾ ਆ। ਇਦਾਂ ਨਹੀਂ, ਜ਼ਮੀਨ 'ਚ ਤਾਂ ਬਹੁਤ ਕੁਝ ਉਗਦਾ, ਲੇਕਿਨ ਜਦੋਂ ਉਹ ਦਰਖਤ ਵੱਡਾ ਹੁੰਦਾ, ਫਲ ਆਉਂਦੇ, ਫਿਰ ਹੀ ਪਤਾ ਲੱਗਦਾ ਅੰਗੂਰ ਆ, ਸੇਬ ਆ ਕਿ ਕਿੱਕਰ ਆ, ਕੀ ਆ, ਫਲੋਂ ਪਤਾ ਲੱਗਦਾ, ਇਦਾਂ ਨਹੀਂ ਪਤਾ ਲੱਗਦਾ। ਇਸ ਕਰਕੇ ਅੱਜ ਮਸੀਹ ਬਹੁਤ ਆਪਣੇ ਆਪ ਨੂੰ ਲੋਕ ਮਸੀਹ ਕਹਿ ਰਹੇ ਆ, ਮੈਂ ਵਿਸ਼ਵਾਸੀ, ਮੈਂ ਵਿਸ਼ਵਾਸੀ, ਮੈਂ ਰੈਪਚਰ ਵਿੱਚ ਜਾਵਾਂਗਾ, ਲੇਕਿਨ ਫਲਾਂ ਤੋਂ ਹੀ ਪਤਾ ਲੱਗ ਜਾਣਾ ਹੈ ਕਿਹੜਾ ਰੈਪਚਰ 'ਚ ਜਾਵੇਗਾ, ਕਿਹੜਾ ਰੈਪਚਰ 'ਚ ਨਹੀਂ ਜਾਵੇਗਾ। ਇਸ ਕਰਕੇ ਗੈਰ ਭਾਸ਼ਾ ਦੇ ਪਿੱਛੇ ਜਿਹੜੇ ਲੋਕ ਚੱਲਦੇ ਆ ਉਹ ਗਲਤ ਆ। ਕੋਈ ਪਵਿੱਤਰ ਆਤਮਾ ਨਹੀਂ, ਇੱਕ ਵਰਦਾਨ ਆ, ਤੇ ਵਰਦਾਨਾਂ ਦੇ ਪਿੱਛੇ ਚੱਲਣ ਵਾਲਾ ਬੰਦਾ ਸਮਝਦਾਰ ਨਹੀਂ ਹੁੰਦਾ। ਪਵਿੱਤਰ ਆਤਮਾ ਦੇ ਪਿੱਛੇ ਚੱਲਣ ਵਾਲਾ ਬੰਦੇ ਨੂੰ ਸਮਝਦਾਰ ਕਿਹਾ ਗਿਆ ਹੈ। ਇਹ ਉਹ ਬੰਦਾ ਹੁੰਦਾ ਜਿਹੜਾ ਪਵਿੱਤਰ ਆਤਮਾ ਦੇ ਪਿੱਛੇ ਚੱਲਦਾ, ਜਿਹਨੇ ਪੱਥਰ ਦੇ ਉੱਤੇ ਆਪਣਾ ਘਰ ਬਣਾਇਆ। ਤੇ ਜਿਹੜਾ ਮਨੁੱਖ ਪੱਥਰ ਦੇ ਉੱਤੇ ਆਪਣਾ ਘਰ ਬਣਾਉਂਦਾ ਆ, ਉਹ ਹਮੇਸ਼ਾ ਸਥਿਰ ਰਹਿੰਦਾ ਹੈ, ਉਹਨੂੰ ਕੋਈ ਤੂਫਾਨ ਨਹੀਂ ਸਿੱਟ ਸਕਦਾ। ਲੇਕਿਨ ਜੇ ਕੋਈ ਕਹਿੰਦਾ ਮੇਰੇ ਕੋਲ ਵਰਦਾਨ ਆ, ਮੇਰੇ ਕੋਲ ਚੰਗਿਆਈ ਹੈ, ਮੇਰੇ ਕੋਲ ਬਰਕਤ ਆ, ਮੈਂ ਬੜਾ ਤਗੜਾ ਆਤਮਿਕ ਆ, ਫਿਰ ਇਹੋ ਜਿਹਾ ਬੇਵਕੂਫ ਬੰਦਾ ਵੀ ਕੋਈ ਨਹੀਂ ਹੈ। ਇਸ ਕਰਕੇ ਨਬੀ ਨੇ ਕਿਹਾ ਸੀਗਾ ਵੀ ਉਹਦੀ ਬੇਟੀ ਕਹਿੰਦੀ ਸੀ ਵੀ ਮੈਨੂੰ ਆ ਗਿਫਟ ਨਹੀਂ ਚਾਹੀਦੇ, ਮੈਨੂੰ ਪਾਪਾ ਤੂੰ ਚਾਹੀਦਾ ਹੈ। ਸਾਨੂੰ ਵੀ ਯਿਸੂ ਮਸੀਹ ਚਾਹੀਦਾ, ਉਹਦੀ ਮਰਜ਼ੀ ਸਾਡੇ ਜੀਵਨ 'ਚ ਪੂਰੀ ਹੋਣੀ ਚਾਹੀਦੀ ਹੈ। ਜਿਹਦੇ ਕੋਲ ਯਿਸੂ ਮਸੀਹ ਆ, ਉਹਦੇ ਕੋਲ ਸਭ ਕੁਝ। ਜਿਹਦੇ ਕੋਲ ਯਿਸੂ ਮਸੀਹ ਨਹੀਂ ਆ, ਜਿਹਦੇ ਕੋਲ ਪ੍ਰੇਮ ਨਹੀਂ ਆ, ਉਹਦੇ ਕੋਲ ਕੁਝ ਵੀ ਨਹੀਂ ਆ। ਇਸ ਕਰਕੇ ਹਮੇਸ਼ਾ ਪ੍ਰੇਮ ਦੇ ਮਗਰ ਲੱਗੇ ਰਹੋ, ਵਿਸ਼ਵਾਸ ਦੇ ਮਗਰ ਲੱਗੇ ਰਹੋ, ਕਿਉਂਕਿ ਪ੍ਰੇਮ ਵਿਸ਼ਵਾਸ ਯਿਸੂ ਮਸੀਹ ਆ, ਤੇ ਉਹਦੇ ਮਗਰ ਹਮੇਸ਼ਾ ਲੱਗੇ ਰਹਿਣਾ ਹੈ, ਹੋਰ ਕਿਸੇ ਵੀ ਚੀਜ਼ ਦੇ ਪਿੱਛੇ ਨਹੀਂ ਜਾਣਾ। ਹੁਣ नबी कहता वापिस पवित्र आत्मा की बसमे की तरफ आ जाओ, वापिस एक परमेश्वर के प्रकाशन की ओर आ जाओ। पिता पुत्र पवित्र आत्मा तीन जन नहीं है, वह एक ही परमेश्वर है। तीन उपाधियां या तीन खिताब हैं, लेकिन परमेश्वर एक है। कहता कैथोलिक की त्रिएकता संस्था का बायकाट करो। ਜਿਹੜਾ रोमन कैथलिक ने शुरू किया, कहता बायकाट कर दो इस चीज का। भविष्यवक्ताओं और प्रेरितों के प्रकाशन की तरफ वापिस आ जाओ, पौलुस की शिक्षा की तरफ वापिस आ जाओ, जिनका बसमा और ढंग से हुआ था, उसने उनको प्रभु यीशु मसीह के नाम में दोबारा बसमा दिया। उसने कहा यदि कोई स्वर्गदूत भी आकर कोई और शिक्षा दे तो वह शापित हो। भाई ब्रैनम ने संदेश ਦੇ ਵਿੱਚ ਇਸ ਗੱਲ ਨੂੰ ਕਲੀਅਰ ਕੀਤਾ ਵੀ ਸੰਤ ਪੌਲੁਸ ਕਹਿ ਰਿਹਾ ਵੀ ਸਵਰਗ ਤੋਂ ਕੋਈ ਦੂਤ ਆ ਕੇ ਵੀ ਕੋਈ ਹੋਰ ਸਿੱਖਿਆ ਦੇਵੇ ਤੇ ਉਹ ਸ਼ਾਪਿਤ ਹੋਵੇ। ਜਿਹੜੀ ਸਿੱਖਿਆ ਰਸੂਲਾਂ ਦੁਆਰਾ ਦੇ ਦਿੱਤੀ ਗਈ ਆ, ਜਿਹੜਾ ਬੈਪਟਾਈਜ਼ ਰਸੂਲਾਂ ਦੁਆਰਾ ਦੇ ਦਿੱਤਾ ਗਿਆ ਆ, ਉਹਨੂੰ ਬਦਲਣ ਵਾਲਾ ਬੰਦਾ ਸ਼ੈਤਾਨ ਆ। ਜੇ ਤੁਹਾਨੂੰ ਕੋਈ ਸਿਖਾਉਂਦਾ ਆ ਪਿਤਾ ਪੁੱਤਰ ਪਵਿੱਤਰ ਆਤਮਾ ਦਾ ਬਸਮਾ, ਉਹ ਬੰਦਾ ਸ਼ੈਤਾਨ ਆ। ਇਸ ਸ਼ੈਤਾਨ ਦੇ ਇਹੋ ਜਿਹੇ ਲੋਕਾਂ ਦੇ ਨਾਲ ਤੁਸੀਂ ਸੰਗਤੀ ਵੀ ਨਾ ਕਰੋ, ਬੁਲਾਓ ਨਾ ਇਹੋ ਜਿਹੇ ਲੋਕਾਂ ਨੂੰ ਜਿਨ੍ਹਾਂ ਨੇ ਖੁਦਾ ਦੇ ਖਾਲਸ ਵਚਨ ਨੂੰ ਤੋੜਿਆ ਤੇ ਮਰੋੜਿਆ, ਫਿਰ ਕਹਿੰਦੇ ਅਸੀਂ ਵਿਸ਼ਵਾਸੀ ਆ। ਕੋਈ ਵਿਸ਼ਵਾਸੀ ਨਹੀਂ ਆ ਜਿਹੜਾ ਮਨੁੱਖ ਖੁਦਾ ਦੇ ਵਚਨ ਨੂੰ ਬਦਲ ਦਿੰਦਾ ਹੈ। ਬਾਈਬਲ 'ਚ ਲਿਖਿਆ ਆ ਇੱਕ ਬਿੰਦੀ ਜਾਂ ਟਿੱਪੀ ਵੀ ਕੋਈ ਟਾਲ ਨਹੀਂ ਸਕਦਾ। ਇੱਥੇ ਬਸਮਾ ਹੀ ਬਦਲ ਦਿੱਤਾ ਗਿਆ। उसने कहा यदि कोई स्वर्गदूत भी आ जाए तो शापित हो। संस्थाओं की शिक्षा में से बाहर आ जाओ। पवित्र आत्मा ही हमारा गुरु और अगुवाई करने वाला है। आरंभ की तरफ वापस आ जाओ, वापस यीशु मसीह के नाम में बसमे की तरफ आ जाओ। भाइयों संदेश की तरफ आ जाओ। कहता संदेश की तरफ आ जाओ। संदेश की आ नबी का दिता होया संदेश, जिहड़ा नबी ने किया उत्पत्ति तो लैके प्रकाश की पोथी नबी द्वारा खोल दी गई। इस समय का संदेश आ, इहदे वल वापस आओ। यही किश्ती आ असली जिहड़ा इस संदेश दे विच आऊगा। संदेश विच आण दा मतलब ये नहीं आ भी चर्च विच आ जाओ ते चल जाओ। संदेश विच आण दा मतलब आ वचन दे अनुसार, संदेशां दे अनुसार, जो संदेश कहंदा आ ओहदे अनुसार तुहाडा जीवन होवे। तुहाडा उठना बैठना, खाना पीना, ताड़ियां दोस्तियां, हर एक चीज, ताड़े कपड़े, ताड़ी संगति संदेश दे अनुसार होवे। कहता अपने विश्वास को जांचो। कहता अदन में कोई सेब नहीं खाया गया था। अज लोग चर्चा भी सिखाते जी अदन के बाग च सेब खुआता, सेब खुआता। मिशना के पास्टर देखो, कहता यह हवा का सर्प के साथ व्यभिचार था, यह लहू का पाप था, इसलिए मसीह को सलीब पर लहू देना पड़ा। अज लोग अपनी अपनी शिक्षा दे रहे, सब रोंग आ। शैतान की शिक्षा है सारी दी सारी, ये सच्चाई आ भी सेब खादा, सेब खादा। अज भी लोग सेब खाते, अज लोगों को नहीं पता लगता भी असं नंगे घूम रहे हैं। इससे पहले कि देर हो जाए पश्चाताप कर लो। परमेश्वर का हाथ दीवार पर लिख रहा है, तुमने उसके वचन को मैला कर दिया है।
ਪਛਤਾਤਾਪ ਕਰੋ, ਪਛਤਾਤਾਪ ਕਰੋ। ਖੁਦਾਵੰਦ ਕਹਿ ਰਿਹਾ ਪਛਤਾਤਾਪ ਕਰੋ, ਫਿਰ ਜੋ ਆਪਣੇ ਪਾਪਾਂ ਤੋਂ ਤੌਬਾ ਕਰੋ ਤੇ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਬਸਮਾ ਲਓ, ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਜਿਹੜੇ ਲੋਕ ਅੱਜ ਭਟਕੇ ਹੋਏ ਆ, ਸਾਡੇ ਕੋਲ ਗੈਰ ਭਾਸ਼ਾ ਆ ਜੀ, ਅਦਨ ਦੇ ਬਾਗ 'ਚ ਸੇਬ ਖਾਦਾ ਸੀਗਾ, ਇਹ ਸਭ ਗਲਤ ਸਿੱਖਿਆ ਤੋਂ ਬਾਹਰ ਆਓ ਤੇ ਯੀਸ਼ੂ ਮਸੀਹ ਦੇ ਬਸਮੇ ਤੇ ਵਿਸ਼ਵਾਸ ਕਰੋ। ਭਾਈ ਵਿਲੀਅਮ ਮੈਰੀਅਨ ਬ੍ਰੈਨਮ ਦਾ ਸੰਦੇਸ਼ ਕਬੂਲ ਕਰੋ। ਇਹੀ ਅੱਜ ਦਾ ਸੰਦੇਸ਼, ਇਹੀ ਅੱਜ ਦੀ ਕਿਸ਼ਤੀ ਆ ਜੋ ਆਖਰੀ ਯੁੱਗ ਦੇ ਵਿੱਚ ਦਿੱਤੀ ਗਈ ਹੈ। ਜਿਹੜਾ ਸੰਦੇਸ਼ ਨੂੰ ਕਬੂਲ ਕਰੇਗਾ ਉਹ ਬਚਾਇਆ ਜਾਵੇਗਾ, ਜਿਹੜਾ ਸੰਦੇਸ਼ ਦਾ ਇਨਕਾਰ ਕਰੇਗਾ ਉਹ ਨਿਆਂ ਦੇ ਵਿੱਚ ਜਾਵੇਗਾ। ਪ੍ਰਭੂ ਯੀਸ਼ੂ ਮਸੀਹ ਸਾਰਿਆਂ ਨੂੰ ਬਰਕਤ ਦੇਵੇ। ਆਓ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ, ਧੰਨਵਾਦ ਪ੍ਰਭੂ ਯੀਸ਼ੂ ਮਸੀਹ। ਸੱਚਮੁੱਚ ਮੇਰੇ ਖੁਦਾ ਬਾਪ, ਅੱਜ ਬਹੁਤ ਦੁਨੀਆ ਹਨ ਪ੍ਰਭੂ ਜੀ, ਬਹੁਤ ਲੋਕ ਹਨ ਜੋ ਆਪਣੇ ਆਪ ਨੂੰ ਵਿਸ਼ਵਾਸੀ ਕਹਿੰਦੇ ਆ ਪ੍ਰਭੂ ਜੀ, ਲੇਕਿਨ ਮੇਰੇ ਮਹਾਨ ਪਿਤਾ ਵਿਸ਼ਵਾਸੀ ਉਹੀ ਹੁੰਦਾ ਹੈ ਜੋ ਤੇਰੇ ਵਚਨ ਨੂੰ ਪਹਿਲ ਦਿੰਦਾ ਹੈ ਪ੍ਰਭੂ ਜੀ, ਜੋ ਤੇਰੇ ਵਚਨ ਦੇ ਅਨੁਸਾਰ ਜੀਵਨ ਬਤੀਤ ਕਰਦਾ ਹੈ ਪ੍ਰਭੂ ਜੀ, ਚਾਹੇ ਉਸ ਨੂੰ ਕੋਈ ਵੀ ਕੀਮਤ ਕਿਉਂ ਨਾ ਚੁਕਾਣੀ ਪਵੇ ਪ੍ਰਭੂ ਜੀ, ਉਹ ਤੇਰੇ ਵਚਨ ਨੂੰ ਭੁੰਜੇ ਨਹੀਂ ਡਿਗਣ ਦਿੰਦਾ ਖੁਦਾਵੰਦਾ। ਇਸੇ ਤਰ੍ਹਾਂ ਸ਼ਰਦਕ ਮੇਸ਼ਕ ਅਬਦਨਗੋ ਖੁਦਾਵੰਦਾ, ਜਦੋਂ ਮੌਤ ਉਹਨਾਂ ਦੇ ਉੱਪਰ ਆ ਗਈ ਤੇ ਮੇਰੇ ਮਹਾਨ ਪਿਤਾ ਉਹ ਮੌਤ ਤੋਂ ਨਹੀਂ ਡਰੇ ਪ੍ਰਭੂ ਜੀ, ਉਹਨਾਂ ਨੇ ਮੌਤ ਦੀ ਪਰਵਾਹ ਨਹੀਂ ਕੀਤੀ, ਉਹਨਾਂ ਨੇ ਉਹ ਹਾਲਾਤਾਂ ਨੂੰ ਨਹੀਂ ਦੇਖਿਆ ਪ੍ਰਭੂ ਜੀ, ਉਹਨਾਂ ਨੇ ਪ੍ਰਭੂ ਜੀ ਤੇਰੇ ਵਾਅਦੇ ਨੂੰ ਦੇਖਿਆ ਖੁਦਾਵੰਦਾ। ਤੇ ਅੱਗ ਦੀ ਭੱਠੀ ਵਿੱਚ ਡਿੱਗਣ ਦੇ ਬਾਵਜੂਦ ਵੀ ਪ੍ਰਭੂ ਜੀ ਉਹਨਾਂ ਦੇ ਕੱਪੜਿਆਂ ਵਿੱਚੋਂ ਮੁਸ਼ਕ ਨਹੀਂ ਆਈ ਖੁਦਾਵੰਦਾ, ਕੋਈ ਸਮੈਲ ਨਹੀਂ ਆਈ ਪ੍ਰਭੂ ਜੀ। ਤੂੰ ਫਿਰ ਉਹਨਾਂ ਦੀ ਅਗਵਾਈ ਦੇ ਲਈ ਪ੍ਰਭੂ ਜੀ ਉਸ ਭੱਠੀ ਦੇ ਵਿੱਚ ਖੜਾ ਸੀ ਪ੍ਰਭੂ ਜੀ। ਅੱਜ ਵੀ ਮੇਰੇ ਮਹਾਨ ਪਿਤਾ ਤੂੰ ਆਪਣੇ ਲੋਕਾਂ ਦੀ ਅਗਵਾਈ ਦੇ ਲਈ ਪ੍ਰਭੂ ਜੀ ਖੜਾ ਹੈ ਪ੍ਰਭੂ ਜੀ, ਪਵਿੱਤਰ ਆਤਮਾ ਦੇ ਰੂਪ ਦੇ ਵਿੱਚ ਖੜਾ ਹੈ ਪ੍ਰਭੂ ਜੀ। ਤੇ ਮੇਰੇ ਮਹਾਨ ਪਿਤਾ ਜਿੰਨੇ ਲੋਕ ਭਟਕੇ ਹਨ ਪ੍ਰਭੂ ਜੀ, ਮਿਸ਼ਨਾ ਡਿਨੋਮੀਨੇਸ਼ਨ ਦੇ ਵਿੱਚ ਖੁਦਾਵੰਦਾ, ਅਕੀਦਿਆਂ ਦੇ ਵਿੱਚ ਫਸੇ ਹਨ ਪ੍ਰਭੂ ਜੀ, ਪ੍ਰਭੂ ਜੀ ਯਿਸੂ ਮਸੀਹ ਉਹ ਵੀ ਪ੍ਰਭੂ ਜੀ ਤੇਰੇ ਨਾਮ 'ਚ ਬਾਹਰ ਆਣ, ਕਿਉਂਕਿ ਪ੍ਰਕਾਸ਼ ਦੀ ਪੋਥੀ 'ਚ ਲਿਖਿਆ ਹੈ, ਹੇ ਮੇਰੀ ਪ੍ਰਜਾ ਬਾਬਲ 'ਚੋਂ ਬਾਹਰ ਆ ਜਾ। ਤੇ ਖੁਦਾਵੰਦ ਮੈਂ ਵਿਸ਼ਵਾਸ ਕਰਦਾ ਬਾਬਲ ਦੇ ਵਿੱਚੋਂ ਖੁਦਾਵੰਦਾ, ਉਹ ਗੜਬੜ ਦੇ ਵਿੱਚੋਂ ਸਿਰਫ ਤੇ ਸਿਰਫ ਤੇਰੇ ਚੁਣੇ ਹੋਏ ਬਾਹਰ ਆ ਸਕਦੇ ਹਨ ਪ੍ਰਭੂ ਜੀ, ਕਿਉਂਕਿ ਜਿਨ੍ਹਾਂ ਦੇ ਨਾਮ ਇਸ ਧਰਤੀ ਦੀ ਜੀ ਨਹੀਂ ਰੱਖਣ ਤੋਂ ਪਹਿਲਾਂ ਪ੍ਰਭੂ ਜੀ ਚੁਣੇ ਗਏ ਹਨ ਪ੍ਰਭੂ ਜੀ, ਲਿਖੇ ਗਏ ਹਨ ਖੁਦਾਵੰਦਾ, ਉਹੀ ਤੇਰੇ ਸੰਦੇਸ਼ ਨੂੰ ਕਬੂਲ ਕਰਨਗੇ। ਤੇ ਤੇਰੇ ਨਬੀ ਨੇ ਕਿਹਾ ਹੈ ਜਿਸ ਦਿਨ ਆਖਰੀ ਭੇਡ ਅੰਦਰ ਆਵੇਗੀ ਉਸੇ ਦਿਨ ਰੈਪਚਰ ਹੋ ਜਾਵੇਗਾ। ਤੇ ਸੱਚਮੁੱਚ ਖੁਦਾਵੰਦਾ ਤੂੰ ਜਲਦੀ ਆ, ਅਸੀਂ ਤੇਰੀ ਉਡੀਕ ਕਰਦੇ ਹਾਂ, ਵੇਟ ਕਰਦੇ ਹਾਂ ਪਵਿੱਤਰ ਆਤਮਾ। ਪ੍ਰਭੂ ਯਿਸੂ ਮਸੀਹ ਅਸੀਂ ਆਪਣੇ ਗਿਆਨ ਦੇ ਦੁਆਰਾ ਨਹੀਂ ਚੱਲਦੇ ਪ੍ਰਭੂ ਜੀ, ਆਪਣੀ ਸਮਝ ਦੇ ਦੁਆਰਾ ਨਹੀਂ, ਅਸੀਂ ਪ੍ਰਭੂ ਯਿਸੂ ਮਸੀਹ ਤੇਰੇ ਪ੍ਰਭੂ ਜੀ ਯਿਸੂ ਮਸੀਹ ਆਤਮਾ ਦੀ ਅਗਵਾਈ ਦੇ ਨਾਲ ਜੀਵਨ ਬਤੀਤ ਕਰਦੇ ਹਾਂ ਪ੍ਰਭੂ ਜੀ। ਤੂੰ ਦਇਆ ਕਰ, ਕਿਰਪਾ ਕਰ, ਸਾਡੀ ਸਭਨਾਂ ਦੀ ਅਗਵਾਈ ਕਰ। ਜਿੱਦ ਤੱਕ ਤੂੰ ਨਹੀਂ ਆਂਦਾ ਅਸੀਂ ਇਸੇ ਤਰ੍ਹਾਂ ਤੇਰੀ ਮਹਿਮਾ ਵਡਿਆਈ ਬੇਖੌਫ ਹੋ ਕੇ ਕਰੀਏ ਪ੍ਰਭੂ ਜੀ, ਕਿਉਂਕਿ ਅਸੀਂ ਕਿਸੇ ਵੀ ਮਿਸ਼ਨਾਂ ਜਥੇਬੰਦੀਆਂ ਕਿਸੇ ਡਰਾਵਿਆਂ ਤੋਂ ਨਹੀਂ ਡਰਦੇ ਪ੍ਰਭੂ ਜੀ, ਅਸੀਂ ਸਿਰਫ ਤੇਰੇ ਵਚਨ ਦੇ ਅੱਗੇ ਆਮੀਨ ਬੋਲਦੇ ਹਾਂ ਪ੍ਰਭੂ ਜੀ। ਤੂੰ ਦਇਆ ਕਰ, ਕਿਰਪਾ ਕਰ ਪ੍ਰਭੂ ਜੀ, ਚਾਹੇ ਕੋਈ ਡਰਾਉਣ ਦੀ ਕੋਸ਼ਿਸ਼ ਕਰੇ, ਲੇਕਿਨ ਪ੍ਰਭੂ ਯਿਸੂ ਮਸੀਹ ਤੇਰੇ ਲੋਕ ਕਿਸੇ ਤੋਂ ਨਹੀਂ ਡਰਦੇ ਪ੍ਰਭੂ ਜੀ, ਉਹ ਸ਼ੈਤਾਨ ਦੀ ਫੋਕੀ ਧਮਕੀਆਂ ਤੋਂ ਨਹੀਂ ਡਰਦੇ। ਪ੍ਰਭੂ ਯਿਸੂ ਮਸੀਹ ਤੇਰੀ ਦੁਲਹਨ ਤੇਰਾ ਇੰਤਜ਼ਾਰ ਕਰ ਰਹੀ ਹੈ, ਜਲਦੀ ਆ, ਦਇਆ ਕਰ, ਕਿਰਪਾ ਕਰ ਪ੍ਰਭੂ। ਜਿੰਨੇ ਭੈਣ ਭਾਈ ਸਥਾਨ 'ਚ ਬੈਠੇ ਹਨ ਪ੍ਰਭੂ ਜੀ, ਇਹਨਾਂ ਨੂੰ ਪ੍ਰਭੂ ਯਿਸੂ ਮਸੀਹ ਆਪਣੇ ਵਚਨ ਦੇ ਅਨੁਸਾਰ ਜੀਵਨ ਬਤੀਤ ਕਰਨਾ ਸਿਖਾ, ਇਹਨਾਂ ਤੇ ਦਇਆ ਕਰ, ਕਿਰਪਾ ਕਰ। ਸਾਰਾ ਆਦਰ ਜਲਾਲ ਮਹਿਮਾ ਪ੍ਰਭੂ ਯਿਸੂ ਮਸੀਹ ਦੇ ਜਿੰਦਾ ਜਲਾਲੀ ਸਾਮਰਥੀ ਨਾਮ ਨੂੰ ਦਿੰਦੇ ਹਾਂ, ਆਮੀਨ, ਹਾਲੇਲੂਇਆ।